ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸ਼ਿਵਿੰਦਰ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 26 ਜੁਲਾਈ, ਸਮਾਂ ਸ਼ਾਮ ਦੇ 6:30। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਅੱਜ ਸੋਮਵਾਰ ਹੈ ਜੀ। ਅੱਜ ਮੇਰੇ ਨਾਲ ਵਿਸ਼ੇਸ਼ ਤੌਰ 'ਤੇ ਡਾਕਟਰ ਸ਼ਿੰਦਰ ਕੌਰ ਹੋਰੀ ਵੀ ਜੁੜਨਗੇ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਹੋਏਗੀ। ਤੁਸੀਂ ਆਪਣੇ ਸਵਾਲਤ ਕਰਨ ਦੇ ਲਈ ਫ਼ੋਨ ਨੰਬਰ ਨੋਟ ਕਰ ਲਓ 9216410666 9814910666। ਪ੍ਰੋਗਰਾਮ ਦੇ ਪਹਿਲੇ ਅਤੇ ਦੂਜੇ ਹਿੱਸੇ ਦੇ ਉੱਤੇ ਲਗਭਗ ਪ੍ਰੋਫੈਸਰ ਵਿਨਾਸ਼ ਸਿੰਘ ਵੀ ਸਾਡੇ ਨਾਲ ਜੁੜਨਗੇ। ਉਹਨਾਂ ਦੇ ਨਾਲ ਵੀ ਤੁਸੀਂ ਫ਼ੋਨ ਦੇ ਉੱਤੇ ਸਵਾਲਤ ਕਰ ਸਕਦੇ ਹੋ, ਡਾਕਟਰ ਸ਼ਿੰਦਰ ਕੌਰ ਨਾਲ ਵੀ ਅਤੇ ਸ਼ਿਵਿੰਦਰ ਜੀ ਨਾਲ ਵੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਅਤੇ ਜਗਜੀਤ ਸਿੰਘ ਲੰਡਨ ਵੱਲੋਂ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲਓ। ਨੰਬਰ ਹੈ ਜੀ ਬਲਤੇਜ ਸਿੰਘ ਪਨੇਸਰ ਹੋਰਾਂ ਦਾ 2044592000। ਇਹਨਾਂ ਦੀ ਟਰੱਕ ਸ਼ਾਪ ਹੈ ਜੀ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ। ਇਹ ਕੰਪਲੀਟ ਪੈਕੇਜ ਹੈ ਜੀ ਇੱਕ ਤਰ੍ਹਾਂ ਨਾਲ ਸੈਮੀ ਅਤੇ ਟ੍ਰੇਲਰ ਦਾ, ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਰਿਪੇਅਰ ਮਿਲੇਗੀ। DOT ਸੇਫਟੀ ਕੀਤੀ ਜਾਏਗੀ, ਨਾਲ ਦੀ ਨਾਲ ਵਾਸ਼ ਦਾ ਅਤੇ ਪਾਰਕਿੰਗ ਦਾ ਵੀ ਪੂਰਾ ਪ੍ਰਬੰਧ ਹੈ। ਕੁਇਕ ਟਰੱਕ ਲਿਊ ਹੈ, ਰਾਹ ਜਾਂਦਿਆਂ ਵਿੰਡ ਸਕਰੀਨ ਟੁੱਟ ਜਾਏ ਉਹ ਵੀ ਠੀਕ ਕਰਕੇ ਦਿੰਦੇ ਨੇ। ਇੰਜਨ ਰੀਬਿਲਡ ਕਹਿਣ ਤੋਂ ਭਾਵ ਜਿੰਨਾ ਵੀ ਕੰਮ ਕਰਾਉਣਾ 204 459 2000। ਬੇਕਰਸਫੀਲਡ ਦੇ ਵਿੱਚ ਇੱਕ ਟਰਸਟ ਨੇਮ ਹੈ ਜਤਿੰਦਰ ਸਿੰਘ ਤੂਰ ਹੋਰਾਂ ਦਾ 6617541722। ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਵੀ ਪ੍ਰੋਪਰਟੀ ਲੈਣੀ ਚਾਹੁੰਦੇ ਹੋ, ਭਾਵੇਂ ਬਿਜ਼ਨਸ ਹੈ, ਕਮਰਸ਼ੀਅਲ ਹੈ ਜਾਂ ਫਿਰ ਰੈਜ਼ੀਡੈਂਸ਼ੀਅਲ ਜਾਂ ਐਗਰੀਕਲਚਰ ਕੋਈ ਵੀ ਲੈਣੀ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਕੁਛ ਹੋਰ ਵਪਾਰਕ ਸੁਨੇਹੇ ਅਤੇ ਫਿਰ ਸ਼ਿਵਿੰਦਰ ਜੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਅੱਜ ਦੀਆਂ ਅਹਿਮ ਖਬਰਾਂ ਦੇ ਉੱਤੇ ਟਿੱਕਾ ਟਿੱਪਣੀਆਂ ਕਰਾਂਗੇ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। Seco
ਇਮੀਗ੍ਰੇਸ਼ਨ ਸਰਵਿਸਿਜ਼ ਕੈਲੀਫੋਰਨੀਆ ਇਮੀਗ੍ਰੇਸ਼ਨ ਕੰਸਲਟੈਂਟ ਰਜਿਸਟਰਡ ਅਤੇ ਬੌਂਡਡ ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ ਵਰਕ ਪਰਮਿਟ ਪ੍ਰੋਸੈਸ ਸਰਵਿਸ OCI ਕਾਰਡ ਫੈਮਿਲੀ ਪਟੀਸ਼ਨ ਇੰਡੀਅਨ ਪਾਸਪੋਰਟ ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ ਸੇਖੋ ਇਮੀਗ੍ਰੇਸ਼ਨ ਸਰਵਿਸਿਜ਼ ਗੁਰਸ਼ਰਨ ਸੇਖੋ 22693 Hesperian Boulevard Suite 250 Hayward California call 510-200-9988 JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, International ਅਤੇ Automatic Transmissions, 5 ਸਾਲ ਦਾ Freightline dealership ਦਾ experience, ਇਹ ਇੰਜਨ, ਟਰੱਕ, ਟ੍ਰੇਲਰ, AC, electrical, DPF, DEF ਰਿਪੇਅਰ ਕਰਦੇ ਹਨ, ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, Certified 90 day DOT inspection ਅਤੇ Certified annual federal DOT inspection ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਨਾਲ ਸ਼ਿਵਿੰਦਰ ਜੀ ਜੁੜੇ ਹੋਏ ਨੇ ਸ਼ਿਵ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਇੱਕ ਮਿੰਟ ਸ਼ਿਵ ਜੀ ਥੋੜੇ ਜੀ ਹਾਂਜੀ ਆਵਾਜ਼ ਸਹੀ ਹੈ ਜੀ ਜੀ ਬਿਲਕੁਲ ਮੈਨੂੰ ਆ ਰਹੀ ਹੈ ਤੁਹਾਨੂੰ ਮੇਰੀ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਤੇ ਸ਼ਿਵ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਸਾਡੀ ਪਾਰਲੀਮੈਂਟ ਤਾਂ ਕਿਸਾਨਾਂ ਦੀ ਹੈ ਦੂਜੀ ਤਾਂ ਨੇਤਾਵਾਂ ਦੀ ਹੈ ਜਾਂ ਕਹਿ ਸਕਦੇ ਹਾਂ ਭਾਰਤ ਦੀ ਵੀ ਨਹੀਂ ਰਹੀ ਹੈ ਨੀ ਸੋ ਦੋਨਾਂ ਦੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਤੋਲ ਕੇ ਚੱਲ ਰਿਹਾ ਦੇਖੋ ਅੱਜ ਦਾ ਦਿਨ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀ ਪਾਰਲੀਮੈਂਟ ਦੀ ਗੱਲ ਕਰੀਏ ਜੀ ਹਾਲਾਂਕਿ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਆਇਆ ਜੀ ਉਹ ਕਹਿੰਦੇ ਕਿ ਜੋ ਇਹ ਪਾਰਲੀਮੈਂਟ ਕਿਸਾਨਾਂ ਦੀ ਹੈ ਉਹ ਤਾਂ ਡੁਪਲੀਕੇਟ ਹੈ ਅਖੌਤੀ ਹੈ ਵਗੈਰਾ ਵਗੈਰਾ ਪਰ ਦੂਜੇ ਬੰਨੇ ਅਸੀਂ ਇਹ ਪਾਰਲੀਮੈਂਟ ਕਿਸਾਨਾਂ ਦੀ ਦੇਖ ਜੀ ਸਾਨੂੰ ਡੈਮੋਕ੍ਰੇਸੀ ਵੀ ਕਿਤੋਂ ਵੱਧ ਦਿਖਾਈ ਦਿੰਦੀ ਹੈ ਉਹਨਾਂ ਨਾਲੋਂ ਜਿਹਨੂੰ ਹੁੰਦਾ ਨਾ ਵੀ ਤਮਾਮ ਲੋਕਾਂ ਦਾ ਖਿਆਲ ਰੱਖਣਾ ਉਹ ਵੀ ਦਿਖਾਈ ਦੇ ਰਿਹਾ ਆਮ ਤੌਰ ਤੇ ਅਸੀਂ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਵਿੱਚ ਔਰਤਾਂ ਲਈ ਰਾਖਵੇਂਕਰਨ ਦੀ 33% ਦੀ ਗੱਲ ਕਰਦੇ ਹਾਂ ਤੇ ਇੱਥੇ ਇਹਨਾਂ ਨੇ ਅੱਜ ਪੂਰਾ ਦਿਨ ਹੈ ਜਿਹੜਾ ਉਹ ਔਰਤਾਂ ਦੇ ਲਈ ਹੀ ਰੱਖਿਆ ਸੀਗਾ ਤੇ 100% ਮਤਲਬ ਰਾਖਵਾਂਕਰਨ ਕਹਿ ਲਓ ਕਿ ਮਿਲ ਗਿਆ ਇਹਦੇ ਵਿੱਚ ਇਹਨੂੰ ਅੱਜ ਦੇ ਸੈਸ਼ਨ ਨੂੰ ਔਰ ਕਿਸਾਨਾਂ ਨੇ ਚਲਾਇਆ ਉਹਨਾਂ ਨੇ ਵੀ ਅਗਵਾਈ ਕੀਤੀ ਉਹਨਾਂ ਨੇ ਡਿਬੇਟ ਕੀਤੀ ਤੇ ਉਹ ਵਹਿਮ ਵੀ ਦੂਰ ਕਰ ਦਿੱਤੇ ਜਿਹੜੇ ਔਰਤਾਂ ਨੂੰ ਕੁਝ ਪਤਾ ਨਹੀਂ ਵੀ ਔਰਤਾਂ ਨੂੰ ਕੁਝ ਪਤਾ ਨਹੀਂ ਹੈਗਾ ਹਾਲਾਂਕਿ ਬਹੁਤ ਘਟੀਆ ਪੱਧਰ ਦੀ ਬਿਆਨਬਾਜ਼ੀ ਹੈ ਮੈਂ ਤੁਹਾਨੂੰ ਖੁਦ ਦੱਸਦਾ ਕਿ ਜਿਹਨਾਂ ਘੱਟੋ ਘੱਟ 10 ਰਾਈਟਰਾਂ ਤੋਂ ਮੈਂ ਪ੍ਰਭਾਵਿਤ ਹਾਂ ਮੁੱਢਲੇ ਤੌਰ ਤੇ ਜੀ ਉਹਨਾਂ ਵਿੱਚੋਂ ਮਤਲਬ ਨਾ 3-4 ਔਰਤ ਲੇਖਕਾਵਾਂ ਨੇ ਹੈ ਤੇ ਉਹ ਵੀ ਉਹ 3-4 ਔਰਤ ਲੇਖਕਾਵਾਂ ਨੇ ਜਿਨ੍ਹਾਂ ਨੇ ਆਪਣੀ ਦੁਨੀਆ ਭਰ ਨੂੰ ਪ੍ਰਭਾਵਿਤ ਕੀਤਾ ਚਾਹੇ ਅਰੁੰਧਤੀ ਰਾਏ ਆਪ ਚਾਹੇ ਨਿਓਮੀ ਕਲੇਮ ਆ ਮਤਲਬ ਮੈਂ ਉਹਨਾਂ ਦੇ ਖੁਦ ਨਾਮ ਲੈਣਾ ਇਸ ਲਈ ਆਹ ਤਾਂ ਧਾਰਨਾ ਬਿਲਕੁਲ ਹੀ ਗਲਤ ਹੈ ਵੀ ਜਿਹੜੇ ਸਾਡੇ ਮਰਦ ਸਮਾਜ ਨੇ ਪਾਈ ਹੋਈ ਹੈ ਨਾ ਵੀ ਔਰਤਾਂ ਨੂੰ ਕੁਛ ਆਉਂਦਾ ਨਹੀਂ ਮੇਰੀ ਆਪਣੀ ਪਸੰਦੀਦਾ ਜੇ ਮੈਂ ਆਪਣੇ ਰਾਈਟਰ ਗਿਣਾਵਾਂ ਤਾਂ ਉਹਨਾਂ ਵਿੱਚੋਂ ਕਈ ਸਾਰੀਆਂ ਮੁੱਢਲੇ ਜਿਹੜੇ ਹੁੰਦੇ ਨੇ ਤੁਹਾਡੇ ਮੋਸਟ ਮਤਲਬ ਪਹਿਲੇ ਅੱਜ ਦੀ ਘੜੀ ਦੇ ਵਿੱਚ 10 ਰਾਈਟਰ ਕੌਣ ਨੇ ਪਸੰਦੀਦਾ ਉਹਦੇ ਵਿੱਚੋਂ ਵੀ ਕਈ ਔਰਤਾਂ ਨਿਕਲ ਆਉਣਗੀਆਂ ਤੇ ਜੇ ਮੈਂ ਕਹਾਂ ਕਿ ਤੁਹਾਡੇ ਪਸੰਦੀਦਾ ਪੱਤਰਕਾਰ ਕੌਣ ਉਹਦੇ ਵਿੱਚੋਂ ਵੀ 10 ਚੰਗੇ ਨਿਕਲ ਆਉਣਗੇ ਉਹਦੇ ਵਿੱਚੋਂ ਵੀ ਨਿਕਲੇ ਆਉਣਗੇ ਸੋ ਇਹ ਤਾਂ ਇੱਕ ਭਰਮ ਹੈ ਉਹ ਭਰਮ ਨੂੰ ਕਈ ਨਾ ਜਿਹੜੀਆਂ ਮਿੱਥਾਂ ਨੇ ਪੁਰਾਣੀਆਂ ਉਹਨੂੰ ਇੱਕ ਕਿਸਾਨ ਅੰਦੋਲਨ ਤੋੜ ਰਿਹਾ ਹੈ ਤੇ ਆ ਕਿਸਾਨ ਸੰਸਦ ਨੇ ਵੀ ਤੋੜੀਆਂ ਨੇ ਔਰਤਾਂ ਨੇ ਭਰਮੀ ਸ਼ਮੂਲੀਅਤ ਕੀਤੀ ਉਹਦੇ ਵਿੱਚ ਜਿਵੇਂ 200 ਦਾ ਗਰੁੱਪ ਜਾਣਾ ਸੀਗਾ ਉਹਦੇ ਵਿੱਚ ਉਹਨਾਂ ਨੇ ਡਿਬੇਟ ਕੀਤੀ ਹੈ ਕੱਲ ਹੀ ਜਿਹੜੇ ਜਥੇ ਭਰ ਕੇ ਜਾਣੇ ਸ਼ੁਰੂ ਹੋ ਗਏ ਸੀਗੇ ਸੋ ਜੋ ਤੋਮਰ ਕਹਿ ਰਿਹਾ ਕਿ ਦੇਖੋ ਜੀ ਇਹ ਤਾਂ ਬੇਤੁਕੀਆਂ ਸੰਸਦ ਹੈਗੀ ਆ ਦੇਖੋ ਬੇਤੁਕੀਆਂ ਤਾਂ ਤੁਸੀਂ ਮਾਰ ਰਹੇ ਹੋ ਤੇ ਜਿਹਦੇ ਵਿੱਚ ਵਾਅਦੇ ਕਰਕੇ ਤੁਸੀਂ ਵਫਾ ਨਹੀਂ ਕਰਦੇ ਸੋ ਕੋਈ ਡੈਮੋਕ੍ਰੇਸੀ ਨਾ ਦੀ ਕੋਈ ਚੀਜ਼ ਤੁਹਾਡੀ ਸੰਸਦ ਵਿੱਚ ਨਹੀਂ ਤੁਸੀਂ ਝੂਠ ਬੋਲ ਕੇ ਧੱਕੇ ਨਾਲ ਵੋਟਾਂ ਪਾਉਣੇ ਹੋ ਇੱਥੋਂ ਤੱਕ ਕਿ ਜਦੋਂ ਕਸ਼ਮੀਰ ਬਾਰੇ ਜਿਹੜੀ ਧਾਰਾ ਸੀ ਉਹਦੇ ਬਾਰੇ ਤੁਸੀਂ ਚੀਟਿੰਗ ਕੀਤੀ ਲੋਕਾਂ ਦੇ ਨਾਲ ਤੁਸੀਂ ਅੱਜ ਦਾ ਕਾਨੂੰਨ ਲਿਆਂਦੇ ਹੋ ਰਾਜ ਸਭਾ ਦੇ ਵਿੱਚ ਜਿਹੜਾ ਹੈਗਾ ਵਾ ਬੇਈਮਾਨੀ ਕੀਤੀ ਹੈ ਜਦ ਜੇ ਇੱਥੇ ਕੋਈ ਬੇਈਮਾਨੀ ਵਰਗੀ ਚੀਜ਼ ਦੇਖੀ ਨਹੀਂ ਰਹੀ ਹੈਗੀ ਇੱਥੇ ਤਾਂ
ਗਾਬੜਤਾ ਵਾਲੀ ਚੀਜ਼ ਦਿਖ ਰਹੀ ਹੈ। ਸੋ ਇਸ ਕਿਸਾਨਾਂ ਨੇ ਵੀ ਬਸ ਇਹ ਖਰੀਆਂ ਸੁਣਾਈਆਂ ਨੇ ਤੋਮਰ ਦੇ ਬਿਆਨ ਦੇ ਉੱਤੇ। ਜੀ। ਸੋ ਜਦੋਂ ਲੀਡਰਸ਼ਿਪ ਨਾ ਸਾਡੇ ਜਿਹੜੇ ਲੀਡਰ ਹੈ ਉਹ ਬੁਖਲਾ ਜਾਂਦੇ ਨੇ ਨਾ, ਫਿਰ ਬੁਖਲਾਹਟ ਵਿੱਚ ਉਹ ਇਦਾਂ ਹੀ ਕਰਦੇ ਹੈਗੇ ਨੇ। ਸੋ ਅੱਜ ਤੁਹਾਨੂੰ ਯਾਦ ਹੋਣਾ ਕਿ ਅੱਜ ਹੀ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਹੋਰ ਦਿੱਤਾ ਕਿ ਅੱਜ ਦੇ ਅਖਬਾਰਾਂ 'ਚ ਛਪਿਆ, ਕੱਲ ਦਿੱਤਾ ਸੀ ਵੀ ਭਾਰਤ ਜੋੜੋ ਦੀ ਨਾਂ ਦੀ ਜਿਹੜੇ ਮਿਸ਼ਨ ਦੀ ਅਗਵਾਈ ਕਰੋ, ਇਹਦੇ ਵਿੱਚ ਰਾਸ਼ਟਰ ਪ੍ਰਥਮ ਹਮੇਸ਼ ਪ੍ਰਥਮ ਨਾਂ ਦਾ ਮੰਤਰ ਹੈ। ਹੁਣ ਸਵਾਲ ਹੋਏਗਾ ਕਿ ਜਿਹੜੇ ਲੋਕ ਖੁਦ ਤੋੜਦੇ ਨੇ ਉਹ ਜੋੜਨ ਦਾ ਉਪਦੇਸ਼ ਦੇ ਰਹੇ ਨੇ, ਕਿਉਂਕਿ ਲੋਕ ਅੱਜ ਦੀ ਘੜੀ ਦੀ ਹਾਲਤ ਇਹ ਹੈਗੀ ਹੈ ਕਿ ਜਿਹੜੀਆਂ ਲੋਕਾਂ ਦੀਆਂ ਮੂਵਮੈਂਟਾਂ ਲੋਕਾਂ ਨੂੰ ਜੋੜ ਰਹੀਆਂ ਨੇ। ਕਿਸਾਨ ਅੰਦੋਲਨ ਚੱਲਿਆ, ਉਹਨੇ ਸਾਰੇ ਸੂਬਿਆਂ ਨੂੰ ਜੋੜਤਾ, ਸਭ ਧਰਮਾਂ ਨੂੰ ਜੋੜਤਾ। ਸੀਏ ਦਾ ਪ੍ਰੋਟੈਸਟ ਸੀਗਾ, ਉਹਨੇ ਲੋਕਾਂ ਨੂੰ ਜੋੜਤਾ। ਜਦ ਕਿ ਇਹਨਾਂ ਦਾ ਜ਼ੋਰ ਲੱਗਿਆ ਸੀ ਕਦੇ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਲਈ, ਕਦੇ ਇਹਨਾਂ ਨੇ ਮਾਓਵਾਦੀ ਕਹਿ ਕੇ, ਕਦੇ ਜੀ ਇਹ ਤਾਂ ਵੱਖਵਾਦੀ ਨੇ, ਫਲਾਣਾ ਢੀਂਗੜਾ। ਮਤਲਬ ਇੱਥੇ ਸਰਕਾਰਾਂ ਸਾਨੂੰ ਤੋੜਦੀਆਂ ਹੋਈਆਂ ਨਜ਼ਰ ਆਈਆਂ ਨੇ, ਜੋ ਕਿ ਇਹਨਾਂ ਦਾ ਕੰਮ ਹੈ। ਤੇ ਜਿਹੜੇ ਲੋਕਾਂ ਦੇ ਅੰਦੋਲਨ ਹੈ, ਜਿਨ੍ਹਾਂ ਨੂੰ ਇਹ ਕਹਿੰਦੇ ਸੀ ਕਿ ਅਗਰੈਸਿਵ ਨੇ ਫਲਾਣਾ, ਉਹ ਜੋੜਦੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ। ਤੇ ਅੰਦਰ ਦੀ ਗੱਲ ਕਰੀਏ, ਲੱਗਦਾ ਕੁਛ ਜਿਵੇਂ ਅੱਜ ਰਾਹੁਲ ਗਾਂਧੀ ਟਰੈਕਟਰ ਲੈ ਕੇ ਜਾ ਵੜਿਆ, ਠੀਕ ਹੈ ਜੀ, ਉੱਥੇ ਫੱਟੀਆਂ ਫੜ ਕੇ ਸੁਖਬੀਰ ਬਾਦਲ ਜੀ ਖੜੇ, ਪਿੱਛੇ ਆਵਾਜ਼ ਆ ਰਹੀ ਸੀ ਬੀਬਾ ਹਰਸਿਮਰਤ ਕੌਰ ਬਾਦਲ ਦੀ, ਉਹ ਬੜੇ ਨਾਅਰੇ ਲਾ ਰਹੇ ਸੀ, ਹੈ ਜੀ। ਤੇ ਕਿਉਂਕਿ ਇਹਨਾਂ ਦੋਹਾਂ ਦਾ ਹੀ ਜ਼ਿਆਦਾ, ਹੋਰ ਆਪਾਂ ਗੱਲ ਕਰੀਏ ਬਹੁਤੇ ਕੋਈ ਦਿਸ ਨਹੀਂ ਰਹੇ। ਵਿਰੋਧੀ ਧਿਰ ਜ਼ਰੂਰ ਮੈਂ ਕਹਿ ਸਕਦਾ ਕਿ ਥੋੜ੍ਹੀ ਬਹੁਤ ਨਜ਼ਰ ਆਈ ਖੜਕਦੀ। ਇਹਦੇ ਵਿੱਚ ਆਇਆ ਨਾ, ਕਿਸਾਨਾਂ ਨੇ ਇਹ ਸੰਸਦ ਦੇ ਲਈ ਕਾਲ ਦਿੱਤੀ ਸੀ ਵਿਰੋਧੀ ਪਾਰਟੀਆਂ ਨੂੰ ਵੀ ਕਿ ਭਾਈ ਤੁਸੀਂ ਵੀ ਸਾਡੇ ਮੁੱਦੇ ਚੱਕਣੇ ਆ, ਜੇ ਤੁਸੀਂ ਸਾਡੇ ਮੁੱਦੇ ਨਾ ਚੱਕੇ ਫਿਰ ਤੁਹਾਡਾ ਵੀ ਹਾਲ ਅਸੀਂ ਬੀਜੇਪੀ ਵਾਲਾ ਹੀ ਕਰਾਂਗੇ। ਤੇ ਮੇਨ ਤਾਂ ਇਹ ਸੀਗਾ ਵੀ ਸੰਸਦ ਦੇ ਅੰਦਰ ਤੁਸੀਂ ਮੁੱਦੇ ਚੱਕੋ ਤੇ ਬਾਹਰ ਅਸੀਂ ਆਪਣਾ ਕੰਮ ਕਰਾਂਗੇ। ਬਿਲਕੁਲ। ਤੇ ਉਹ ਅਸਲ ਦਿਖਿਆ ਵੀ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਵੀ ਮੁੱਦੇ ਚੱਕੇ, ਜੇ ਬਾਈਕਾਟ ਕਰਨਾ ਪਿਆ ਬਾਈਕਾਟ ਵੀ ਕੀਤਾ। ਇਹ ਅਸਲ ਵਿੱਚ ਨਾ ਇਹ ਵੀ ਜਿਹੜਾ ਕੁਝ ਕਰਨ ਲੱਗੇ ਨੇ ਨਾ ਵਿਰੋਧੀ ਪਾਰਟੀਆਂ, ਦੇਖੋ ਭਾਵੇਂ ਕਿ ਸਵਾਰਥ ਹੁੰਦਾ ਹੀ ਆ, ਸਾਨੂੰ ਪਤਾ ਵੀ ਉਹਦੇ ਵਿੱਚ ਪੋਲੀਟਿਕਸ ਵੀ ਹੁੰਦੀ ਹੈ, ਹੋਣੀ ਹੈ। ਜਿਹੜੀ ਪੋਲੀਟੀਕਲ ਪਾਰਟੀਆਂ ਜੇ ਸਿਆਸਤ ਨਹੀਂ ਕਰਨਗੀਆਂ, ਉਹ ਨਾਮ ਥੋੜਾ ਜਪਣਗੀਆਂ ਤੇ ਉਹ ਕਰਨਗੀਆਂ। ਪਰ ਇਹ ਜਿਹੜਾ ਕੰਮ ਕਰ ਰਹੀਆਂ ਨੇ, ਇੱਕ ਤਾਂ ਪੋਜ਼ਿਟਿਵ ਹੋ ਰਿਹਾ ਹੈ, ਦੂਜੀ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਕਰਕੇ ਹੋ ਰਿਹਾ। ਇਹ ਨਹੀਂ ਕਿ ਇਹ ਸੱਚੀ ਮੁੱਚੀ ਕਿਸਾਨ ਪੱਖੀ ਨੇ ਸਾਰੇ, ਜਾਂ ਇਹਨਾਂ ਦੇ ਜਿਹੜਾ ਏਜੰਡਾ ਕੋਈ ਇਸ ਤਰ੍ਹਾਂ ਦਾ ਨਹੀਂ। ਲੇਕਿਨ ਇਹ ਕਿਸਾਨ ਅੰਦੋਲਨ ਦਾ ਜਿਹੜਾ ਵਿਆਪਕ ਅਸਰ ਆ, ਜਿਹਨੂੰ ਗੋਦੀ ਮੀਡੀਆ ਇਹ ਪ੍ਰਚਾਰ ਰਿਹਾ ਸੀ ਅੰਦੋਲਨ ਤਾਂ ਜੀ ਖਤਮ ਹੋ ਗਿਆ, ਇਹਦੇ ਪੱਲੇ ਨਹੀਂ ਕੁਛ ਰਿਹਾ, ਉਹ ਸੱਚ ਹੁਣ ਪਤਾ ਲੱਗ ਰਿਹਾ ਵੀ ਭਾਈ ਅੰਦੋਲਨ ਵਿੱਚ ਹੈ ਕੀ ਹੈ, ਹੁਣ ਕਿੰਨੀ ਜਾਨ ਹੈ ਜੀ। ਸੋ ਤੁਹਾਨੂੰ ਕੀ ਲੱਗਦਾ ਕਿੰਨੀ ਕੀ ਜਾਨ ਹੈ? ਜਿਵੇਂ ਕਿਹਾ ਜਾਂਦਾ ਕਿ ਮੀਡੀਆ ਜਿਹੜਾ ਹੈਗਾ ਉਹ ਤਾਂ ਕਹਿੰਦਾ ਜੀ ਅੰਦੋਲਨ ਦੀ ਫੂਕ ਨਿਕਲ ਗਈ। ਅਸਲ ਦੇ ਵਿੱਚ ਉਹ ਤਾਂ ਮੀਡੀਆ ਤਾਂ ਕਹਿ ਹੀ ਰਿਹਾ, ਪਰ ਤੁਸੀਂ ਦੇਖੋ ਨਾ, ਜਿਹੜਾ ਮੀਡੀਆ ਕਹਿ ਰਿਹਾ ਵੀ ਅੰਦੋਲਨ ਦੀ ਫੂਕ ਨਿਕਲ ਗਈ ਹੈ, ਉਹੀ ਮੀਡੀਆ ਅਸਲ ਵਿੱਚ ਹੁਣ ਜਿਹਨੂੰ ਕਹਿੰਦੇ ਨੇ ਕਿ ਇਹਨੂੰ ਦਿਖਾ ਰਿਹਾ ਵੀ ਦੇਖੋ ਜੀ ਕਿਸਾਨ ਪ੍ਰੋਟੈਸਟ ਕਰਦੇ ਨੇ, ਕਿਸਾਨ ਜੀ ਆਪਣੀ ਸੰਸਦ ਮਾਰਚ ਕਰਨ ਲੱਗੇ ਨੇ। ਚਾਹੇ ਹੁਣ ਨੈਗੇਟਿਵ ਹੀ ਦਿਖਾਵੇ ਉਹ ਬੰਦੇ, ਦਿਖਾਉਣਾ ਤਾਂ ਪੈ ਰਿਹਾ ਨਾ ਵੀ ਆਹ ਕੰਮ ਹੋ ਰਿਹਾ ਹੈਗਾ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹੈਗੇ ਆ ਵੀ ਇਹ ਅੰਦੋਲਨ ਦਾ ਇੱਕ ਮਜ਼ਬੂਤ ਆਧਾਰ ਹੈ, ਮਜ਼ਬੂਤ ਖਾਸਾ ਹੈਗਾ, ਜਿਹਨੇ ਕਿ ਉਹ ਮੀਡੀਆ ਨੂੰ ਵੀ ਮਜਬੂਰ ਕਰਤਾ ਦਿਖਾਉਣ ਲਈ, ਜਿਹੜਾ ਹਾਲੇ 2 ਦਿਨ ਪਹਿਲਾਂ ਹੀ ਪ੍ਰਚਾਰ ਕਰਦਾ ਸੀ ਕਿ ਅੰਦੋਲਨ ਤਾਂ ਖਤਮ ਹੋ ਗਿਆ ਜੀ। ਸੋ ਬਿਲਕੁਲ ਅੰਦੋਲਨ ਤਾਂ ਮੈਨੂੰ ਨਹੀਂ ਲੱਗਦਾ ਵੀ ਨੇੜੇ ਤੇੜੇ ਖਤਮ ਹੋਊਗਾ, ਪਰ ਅੰਦੋਲਨ ਨੂੰ ਜੇਕਰ ਗੱਲ ਕਰੀਏ ਰੁਲਦੂ ਸਿੰਘ ਦੇ ਬਿਆਨ ਨੂੰ, ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕਈ ਜਿਹੜੇ ਨੇ ਨਾ ਇਹਦੇ ਵਿੱਚ ਇੱਕ ਏਜੰਡੇ ਚੱਲ ਰਹੇ ਨੇ। ਵੀਰੋ ਗੁੱਸਾ ਨਾ ਕਰਨ, ਜਿਨ੍ਹਾਂ ਨੂੰ ਲੱਗਦਾ ਕਿ ਉੱਥੇ ਆਪਾਂ ਜਿਵੇਂ ਵਾਰੀ ਕਹਿੰਦੇ ਨੇ ਕਿ ਜਿਹੜੀਆਂ ਦੇਖੋ ਹੁਣ ਉੱਥੇ ਗਏ ਆਪਣਾ ਕਿਸਾਨ ਪਹਿਲੇ ਦਿਨ ਜਾਂਦੇ ਨੇ, ਉੱਥੇ ਇੱਕ ਯੂਟਿਊਬਰ ਦੇ ਤੇ ਉਹ ਪਹਿਲਾਂ ਹੀ ਕਰਨ ਲੱਗ ਪਿਆ ਇਹ ਹੈ ਉਹ ਹੈ, ਦੋਨੇ ਹੀ ਵੈਸੇ ਇੱਕੋ ਜਿਹੀਆਂ ਸੀ। ਉਹ ਜਿਹੜੀ ਕੁੜੀ ਵੀ ਬੋਲ ਰਹੀ ਸੀਗੀ ਉਹਦਾ ਵੀ ਮਾਈਕ ਫਲੈਗ ਹੈ ਨਹੀਂ ਸੀਗਾ ਕਿਹੜੇ ਚੈਨਲ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਉਹ ਇੱਕ ਪੱਖ ਕਰ ਰਹੀ ਸੀ, ਮੁੰਡਾ ਦੂਜਾ ਆਪਸ ਵਿੱਚ ਤੂੰ ਮੈਂ ਹੋਈ, ਲੜਾਈ ਹੋਈ, ਬੜਾ ਕੁਛ ਉੱਤੇ ਹੋਇਆ। ਫਿਰ ਉਸ ਤੋਂ ਬਾਅਦ ਰੁਲਦੂ ਸਿੰਘ ਦਾ ਬਿਆਨ ਆਉਂਦਾ ਹੈ, ਜਿਹੜਾ ਰੁਲਦੂ ਸਿੰਘ ਦੇ ਬਿਆਨ ਤੋਂ ਬਾਅਦ ਇੱਕ ਸੈਕਸ਼ਨ ਆਫ ਯੂਟਿਊਬਰਸ ਬੜੇ ਐਕਟਿਵ ਹੋ ਜਾਂਦੇ ਨੇ। ਠੀਕ ਹੈ ਜੀ। ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਿਹੜੇ ਕਾਮਰੇਡੀ ਸਿੱਧ ਕਰਨ ਤੇ ਲੱਗੇ ਪਏ ਸੀ ਨਾ ਇਸ ਅੰਦੋਲਨ ਨੂੰ, ਉਹ ਵੀ ਇੱਕ ਬਹੁਤ ਵੱਡਾ ਸੈਕਸ਼ਨ ਹੋ ਗਿਆ। ਤੇ ਫਿਰ ਕੋਹੀ ਕਾਕਸ ਜਿਹੜਾ ਹੈਗਾ ਉਹ ਐਕਟਿਵ ਹੋ ਜਾਂਦਾ ਹੈ। ਦੇਖੋ ਇਹਦੇ ਵਿੱਚ ਆਇਆ ਕਿ ਮੇਰਾ ਇਹ ਮੰਨਣਾ ਹੈਗਾ ਇਹਦੇ ਵਿੱਚ ਕਿ ਪਹਿਲੀ ਗੱਲ ਹੈ ਕਿ ਜਿਹੜੀਆਂ ਰੁਲਦੂ ਸਿੰਘ ਨੇ ਗੱਲਾਂ ਆਖੀਆਂ ਨੇ ਵੀ ਉਸ ਵੇਲੇ ਦੀ ਟਾਈਮ ਦੀ ਗੱਲ ਕੀਤੀ ਹੈ, ਕੋਈ ਨਵੀਂ ਗੱਲ ਤਾਂ ਹੈ ਨਹੀਂ, ਉਹ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਹੈਗੀਆਂ ਨੇ।
ਤੇ ਮਸਲਾ ਸਿਰਫ ਇੰਨਾ ਕਿ ਵੀ ਮੈਨੂੰ ਲੱਗਦਾ ਕਿ ਰੁਲਦੂ ਸਿੰਘ, ਕਿਉਂਕਿ ਸਾਰੇ ਕੋਈ ਵੀ ਕਿਸਾਨ ਲੀਡਰ ਹੈ ਨਾ, ਜਦੋਂ ਆਪਾਂ ਲੰਮੀ ਲੜਾਈ ਲੜਦੇ ਥੋੜਾ ਜਿਹਾ ਸੰਕੋਚ ਕਰ ਲਿਆ ਜਾਵੇ, ਹੈ ਨਾ। ਹਾਂ, ਚੰਗੀ ਗੱਲ ਹੈ। ਕਿਉਂਕਿ ਹੁਣ ਸਾਡਾ ਮਤਲਬ ਅਸੀਂ ਉਸ ਪਲੇਟਫਾਰਮ ਤੇ ਨਹੀਂ ਲੜ ਰਹੇ ਹੈਗੇ ਵੀ ਜਿਹੜੇ ਪਲੇਟਫਾਰਮ ਵੀ ਉਹ ਵੀ ਇੱਕ ਪਲੇਟਫਾਰਮ ਹੈਗਾ ਲੜਾਈ ਦਾ, ਵਿਚਾਰਧਾਰਕ ਲੜਾਈ ਦਾ। ਪਰ ਇੱਕ ਲੜਾਈ ਕਿਸਾਨ ਅੰਦੋਲਨ ਦੀ, ਤੇ ਹਰ ਤਰ੍ਹਾਂ ਦੇ ਲੋਕ ਆਏ ਹੋਏ ਨੇ, ਮਤਲਬ ਉੱਥੇ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਇਹਦੇ ਤੋਂ ਸੰਕੋਚ ਹੀ ਕੀਤਾ ਜਾਵੇ ਇਸ ਤਰ੍ਹਾਂ ਦੀ ਗੱਲਬਾਤ ਤੋਂ। ਦੂਜੀ ਚੀਜ਼ ਹੈ, ਇਹ ਕੋਈ ਐਡਾ ਵੀ ਇਸ਼ੂ ਨਹੀਂ ਹੈਗਾ ਵੀ ਉਹਨੇ ਉਹ ਕਹਿ ਦਿੱਤਾ। ਹੁਣ ਜਿਵੇਂ ਬੰਦੇ ਕਹਿੰਦੇ ਨੇ ਜੀ ਸਿੱਖ ਸ਼ਹੀਦਾਂ ਬਾਰੇ ਕਹਿ ਦਿੱਤਾ ਫਲਾਨਾ, ਉਹ ਸਾਨੂੰ ਵੀ ਉਸ ਜਿਹੜਾ ਸਿੱਖ ਸ਼ਹੀਦਾਂ ਦੀ ਗੱਲ ਹੋ ਰਹੀ ਹੈ, ਉਹ ਹੋ ਰਹੀ ਹੈ ਵੀ ਪੰਜਾਬ ਪ੍ਰੋਬਲਮ ਦੇ ਵੇਲੇ ਇੱਕ ਪਾਸੇ ਇੱਕ ਲੋਕਾਂ ਨੂੰ ਤਾਂ ਲਈ ਉਹ ਸ਼ਹੀਦ ਹੈਗੇ ਸੀਗੇ ਬੰਦੇ, ਦੂਜਾ ਪੱਖ ਸੀ ਜਿਹੜਾ ਕਿ ਉਹਨੂੰ ਸ਼ਹੀਦ ਨਹੀਂ ਮੰਨਦਾ, ਉਹਨਾਂ ਦਾ ਵਿਚਾਰਧਾਰਕ ਮਤਭੇਦ ਹੈਗੇ ਨੇ। ਤੇ ਇਸ ਕਰਕੇ ਕੋਈ ਏਡਾ ਵੱਡਾ ਇਸ਼ੂ ਨਹੀਂ ਇਹਦੇ ਬਾਰੇ। ਜੇ ਤੁਸੀਂ ਇਹਨਾਂ ਦੀ ਬਹਿਸਾਂ ਪੜ੍ਹੋ, ਇਹਨਾਂ ਦੇ ਪਰਚਿਆਂ ਦੇ ਵਿੱਚ, ਜਾਂ ਜਿਹੜੇ ਦੋਵਾਂ ਧਿਰਾਂ ਦੀਆਂ ਆਪਸੀ ਬਹਿਸਾਂ ਹੋਈਆਂ ਨੇ ਦੋਵਾਂ ਧਿਰਾਂ ਦੇ ਪਰਚਿਆਂ ਦੇ ਵਿੱਚ, ਉਹ ਇਦੋਂ ਵੀ ਬਹੁਤ ਤਿੱਖੀਆਂ ਬਹਿਸਾਂ ਹੈਗੀਆਂ ਨੇ ਮਤਲਬ। ਤੇ ਇਹ ਪਰ ਇੱਕ ਸਿਆਣਪ ਹੈ ਕਿ ਆ 5-7 ਸਾਲ ਤੋਂ ਇੱਕ ਮਾਹੌਲ ਬਣਿਆ ਸੀ ਜਿਹਦੇ ਵਿੱਚ ਦੋਵੇਂ ਧਿਰਾਂ ਨੇ, ਜਿਹਨੂੰ ਇੱਕ ਪਾਸੇ ਜਿਹੜੇ ਕਿ ਚਾਹੁੰਦੇ ਨੇ ਕਿ ਅਸੀਂ ਕੋਈ ਵੱਖਰੀ ਸਟੇਟ ਭਾਲਦੇ ਹਾਂ, ਉਹ ਦੂਜੇ ਜਾਂ ਜਿਹੜੇ ਪ੍ਰੋਗਰੈਸਿਵ ਜਾਂ ਲਾਣਾ ਜਾਂ ਲੈਫਟਿਸਟ ਲਾਣਾ, ਉਹ ਇਹਨਾਂ ਦੇ ਵਿੱਚ ਅੰਡਰਸਟੈਂਡਿੰਗ ਵੀ ਇੱਕ ਤਰ੍ਹਾਂ ਦੀ ਸਾਨੂੰ ਦਿਖਾਈ ਦਿੱਤੀ ਹੈ। ਸੋ ਮੈਨੂੰ ਲੱਗਦਾ ਵੀ ਇਸ ਕਰਕੇ ਨਾ ਉਹ ਤਾਂ ਇੱਕ ਵਿਚਾਰਧਾਰਕ ਚੀਜ਼ਾਂ ਹੈਗੀਆਂ ਨੇ। ਪਰ ਰੁਲਦੂ ਸਿੰਘ ਦੇ ਬਿਆਨ 'ਚ ਮੈਨੂੰ ਆਈ ਪ੍ਰੋਬਲਮ ਲੱਗੀ ਕਿ ਠੀਕ ਹੈ ਕਿ ਤੁਹਾਨੂੰ ਮਤਲਬ ਕਈ ਵਾਰ ਤੁਹਾਡੀ ਜ਼ਬਾਨ ਚੋਂ ਨਿਕਲ ਜਾਂਦਾ ਇਹ ਗੱਲਾਂ ਵੀ ਉਹ, ਕਿਉਂਕਿ ਤੁਹਾਡੇ ਮਨ 'ਚ ਤਾਂ ਪਈਆਂ ਹੀ ਨੇ ਨਾ ਉਹ ਵਿਚਾਰਧਾਰਕ ਤੌਰ ਤੇ ਤੁਹਾਡੀ ਅੰਡਰਸਟੈਂਡਿੰਗ ਹੈਗੀ ਆ। ਪਰ ਜਿਹੜੀ ਸਟੇਜ ਆ, ਉਹ ਸਟੇਜ ਜ਼ਰੂਰ ਦੇਖਣੀ ਬਣਦੀ ਹੈ ਵੀ ਚਲੋ ਇੱਥੇ ਗੱਲ ਨਾ ਕੀਤੀ ਜਾਵੇ। ਬੜੇ ਸੰਕੋਚ ਬੜਾ ਸੋਚ ਕੇ ਕਰਨਾ ਪੈਂਦਾ ਹਰ ਜਗ੍ਹਾ। ਪਰ ਉਹਦੇ ਵਿੱਚ ਕੋਈ ਏਡੀ ਵੀ ਮੈਨੂੰ ਵੱਡੀ ਗੱਲ ਨਹੀਂ, ਜਿਵੇਂ ਸੋਸ਼ਲ ਮੀਡੀਆ ਦੇ ਟੂਲ ਦਿੱਤਾ ਗਿਆ, ਜਿਵੇਂ ਗਾਲੀ ਗਲੋਚ ਕੀਤੀ ਗਈ, ਮਤਲਬ ਵੀ ਐਂ ਲੱਗਿਆ ਕਿ ਜਿਵੇਂ ਨਾ ਮੈਂ ਜਦੋਂ ਦੇਖ ਰਿਹਾ ਸੀ ਐਂ ਲੱਗਿਆ ਕਿ ਜਿਵੇਂ ਰੁਲਦੂ ਸਿੰਘ ਨੇ ਕਿਸੇ ਸਿੱਖ ਗੁਰੂ ਸਾਹਿਬਾਨ ਬਾਰੇ ਕੋਈ ਗਲਤ ਗੱਲ ਕਹਿ ਦਿੱਤੀ ਹੋਵੇ। ਬਿਲਕੁਲ, ਇਹ ਨਾ ਇੱਕ ਬੜੀ ਤਕੜੀ ਚੀਜ਼ ਹੈ। ਦੇਖੋ ਹੁਣ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤਾਂ ਆਪਾਂ ਕਹਿੰਦੇ ਹੁੰਦੇ ਸੀ ਮੀਡੀਆ ਟਰਾਇਲ, ਹੁਣ ਸੋਸ਼ਲ ਮੀਡੀਆ ਟਰਾਇਲ ਵੀ ਹੋਣ ਲੱਗਾ। ਕੋਈ ਵੇਖਦਾ ਨਹੀਂ। ਮੈਂ ਇੱਕ ਨਾ ਸਟੇਟਸ ਪਾਇਆ, ਉਹ ਸਟੇਟਸ ਬੜਾ ਕਲੀਅਰ ਸੀ, ਪਰ ਕਈ ਲੋਕਾਂ ਨੂੰ, ਮੈਨੂੰ ਨਹੀਂ ਸਮਝ ਆਈ ਵੀ ਉਹ ਲੋਕਾਂ ਨੂੰ ਕੀ ਸਮਝ ਆਈ ਕੀ ਨਹੀਂ ਆਈ ਜੀ। ਤੁਸੀਂ, ਮੈਂ ਕਿਹਾ ਯਾਰ ਪੜ੍ਹ ਤਾਂ ਲਓ ਵੀ ਲਿਖਿਆ ਕੀ ਹੈ, 2 ਵਾਰੀ ਪੜ੍ਹ ਲਓ, ਨਹੀਂ ਸਮਝ ਆਉਂਦੀ 4 ਅੱਖਰ ਪੜ੍ਹ ਕੇ ਰਿਐਕਟ ਕਰਦੇ ਨੇ। ਫਿਰ ਜਿਹੜੇ ਬੰਦੇ ਨੂੰ ਬੋਲਣ ਦੀ ਅਕਲ ਨਹੀਂ, ਹੋਰ ਨਹੀਂ ਕਿਸੇ ਨੂੰ, ਮੈਂ ਲਿਖਤਾ ਇੱਥੇ ਇੱਕ ਬੜੀ ਸਿੰਪਲ ਜੀ ਗੱਲ ਕਿ ਭਾਈ ਜਿਹੜੇ 60,000 ਰੁਪਏ ਤੋਂ ਵੱਧ ਠੇਕੇ ਤੇ ਜ਼ਮੀਨ ਲੈਂਦੇ, ਉਹ ਹਿਸਾਬ ਕਿਤਾਬ ਦੱਸੋ ਵੀ ਕਿਵੇਂ ਬੱਚਤ ਕਰਦੇ ਆ, ਤੇ ਹੋਰਾਂ ਨੂੰ ਵੀ ਹੋ ਜੇ। ਇਹ ਕਹਿੰਦਾ ਤੇਰੀ ਢਿੱਡ ਪੀੜ ਹੁੰਦੀ ਹੈ ਇਹਦੇ 'ਚ, ਮੈਂ ਲੈ ਦੱਸ। ਇਹ ਕਹਿੰਦਾ ਤੂੰ ਕੀ ਲੈਣਾ ਇਸ ਚੀਜ਼ ਤੋਂ। ਕਹਿਣ ਤੋਂ ਭਾਵ ਕਿ ਸੁੱਤੀ, ਜਿਵੇਂ ਸੁੱਤਿਆ ਪਿਆ ਬੰਦਾ ਬਸ ਜੋ, ਕਿਉਂਕਿ ਅੱਗੇ ਕਿਹੜਾ ਜੇ ਇੱਕ ਮੂੰਹ ਤੇ ਗਾਲ ਕੱਢਣੀ ਹੋਵੇ ਤਾਂ ਪਤਾ ਵੀ ਅੱਗੇ ਲਪੇੜਾ ਪਊਗਾ। ਠੀਕ ਹੈ। ਹੁਣ ਬੇਅੰਤ ਕੌਰ ਨੇ ਬੜੀ ਸੱਚੀ ਜੀ ਗੱਲ ਕਹਿਤੀ, ਮੋਗੇ ਵਾਲੀ ਕੁੜੀ ਨੇ, ਤਾਂ ਲੋਕ ਉਹਦੇ ਮਗਰ ਪੈ ਗਏ। ਸਹੀ ਠੀਕ ਹੈ। ਹੁਣ ਚੀਜ਼ਾਂ ਤਾਂ ਹਰ ਚੀਜ਼ ਦੀਆਂ ਨਾ, ਕਿਉਂਕਿ ਹੁਣ ਸੋਸ਼ਲ ਮੀਡੀਆ ਟਰਾਇਲ ਹੋਣ ਲੱਗ ਪਿਆ। ਇਹ ਵੀ ਇੱਕ ਬਹੁਤ ਵੱਡਾ ਖਤਰਨਾਕ ਜਿਹੜਾ ਟ੍ਰੈਂਡ ਚੱਲ ਪਿਆ ਵੀ ਤੁਸੀਂ ਜਿਹਨੂੰ ਜੀ ਕਰਦਾ, ਤੁਸੀਂ 4 ਅੱਖਰ ਸੁਣੇ ਕਿ ਨਾ ਸੁਣੇ, ਤੁਸੀਂ ਉਹਦੇ ਖਿਲਾਫ ਬੋਲਣਾ ਸ਼ੁਰੂ ਕਰਤਾ। ਇਹਦੇ ਵਿੱਚ ਨਾ ਆਏ ਆ ਵੀ ਦੇਖੋ ਇਹ ਬੜਾ ਨਾ ਖਤਰਨਾਕ ਰੁਝਾਨ ਹੈ। ਜਿਵੇਂ ਸੋਸ਼ਲ ਮੀਡੀਆ ਟਰਾਇਲ, ਤੁਹਾਡਾ ਸ਼ਬਦ ਬਿਲਕੁਲ ਸਹੀ ਹੈ। ਇਹ ਆਪਣਾ ਇੱਕ ਦੁਸ਼ਮਣ ਚੁਣਦੇ ਨੇ, ਦੁਸ਼ਮਣ ਚੁਣਨ ਤੋਂ ਬਾਅਦ ਨਾ ਫਿਰ ਉਹਦੇ ਤੇ ਲਗਾਤਾਰ ਵਾਰ ਕਰਨੇ ਸ਼ੁਰੂ ਕਰਦੇ ਹੈਗੇ ਨੇ। ਸੋ ਇਹ ਕਈਆਂ ਦਾ ਹੋਇਆ, ਮੇਰੇ ਨਾਲ ਵੀ ਬਥੇਰੀ ਵਾਰ ਹੋਇਆ। ਪਰ ਹੁਣ ਮੈਂ ਪਹਿਲਾਂ ਤਾਂ ਮੈਂ ਮਤਲਬ ਉਹਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ। ਹੁਣ ਮੈਂ ਦੇਖ ਲਿਆ ਕਿ ਮੇਰੇ ਕੁਝ ਮਿੱਤਰਾਂ ਨੇ ਕਿਹਾ ਵੀ ਇਹਨਾਂ ਦਾ ਜਵਾਬ ਦੇ ਕੇ ਤੁਸੀਂ ਆਪਣਾ ਬੇਸ਼ਕੀਮਤੀ ਟਾਈਮ ਖਰਾਬ ਕਰੋਗੇ। ਮੈਂ ਫਿਰ ਅੱਜ ਕੱਲ੍ਹ ਤਾਂ ਭਿਰਤ ਪਾ ਲਈ ਆ। ਪਿਛਲੀਆਂ ਵੀ ਕੁਝ ਮੇਰੀਆਂ ਕੁਝ ਰਚਨਾਵਾਂ ਨੂੰ ਲੈ ਕੇ ਇਹਨਾਂ ਨੇ ਕੁਝ ਇਸ ਤਰ੍ਹਾਂ ਦੇ ਫੋਰਸਿਸ ਨੇ ਹਮਲੇ ਕੀਤੇ, ਪਰ ਮੇਰੀ ਕੋਸ਼ਿਸ਼ ਹੁੰਦੀ ਵੀ ਇਹਨਾਂ ਨੂੰ ਜੇ ਤਾਂ ਕੋਈ ਥੋੜਾ ਜਿਹਾ ਸਿੰਸੀਅਰ ਜਵਾਬ ਦੇਵੋ, ਨਹੀਂ ਜਵਾਬ ਨਾ ਦੇਵੋ। ਜੀ ਕਾਲ ਲੈ ਲਈਏ ਜੀ। ਤੁਸੀਂ ਓਵਰਸੀਜ਼ ਕਾਲ ਹੈ ਜੀ ਪਹਿਲਾਂ। धोनी भारतीय क्रिकेट टीम के ਜੀ ਆਉਣੇ ਰਹੋ ਜੀ 92-164 ਤੇ। ਹੈਲੋ ਵੀਰ ਜੀ, ਆਉਣੇ ਰਹੋ। ਹਾਂਜੀ ਧੰਨਵਾਦ ਸਾਹਿਬ, ਆਵਾਜ਼ ਨਹੀਂ ਆਉਂਦੀ। ਆ ਗਈ ਜੀ, ਆ ਗਈ। ਹਾਂਜੀ, ਮੈਂ ਕਿਹਾ ਲਖਵਿੰਦਰ ਬੋਲਦਾ। ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਾਂ ਧੰਨਵਾਦ ਸਾਹਿਬ। ਮੈਂ ਉਹ ਸੁਣੀ ਹੈ ਆਪਣੇ ਜਿਹੜੀ ਰੁਲਦੂ ਸਿੰਘ ਦੀ ਸਪੀਚ ਆ। ਵੈਸੇ ਦੇਖੋ ਇਹ ਅੰਦੋਲਨ ਹੈਗਾ ਆਪਣੇ ਸਾਰਿਆਂ ਦਾ ਸਾਂਝਾ, ਗਰਮ ਤਲੀਆਂ ਦਾ, ਨਰਮ ਤਲੀਆਂ ਦਾ ਵੀ, ਕਿਸਾਨਾਂ ਦੇ ਵਿੱਚ ਸਾਰੀ ਤਰ੍ਹਾਂ ਦੇ ਲੋਕ ਜੀ। ਇਹਨੂੰ ਸਟੇਜ ਨੂੰ ਵਾਕਿਆ ਹੀ ਸਹੀ ਗੱਲ, ਏਦਾਂ ਦਾ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਜਿੱਦਾਂ ਰੁਲਦੂ ਸਿੰਘ ਨੇ ਕੋਈ ਗੱਲ ਕਹੀ
ਉਹਦੀ ਵੀ ਗੱਲ ਗਲਤ ਸੀਗੀ। ਤੇ ਬਾਕੀ ਇਹਨੂੰ ਇੰਨਾ ਹਵਾ ਵੀ ਨਹੀਂ ਦੇਣੀ ਚਾਹੀਦੀ। ਪਰ ਸਾਰੇ ਚਲੋ ਤੁਸੀਂ ਤਾਂ ਇਹਨਾਂ ਨੂੰ ਮਿਲਦੇ ਆ, ਇਹਨਾਂ ਨੂੰ ਇੰਨਾ ਕੋ ਕਿਹਾ ਬੰਦੇ ਦਾ ਪੁੱਤ ਬਣ ਕੇ ਨਾ ਅੰਦੋਲਨ ਦੇ ਸਾਰੇ ਮਤਲਬ ਨਿਗਾਹ ਜਿਹੜੀ ਵੀ ਇੱਕ ਥਾਂ ਤੇ ਕੇਂਦਰਿਤ ਕਰਕੇ ਰੱਖੋ, ਇਹਨੂੰ ਆਸੇ ਪਾਸੇ ਨੂੰ ਨਾ ਫੈਲਾਓ ਜੀ। ਕਿਉਂਕਿ ਜਦੋਂ ਆਪਾਂ ਦੂਜੇ ਤੀਜੀਆਂ ਗੱਲਾਂ ਪਏ ਉਹ ਵਾਕਈ ਕਈਆਂ ਲੋਕਾਂ ਨੂੰ ਉਹ ਗੱਲ ਚੁੱਭਦੀ ਹੋਵੇ, ਉਹਦਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਆ। ਤੇ ਰੁਲਦੂ ਸਿੰਘ ਸਿਆਣਾ ਬੰਦਾ ਆ, ਉਹਨੂੰ ਏਦਾਂ ਦੀ ਗੱਲ ਵੈਸੇ ਨਹੀਂ ਸੀ ਕਰਨੀ ਚਾਹੀਦੀ। ਜੇ ਹੁਣ ਕਰ ਹੀ ਦਿੱਤੀ ਹੈ ਤਾਂ ਹੁਣ ਬਾਕੀ ਦੂਜੀਆਂ ਧਿਰਾਂ ਨੂੰ ਇਹਦੇ ਤੇ ਮਤਲਬ ਥੋੜਾ ਜਿਹਾ ਕੰਟਰੋਲ ਰੱਖਣਾ ਚਾਹੀਦਾ ਆ। ਕਿਉਂਕਿ ਸਾਰੀਆਂ ਧਿਰਾਂ ਦਾ ਸਾਂਝਾ ਆ ਇਹਦੇ ਚ, ਨਰਮ ਗਰਮ ਅਕਾਲੀ ਸਾਰੇ ਕਿਸਾਨ ਤਾਂ ਹਰ ਇੱਕ ਪਾਰਟੀ ਨਾਲ ਸੰਬੰਧਿਤ ਆ। ਜੀ 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 ਹਾਂਜੀ। ਤੇ ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਜੀ। ਤੁਸੀਂ ਆਪਣੇ ਵਿਚਾਰ ਦੇਣ ਦੇ ਲਈ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਦਿਓ, ਆਪਣੇ ਕੋਲ ਸਮਾਂ ਹੈ, ਆਪਾਂ ਗੱਲਬਾਤ ਕਰ ਸਕਦੇ ਹਾਂ। ਅੱਗੇ ਗੱਲਬਾਤ ਨੂੰ ਲੈ ਕੇ ਚੱਲੀਏ ਜੀ। ਥੋੜ੍ਹਾ ਜਿਹਾ ਸਭ ਤੋਂ ਬੜੀ ਅਹਿਮ ਖਬਰ ਆ ਰਹੀ ਹੈ। ਇਹ ਕਿਉਂ ਹੁੰਦਾ ਹੈ ਕਿ ਜਾਂ ਤਾਂ ਸਾਡੇ ਸਿੱਖ ਲੀਡਰਸ਼ਿਪ ਦੇ ਵਿੱਚ ਕੋਈ ਕਮੀ ਹੈ ਕਿ ਉਹ ਝੁਕ ਜਾਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਡਰ ਹੈ, ਉਹ ਰੋਕ ਨਹੀਂ ਸਕਦੇ। ਠੀਕ ਹੈ, ਕਿਸੇ ਨੇ ਲੀਡਰ ਬਣਿਆ, ਗੁਰੂ ਆਪਣੇ ਸਾਰੇ ਲੀਡਰ ਬਣ ਕੇ ਜਿਹੜੇ ਨੇ ਕੁਛ ਨਾ ਕੁਛ ਅਹੁਦਾ ਲੈ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਨੇ। ਹੁਣ ਉੱਤਰਾਖੰਡ ਦੇ ਮੁੱਖ ਮੰਤਰੀ ਸਾਹਿਬ ਬਣਦੇ ਨੇ ਨਵੇਂ, ਨਾਨਕ ਮੱਤੇ ਗੁਰਦੁਆਰੇ ਜਾਂਦੇ ਨੇ। ਹੁਣ ਉੱਥੇ ਜੋ ਮੰਦਰ ਦੀਆਂ ਰਹੁ ਰੀਤਾਂ ਸੀ ਉਹ ਅਡੋਪਟ ਕੀਤੀਆਂ ਗਈਆਂ, ਨ੍ਰਿਤ ਕੀਤਾ ਗਿਆ, ਨਾਚ ਕੀਤਾ ਗਿਆ। ਇਹ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ? ਕਹਿਣਾ ਇਹ ਹੈ ਕਿ ਅਸਲ ਦੇ ਵਿੱਚ ਵੈਦਰ ਹੂ ਇਜ਼ ਐਟ ਫਾਲਟ? ਮੇਨ ਸਭ ਤੋਂ ਵੱਡੀ ਗਲਤੀ ਤਾਂ ਹੈ ਉੱਥੇ ਵੀ ਨਾ ਜਿਹੜੀ ਪ੍ਰਬੰਧਕ ਕਮੇਟੀ ਹੈ ਜਾਂ ਸਿੱਖ ਲੀਡਰਸ਼ਿਪ, ਉਹਦੀ ਵੱਡੀ ਗਲਤੀ ਹੈ। ਮੁੱਖ ਮੰਤਰੀ ਦੀ ਵੀ ਹੈਗੀ ਆ, ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਉਹਨਾਂ ਦੀ ਵੀ ਗਲਤੀ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਖਾਸ ਧਰਮ ਦੀ ਜਿਹੜੀ ਹੈਗੀ ਹੈ ਕੀ ਵੈਲਿਊ, ਹਾਂ ਉਹਦੀ ਵੈਲਿਊ ਕੀ ਹੈਗੀਆਂ ਨੇ, ਉਹ ਜਿਹੜਾ ਧਰਮ ਹੈਗਾ ਉਹ ਕਿਸ ਤਰ੍ਹਾਂ ਦਾ ਹੈ। ਤੁਸੀਂ ਜੇ ਉੱਥੇ ਗਏ ਹੋ, ਜੇ ਤੁਸੀਂ ਮਤਲਬ ਇਹ ਮੰਦਿਰ ਵਾਲਾ ਹੀ ਕੁਛ ਕਰਨਾ ਤਾਂ ਉਹਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਭਾਈ ਤੁਸੀਂ ਇਹ ਕੁਛ ਨਾ ਕਰੋ। ਤੁਸੀਂ ਫਿਰ ਮਤਲਬ ਜਿਹਨੂੰ ਸਿੱਧਾ ਕਹਿੰਦੇ ਵੀ ਤੁਸੀਂ ਵੀ ਮੰਦਿਰ 'ਚ ਹੀ ਮੱਥਾ ਟੇਕ ਕੇ ਆਓ। ਜੇ ਤੁਸੀਂ ਇਹ ਦਿਖਾਉਣੇ ਆ ਨਾ ਵੀ ਅਸੀਂ ਸਾਰੇ ਧਰਮਾਂ ਦਾ ਰਿਸਪੈਕਟ ਕਰਦੇ ਹਾਂ, ਇੱਜ਼ਤ ਦਿੰਦੇ ਹਾਂ, ਤਾਂ ਫਿਰ ਤੁਸੀਂ ਉੱਥੇ ਜਾ ਕੇ ਉਸ ਰਿਲੀਜਨ ਦੇ ਜਿਹੜਾ ਹੈਗਾ ਵੀ ਸੰਸਕਾਰ ਨੇ ਤੁਸੀਂ ਨਿਭਾਉਣਾ ਤੁਹਾਡਾ ਫਰਜ਼ ਬਣਦਾ ਹੈ। ਕਿ ਤੁਸੀਂ ਉਸ ਰਿਲੀਜਨ ਦੇ ਪਵਿੱਤਰ ਉੱਤੇ ਜਾ ਕੇ ਆਪਣੀ ਵੈਲਿਊ ਲੈ ਕੇ ਜਾਓ। ਤੇ ਦੂਜੀ ਇਹ ਤਾਂ ਕੋਈ ਨਵੀਂ ਗੱਲ ਨਹੀਂ, ਬਲਕਿ ਇੱਥੋਂ ਤੱਕ ਕਿ RSS ਦੇ ਅੰਦਰ ਇਹਦਾ ਬਹੁਤ ਕੁਛ ਹੁੰਦਾ ਰਿਹਾ। ਤੁਹਾਨੂੰ ਯਾਦ ਹੋਣਾ ਕਿ ਕਈ ਸਾਲ ਪਹਿਲਾਂ ਕੁੰਭ ਦਾ ਮੇਲਾ ਸੀਗਾ, ਸਾਡੇ ਜਥੇਦਾਰ ਸਾਹਿਬਾਨ ਨੇ ਵੀ RSS ਦੇ ਲੀਡਰਾਂ ਨਾਲ ਗੱਲਬਾਤ ਕਰਕੇ ਹਾਮੀ ਭਰੀ ਕਿ ਅਸੀਂ ਜੀ ਕੁੰਭ ਦੇ ਮੇਲੇ ਦੇ ਵਿੱਚ ਜਾਵਾਂਗੇ। ਮਤਲਬ ਉਹ ਫਿਰ ਬਾਅਦ ਚ ਰੌਲਾ ਪਿਆ, ਫਿਰ ਉਹ ਮਤਲਬ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਪ੍ਰੋਗਰਾਮ ਕੈਂਸਲ ਕੀਤੇ। ਹੁਣ ਦੀ ਗੱਲ ਨਹੀਂ ਗੱਲ। ਤੇ ਇਹ ਚੀਜ਼ਾਂ ਨੇ ਨਾ ਜਿਹੜੀਆਂ, ਇਹਦੇ ਉੱਤੇ ਥੋੜੀ ਲੀਡਰਸ਼ਿਪ ਦਾ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ। ਇਹ ਤਾਂ ਬਹੁਤ ਜ਼ਰੂਰਤ ਹੈ ਹਰ ਇੱਕ ਇਹਦੇ ਉੱਤੇ ਜਿਹੜਾ ਕਰਨ ਦੀ। ਆਪਾਂ ਕਾਲ ਲੈ ਲਈਏ ਜੀ, ਫਿਰ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, 98 ਤੇ ਆਉਣੇ ਰਹੋ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਬਾਈ, ਜਿਹੜੀਆਂ ਗੱਲਾਂ ਤੁਸੀਂ ਇਹਨਾਂ ਨੂੰ ਮੁੱਦਾ ਦਿੰਦੇ ਨਾ, ਇਹਨਾਂ ਦੇ ਦਿਮਾਗ 'ਚ ਨਹੀਂ ਵੜਦੀਆਂ ਗਈਆਂ ਵੀ ਭਾਈ ਮਾਮਲਾ 60,000 ਦੇ ਕੇ ਤੇ ਤੁਹਾਨੂੰ ਬਾਈਦਾ ਕੀ ਆ। ਸਾਡੇ ਨਾਲ ਦੇ ਪਿੰਡ ਦੇ ਬੰਦੇ ਨੇ ਪੈਲੀ ਲੈ ਲਈ ਤੇ ਉਹ ਸੀਗੀ ਉਦੋਂ 2000 ਮਾਮਲਾ ਹੁੰਦਾ ਸੀਗਾ ਤੇ 2000 ਨੂੰ ਕਰਕੇ ਉਹਨੇ ਕਹਿੰਦਾ 2200 ਰੁਪਈਆ ਜੀ। ਤੇ ਲੋਕੀ ਕਹਿੰਦੇ ਯਾਰ ਵੀ ਤੂੰ 2000 ਤੋਂ 2200 ਦੇਤਾ ਵੀ ਤੂੰ, ਕਿਉਂਕਿ ਉਦੋਂ 200 ਤੋਂ ਘੱਟ ਦਾ ਗ੍ਰਾਮ ਆ ਜਾਂਦਾ ਸੀ ਤੇਲ ਦਾ। ਤੇ ਉਹ ਕਹਿੰਦੇ ਵੀ ਤੂੰ ਇੰਨਾ 2200 ਦੇ ਕੇ ਤੇ ਚੁੱਕ ਕੱਢੇਗਾ ਕੀ? ਕਹਿੰਦਾ ਲਾ ਕੁਛ ਨਾ ਨਿਕਲੂ। ਨੂੰ ਕਹਿੰਦਾ ਘੱਟੋ ਘੱਟ ਕਹਿੰਦਾ ਜਵਾਕ ਕਹਿੰਦਾ ਟਿਕਟ ਤੇ ਹੂਟੇ ਤਾਂ ਲੈ ਲੈਣਗੇ। ਕਹਿੰਦਾ ਅੱਛਾ ਵੀ ਹੂਟੇ ਤੂੰ ਹੀ ਦਵਾ ਲਾ 200 ਰੁਪਈਏ ਦੇ। ਇਹ ਲੋਕਾਂ ਦੀ ਬਾਕੀ ਜਿਹਨਾਂ ਦੀ ਸੋਚ ਇਹ ਆ। ਇੱਥੇ ਨਾ ਹੁਣ ਡਾਲਿਆ ਸਾਹਿਬ, ਇੱਥੇ ਸਾਡੇ ਕੈਨੇਡਾ ਦੇ ਵਿੱਚ ਪਤਾ ਕੀ ਕਰਦੇ, ਜਿਹੜੇ ਫਾਰਮਰ ਆ ਨਾ ਜਦੋਂ ਮਾਮਲੇ ਦੀ ਪੈਲੀ ਲੈਂਦੇ ਆ ਜੀ, ਇੱਥੇ ਵੀ ਲੈਂਦੇ। ਹਾਂਜੀ ਹਾਂਜੀ, ਇੱਥੇ ਬਾਈ ਦੇ ਪੈਲੀ ਮਾਮਲੇ ਤੇ ਇਸ ਤਰ੍ਹਾਂ ਲੈਂਦੇ ਆ। ਉਹ ਕਹਿੰਦੇ ਵੀ ਭਾਈ ਤੈਨੂੰ ਇਹਦੇ ਚੋਂ ਹੀ 20% ਦੇਣਾ ਹੈਗਾ ਜਿੰਨੀ ਤੇਰੀ ਫਸਲ ਨਿਕਲੇ। ਜਿੰਨੀ ਫਸਲ ਨਿਕਲੀ ਉਹਨਾਂ ਨੇ ਪਾਕੀ ਲਿਆ ਕੇ ਦਿਖਾ ਦੇਣੀ ਆ ਵੀ ਭਾਈ ਆ ਚੱਕ ਇੰਨੀ ਤੇਰੀ ਫਸਲ ਆ। ਇੱਥੇ ਇਮਾਨਦਾਰੀ ਹੈ ਨਾ ਜੀ, ਇੱਥੇ ਤਾਂ 20% ਪਤਾ ਹੀ ਨਹੀਂ ਲੱਗਣਾ। ਮੈਂ ਤਾਂ ਘਰੇ ਉਹਨੇ ਦੱਸਣਾ ਹੀ ਨਹੀਂ ਵੀ ਆ ਪਸ਼ੂਆਂ ਲਈ ਕਣਕ ਰੱਖ ਲਈ ਜਿਹੜੇ ਪੱਠੇ ਬੀਜਦੇ। ਚਲੋ ਦੱਸਦੇ ਨਾ, ਹਾਂ ਵੀ ਇੱਥੇ ਸਿਸਟਮ ਹੋ ਰਿਹਾ ਇੱਥੇ ਤੇ ਚਲੋ ਉਹਨਾਂ ਨੇ ਉੱਥੇ ਸੱਟ ਕੇ ਆਉਣੀ, ਉੱਥੇ ਸਾਰਾ ਐਗਜੀਬਿਸ਼ਨ ਦੇ ਉਹਨਾਂ ਨੇ ਸਾਰਾ ਕਰਕੇ ਦੱਸ ਦੇਣਾ ਹੈਗਾ। ਇਹਨਾਂ ਮੇਰੇ ਕਹਿਣ ਦਾ ਮਤਲਬ ਵੀ ਇੱਥੇ ਫਾਰਮਰ ਸੇਫ ਆ। ਉਹ ਇੱਥੇ 60,000 ਦੇ ਕੇ ਤੇ ਉਹਦੇ ਵਿੱਚੋਂ ਕੱਲ ਨੂੰ ਰੱਬ ਕੁਦਰਤੀ ਕੁਛ ਕਹਿਰ ਹੋ ਜਾਵੇ ਤੇ ਕੀ ਕਰੂ ਬੰਦਾ? ਫਿਰ ਮੁੜ ਕੇ ਸੁਸਾਈਡ ਹੀ ਕਰਦੇ। ਸੋ ਇਹ ਗੱਲਾਂ ਹੈਗੀਆਂ ਬਾਈ ਜੀ, ਇਹਨਾਂ ਨੂੰ ਸਹੀ ਗੱਲ ਆ। ਬਾਕੀ ਜਿਹੜੀ ਗੱਲ ਉਹਨੇ ਰੌਦੂ ਨੇ ਆਖੀ ਹੈ ਨਾ, ਨੋ ਮੈਟਰ ਵਾਟ, ਸਾਨੂੰ ਜੀ ਲੋਕੀ ਕਾਮਰੇਟ ਕਹਿੰਦੇ, ਅਸੀਂ ਕਾਮਰੇਟ ਆ।
ਨਹੀਂ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਦੀ ਲਾਈਫ ਦੇ ਵਿੱਚ ਅਪਲਾਈ ਕਰਦੇ ਹਾਂ, ਜਿਹਦੇ ਵਿੱਚੋਂ ਅਸੀਂ ਵਧੀਆ ਸ਼ਬਦ ਲੈ ਕੇ ਤੇ ਅਸੀਂ ਉੱਥੇ ਅਪਲਾਈ ਕਰਕੇ ਨਹੀਂ ਕਾਮਰੇਡ ਤਾਂ ਸੋਚ ਆ ਨਾ ਜੀ, ਕਾਮਰੇਡ ਧਰਮ ਵਿਰੋਧੀ ਥੋੜਾ ਹੁੰਦਾ ਕੋਈ, ਉਹ ਇੱਕ ਪੋਲੀਟੀਕਲ ਸੋਚ ਹੈ। ਐਂਡ ਸਭ ਤੋਂ ਵੱਡੀ ਗੱਲ ਜੇ ਤਾਂ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਦੇਖੀਏ ਤਾਂ ਫਿਰ ਵਰਲਡ ਦੇ ਸਭ ਤੋਂ ਪਹਿਲਾਂ ਕਾਮਰੇਡ ਤਾਂ ਉਹੀ ਸੀਗੇ ਜਿਨ੍ਹਾਂ ਨੇ ਕਿਹਾ ਕਿ ਕਿਰਤ ਕਰੋ ਵੰਡ ਛਕੋ। ਬਾਈ ਜੀ ਹੁਣ ਤਾਂ ਜਿਹੜੇ ਤਰਕਸ਼ੀਲ ਸੁਸਾਇਟੀ ਵਾਲੇ ਇਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਉਣ ਲੱਗ ਗਏ ਆ, ਕਹਿੰਦੇ ਵੀ ਅਸੀਂ ਇਹੋ ਜਿਹੇ ਆ ਜੀ, ਵੀ ਤਰਕ ਨਾਲ ਗੱਲ ਕਰਨ ਵਾਲੇ ਆ। ਬਾਕੀ ਜਿਹੜੇ ਬੰਦੇ ਨੇ ਜੇ ਉਹਨਾਂ ਨੇ ਸੰਤਾਂ ਦੇ ਬਾਰੇ ਕੋਈ ਗੱਲ ਕਹੀ ਹੈ ਨਾ, ਉਹ ਬੰਦੇ ਨੂੰ ਪਤਾ ਲੱਗ ਗਿਆ ਬਾਈ ਜੀ ਕੋਈ ਕਿਸੇ ਨੂੰ ਮੰਨੇ ਤੇ ਨਾ ਮੰਨੇ, ਪਰ 20ਵੀਂ ਸਦੀ ਦੇ ਦੋ ਮਹਾਨ ਬੰਦੇ ਹੋਏ ਆ, ਇੱਕ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਤੇ ਇੱਕ ਭਾਈ ਪੂਰਨ ਸਿੰਘ ਜੀ ਜੀ ਪਿੰਗਲਵਾੜੇ ਵਾਲੇ। ਇਹ ਜੇ ਕੋਈ ਇਹੋ ਜਿਹਾ ਸਰਕਾਰ ਠੀਕ ਆ ਅਸੀਂ ਇਹਨਾਂ ਦੀ ਹਮਾਇਤ, ਪਰ ਨਾ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਚਾਹੁੰਦਾ ਕਿ ਕੋਈ ਇਸ ਹਿਸਾਬ ਨਾਲ ਵਿਰੋਧ ਹੋ ਕੇ ਨਾ, ਅੱਗੇ ਤਾਂ ਇਹ ਕਹਿੰਦੇ ਸੀਗੇ ਵੀ ਗੌਰਮੈਂਟ ਨੂੰ ਖਿਲਾਰਨ ਨੂੰ ਕਰਦੀ ਆ, ਹੁਣ ਮੈਨੂੰ ਲੱਗਦਾ ਇਹੋ ਜਿਹੇ ਬੰਦੇ ਹੀ ਕਹਿੰਦੇ ਕਿ ਵੀ ਕੋਈ ਨਾ ਕੋਈ ਇਹੋ ਜਿਹਾ ਕੁਛ ਕਰਕੇ ਤੇ ਇਹਨੂੰ ਖਿਲਾਰ ਦਈਏ ਤੇ ਪਿੱਛੇ ਕੋਈ ਨਾ ਕੁਛ ਲੈ ਲਈਏ ਤੇ ਆਪਦਾ ਘਰਾਂ ਨੂੰ ਜਾਈਏ। ਇੱਥੇ ਗਾਹਾਂ ਮੱਛਰ ਆਈ ਜਾਂਦਾ ਹੈਗਾ ਤੇ ਜ਼ਰੂਰ ਮੱਛਰ 'ਚ ਮਰਨਾ। ਬੜੇ ਲੋਕ ਵਿੱਚ ਨਹੀਂ ਜੀ, ਬੜਾ ਪਤਾ ਨਹੀਂ ਹੁਣ ਰੱਬ ਜਾਣੇ ਕੀ ਕੁਛ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਇਹਨਾਂ ਨੂੰ ਨਿਕਲ ਨਹੀਂ ਦਿੰਦਾ, ਇਹਨਾਂ ਨੂੰ ਇਹ ਵੀ ਪਤਾ ਹੈਗਾ ਵੀ ਸਾਨੂੰ ਪਿੰਡ ਨਹੀਂ ਕਿਸੇ ਨੇ ਮੁੜਨ ਦੇਣਾ ਹੈਗਾ। ਨਹੀਂ ਪਿੰਡ ਦੀ ਲੋਕ ਨਹੀਂ ਮੁੜਨ ਦਿੰਦੇ ਜੀ, ਨਹੀਂ ਮੁੜਨ ਦਿੰਦੇ, ਲੋਕੀ ਨਹੀਂ ਮੁੜਨ ਦਿੰਦੇ ਕਿਉਂਕਿ ਲੋਕਾਂ ਨੂੰ ਬਹੁਤ ਕੁਛ ਕਰ ਲਿਆ। ਬਾਕੀ ਸਾਰੇ ਕੋਈ ਇਹ ਪੰਜਾਬ ਦਾ ਮਸਲਾ ਥੋੜਾ, ਬਾਕੀ ਸਾਰੇ ਇੰਡੀਆ ਦਾ ਮਸਲਾ ਬਾਈ ਜੀ। ਸੋ ਲੋਕੀ ਸਾਰੇ ਇਕੱਠੇ ਹੋਏ ਵੀ ਆ, ਮਿਹਰ ਕਰੇ ਪਰਮਾਤਮਾ। ਥੈਂਕ ਯੂ ਬਾਈ ਜੀ, ਮਿਹਰਬਾਨੀ ਜੀ। ਸ਼ਿਵਿੰਦਰ ਜੀ ਕੀ ਵਿਚਾਰ ਨੇ ਤੁਹਾਡੇ? ਦੇਖੋ ਮੇਰੇ ਤੇ ਵਿਚਾਰੇ ਹੈਗੇ ਨੇ ਕਿ ਮੈਂ ਇਹ ਤਾਂ ਨਹੀਂ ਕਹਾਂਗਾ ਵੀ ਰੁਲਦੂ ਸਿੰਘ ਜਿਹੜਾ ਹੈਗਾ ਵੀ ਪਿੱਛੇ ਮੁੜਨ ਵਾਲਾ ਜਾਂ ਉਹਨੇ ਇਹ ਕੋਈ ਗਲਤ ਭਾਵਨਾ ਨਾਲ ਕੀਤਾ ਹੈਗਾ, ਤੇ ਉਹਦੇ ਵਿੱਚ ਇਹ ਹੈਗਾ ਉਹ ਸਿੱਧਾ ਵਿਚਾਰਧਾਰਕ ਅੰਡਰਸਟੈਂਡਿੰਗ 'ਚ ਫਰਕ ਹੈ। ਉਹ ਸਿਰਫ ਉਹਨੂੰ ਇਹ ਸਮਝ ਨਹੀਂ ਆਈ ਹੈਗੀ ਕਿਉਂਕਿ ਹੁੰਦੇ ਕੀ ਹੈ ਕਿ ਕਈ ਵਾਰ ਨਾ ਦੇਖੋ ਜਥੇਬੰਦੀਆਂ ਦਾ ਜਿਹੜਾ ਮੇਰਾ ਆਪਣਾ ਵੀ ਤਜਰਬਾ ਮੈਂ ਦੇਖਿਆ ਹੋਇਆ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ, ਵੀ ਜਿਹੜੇ ਪ੍ਰੈਜ਼ੀਡੈਂਟ ਵਗੈਰਾ ਨਾ ਉਹ ਆਮ ਤੌਰ ਤੇ ਬਣਾਏ ਜਾਂਦੇ ਹੁੰਦੇ ਨੇ ਆਮ ਲੀਡਰ, ਕਿਸਾਨ ਲੀਡਰ, ਜਿਹਨਾਂ ਨੂੰ ਖੇਤੀ ਦੇ ਬਰੀਕੀਆਂ ਮਤਲਬ ਖੇਤੀ ਦੇ ਮੋਟਾ ਪਤਾ ਹੁੰਦਾ, ਆਮ ਲੋਕਾਂ ਦਾ ਸਹਿਚਾਰ ਹੁੰਦਾ। ਇੱਕ ਪਿੱਛੇ ਹੁੰਦੇ ਨਾ ਥਿੰਕ ਟੈਂਕ ਉਹਨਾਂ ਦੇ, ਕਿਉਂਕਿ ਥਿੰਕ ਟੈਂਕ ਕਦੇ ਵੀ ਪ੍ਰਧਾਨਗੀ 'ਚ ਨਹੀਂ ਆਉਂਦੇ ਹੈਗੇ, ਠੀਕ ਹੈ। ਤੇ ਆਮ ਤੌਰ ਤੇ ਕਮਿਊਨਿਸਟ ਜਿਹੜੀਆਂ ਸਾਡੀਆਂ ਜਥੇਬੰਦੀਆਂ, ਚਾਹੇ ਕਿਸਾਨੀ ਵਿੱਚ ਹੋਵੇ, ਮਜ਼ਦੂਰ ਦੇ ਵਿੱਚ ਹੋਵੇ, ਉਹਨਾਂ ਦਾ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈਗਾ। ਤੇ ਰੁਲਦੂ ਸਿੰਘ ਨੇ ਕਈ ਵਾਰ ਹੋਰ ਵੀ ਬਿਆਨ ਦਿੱਤੇ ਨੇ, ਮੈਨੂੰ ਲੱਗਦਾ ਹੁੰਦਾ ਵੀ ਦੇਖੋ ਜਿਵੇਂ ਉਹਨੇ, ਤੁਹਾਨੂੰ ਯਾਦ ਹੋਣਾ ਵੀ ਬਿਆਨ ਸੀਗਾ ਵੀ ਨੌਜਵਾਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਗੁੱਸੇ ਨਾ ਕਰੋ, ਵੀ ਚਾਚਾ ਅਜੀਤ ਸਿੰਘ ਦਾ ਜਿਹੜਾ ਅੰਦੋਲਨ ਹੈ ਵੀ ਉਹ ਤਾਂ ਦੇਖੋ 9 ਮਹੀਨੇ ਚੱਲਿਆ ਸੀਗਾ, ਹਾਲੇ ਆਪਾਂ ਨੂੰ ਤਾਂ 4 ਮਹੀਨੇ ਹੋਏ, ਤਾਂ 4 ਮਹੀਨੇ ਹੋਏ ਸੀਗੇ, ਤੇ ਉਹ ਕਹਿੰਦਾ ਆਪਾਂ ਨੂੰ 9 ਮਹੀਨੇ ਹੋ ਲੈਣ ਤਾਂ ਫਿਰ ਦੇਖੋ ਇੱਟ ਨਾਲ ਇੱਟ ਖੜਕਾ ਦਾਂਗੇ। ਤਾਂ ਮੈਨੂੰ ਲੱਗਿਆ ਵੀ ਇਹ ਗਲਤ ਬੋਲ ਗਿਆ, ਕਿਉਂਕਿ ਜੇ 9 ਮਹੀਨੇ ਹੋ ਗਏ ਫਿਰ ਨਿਆਣਿਆਂ ਨੇ ਫਿਰ ਪੁੱਛਣਾ ਵੀ ਚੰਗਾ ਭਾਈ ਹੁਣ ਕੀ ਕੀਤਾ ਤੂੰ ਆਪ ਹੀ ਤਾਂ ਬੋਲਿਆ ਸੀਗਾ। ਇਹ ਨਾ ਬਿਆਨ ਹੁੰਦਾ ਨਾ ਆਵੇਸ਼ ਵਿੱਚ ਆ ਕੇ ਦੇਣੀ, ਸਿਰਫ ਇਹ ਆ ਵੀ ਰੁਲਦੂ ਸਿੰਘ ਜਦੋਂ ਬੋਲਦਾ ਨਾ ਉਹ ਕੁਝ ਬਿਆਨ ਆਵੇਸ਼ ਵਿੱਚ ਆ ਕੇ ਕਰ ਜਾਂਦਾ ਹੈਗਾ। ਹਾਲਾਂਕਿ ਦੇਖੋ ਕੌਣ ਕਿਹਨੂੰ ਸ਼ਹੀਦ ਮੰਨਦਾ, ਕੌਣ ਕਿਹਨੂੰ ਨਹੀਂ ਮੰਨਦਾ, ਉਹ ਤਾਂ ਇੱਕ ਬਹੁਤ ਡਿਬੇਟ ਵਾਲਾ ਵਿਸ਼ਾ ਹੈਗਾ। ਇਹਦੇ ਵਿੱਚ ਆਇਆ ਵੀ ਜਿਹੜਾ ਇਹ ਪਲੇਟਫਾਰਮ ਆ ਨਾ ਕਿਸਾਨੀ ਵਾਲਾ ਪਲੇਟਫਾਰਮ, ਉਹਦੇ ਉੱਤੇ ਮਤਲਬ ਇਹ ਗੱਲਾਂ ਕਰਨ ਵਾਲੀਆਂ ਨਹੀਂ ਸੀਗੀਆਂ, ਕਿਉਂਕਿ ਦੇਖੋ ਮੈਂ ਖੁਦ ਵੀ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਨਹੀਂ ਮੰਨਦਾ ਹੈਗਾ, ਠੀਕ ਹੈ, ਤੇ ਮੈਂ ਖੁਦ ਵੀ ਉਹਨਾਂ ਦਾ ਵਿਚਾਰਧਾਰਕ ਵਿਰੋਧੀ ਹਾਂ ਤੇ ਬਹੁਤ ਵੱਡਾ ਵਿਰੋਧੀ ਹਾਂ, ਨੰਬਰ 1। ਪਰ ਮੈਨੂੰ ਜੇ ਤੁਸੀਂ ਕਹੋ ਵੀ ਕਿਸਾਨ ਨਾਲ ਇਹ ਮਸਲੇ ਤੇ ਆ ਕੇ ਜਿਹੜਾ ਸੰਯੁਕਤ ਮੋਰਚੇ ਦੀ ਸਟੇਜ ਤੇ ਐਜ਼ ਏ ਰਾਈਟਰ ਤੇ ਜਰਨਲਿਸਟ ਬੋਲ, ਪਰ ਮੈਂ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਕਰੂੰਗਾ। ਉਹਦਾ ਕਾਰਨ ਹੈ ਕਿ ਮੈਨੂੰ ਪਤਾ ਕਿ ਇਹ ਕਿਹੜੇ ਮਸਲੇ ਲਈ ਆ। ਹੁਣ ਜਦੋਂ ਤੁਸੀਂ ਲੀਡਰ ਹੋ ਉਦੋਂ ਤੁਹਾਨੂੰ ਹੋਰ ਵੀ ਸੁਚੇਤ ਹੋਣਾ ਚਾਹੀਦਾ, ਪਰ ਮੈਨੂੰ ਇਹਦੇ ਵਿੱਚ ਇੱਕ ਚੰਗੀ ਚੀਜ਼ ਹੈ, ਉੱਥੇ ਹਰ ਬੰਦੇ ਦੀਆਂ ਭਾਵਨਾਵਾਂ, ਤੁਹਾਡੀਆਂ ਨਿੱਜੀ ਭਾਵਨਾਵਾਂ ਉਹ ਅਲੱਗ ਕਰੇ ਨੇ, ਉਹ ਕਰੇ ਨੇ, ਜਾਂ ਤੁਹਾਡੇ ਕੋਲ ਉਹਦੀ ਲੜਾਈ ਵੱਖਰੀ ਆ। ਮੰਨ ਲਓ ਕਿ ਤੁਹਾਡੇ ਨਾਲ ਕਿਸੇ ਹੋਰ ਪਲੇਟਫਾਰਮ ਤੇ ਉਸ ਤਰ੍ਹਾਂ ਦੀ ਸੋਚ ਵਾਲੇ ਬੰਦੇ ਆ ਕਿ ਤੁਸੀਂ ਡਿਬੇਟ ਕਰ ਲਓ ਬਈ, ਹੈ ਤੁਹਾਡੇ ਪਰਚੇ ਹੈਗੇ ਨੇ, ਉਹਨਾਂ 'ਚ ਪਰਚਿਆਂ 'ਚ ਲਿਖ ਲਓ, ਆਰਟੀਕਲ ਲਿਖ ਲਓ, ਤੇ ਤੁਹਾਨੂੰ ਹੋਰ ਮੰਚਾਂ ਦੇ ਬਹਿਸ ਨੂੰ ਬਥੇਰਾ ਮੌਕਾ ਮਿਲਣਗੇ ਤੁਹਾਨੂੰ। ਪਰ ਆਹ ਮੂਵਮੈਂਟ ਨਾ ਕਿਸਾਨੀ ਵਾਲੀ ਮੂਵਮੈਂਟ ਹੈਗੀ ਆ, ਇਹਦੇ ਵਿੱਚ ਮਤਲਬ ਪਰਹੇਜ਼ ਕਰੋ ਬਸ। ਪਰ ਮੈਂ ਫਿਰ ਵੀ ਕਹਿਣਾ ਵੀ ਉਦੋਂ ਬਾਅਦ ਵਿੱਚ ਜਿਵੇਂ ਸੰਯੁਕਤ ਮੋਰਚੇ ਨੇ ਉਹਦੇ ਵਿਰੁੱਧ ਕਾਰਵਾਈ ਕੀਤੀ ਆ, ਉਹ ਮਤਲਬ ਚੰਗਾ ਸਟੈਪ ਸੀ ਉਹਦਾ, ਤੇ ਰੁਲਦੂ ਸਿੰਘ ਨੇ ਵੀ ਉਹਨਾਂ ਨੂੰ ਨਿਭਾਇਆ, ਉਹਦੇ ਲਈ ਵੀ ਉਹ ਚੰਗੀ ਗੱਲ ਹੈਗੀ ਆ। ਦੇਖੋ ਇਹ ਕਿਸਾਨ ਲੀਡਰਾਂ ਦੇ ਵਿੱਚ ਇਹ ਨਹੀਂ ਹੈਗੇ ਕਿ ਇਹਨਾਂ ਨੂੰ ਜਿਵੇਂ ਨਾ, ਕਿਉਂਕਿ ਜਿਵੇਂ ਮੈਂ ਕਿਹਾ ਵੀ ਗੱਲ ਨੂੰ ਤੂਲ ਵੀ ਬਹੁਤ ਦਿੱਤਾ ਗਿਆ, ਵੀ ਉਹਦੇ ਤੋਂ ਸਿਰਫ ਇੱਕ ਆਪਾਂ ਕਹਿੰਦੇ ਕਿਸੇ ਬੰਦੇ ਦੀ ਜ਼ੁਬਾਨ ਫਿਸਲ ਗਈ, ਉਹਨੂੰ ਪਤਾ ਨਹੀਂ ਵੀ ਕਿਹੜੀ ਗੱਲ ਕਿੱਥੇ ਕਰਨੀ ਹੈ, ਇਹ ਹੋਈ ਹੈ। ਪਰ ਇਹਨੂੰ ਕੋਈ ਐਂ ਕਹੇ ਵੀ ਦੇਖੋ ਜੀ ਇਹ ਕੌਮ ਦਾ ਗੱਦਾਰ ਹੋ ਗਿਆ ਫਲਾਨਾ, ਇਹ ਗਲਤ ਹੈ, ਕਿਉਂਕਿ ਜਿਹੜੀ ਜਥੇਬੰਦੀ ਨਾਲ ਉਹ ਸੰਬੰਧਤ ਆ ਨਾ, ਜਦੋਂ ਪੰਜਾਬ ਦੇ ਵਿੱਚ ਨਾ ਸਿੱਖ ਮੁੰਡਿਆਂ ਦੇ ਮੁਕਾਬਲੇ ਹੋਏ ਸੀ ਨਾ, ਮੈਂ ਜਾਣਕਾਰੀ ਲਈ ਦੱਸਦਾ, ਤੇ ਇਹਦੀ ਉਹ ਜਥੇਬੰਦੀ ਸੀ ਜਿਨ੍ਹਾਂ ਨੇ ਅੱਗੇ ਆ ਕੇ ਵਿਰੋਧ ਵੀ ਕੀਤਾ ਸੀ, ਤੇ ਉਹਦੇ ਵਿੱਚ ਰੁਲਦੂ ਸਿੰਘ ਵੀ ਸ਼ਾਮਲ ਸੀ, ਜਿਹਨੇ ਖੁਦ ਕਿਹਾ ਸੀਗਾ ਚੰਗਾ ਫਿਰ ਜੇ ਸਿੱਖ ਮੁੰਡਿਆਂ ਨੂੰ ਆਏ ਮਾਰੋਗੇ ਫਿਰ ਅਸੀਂ ਵੀ ਆਪਣੀ ਗ੍ਰਿਫਤਾਰੀ ਵੀ ਦਿੰਦੇ ਹਾਂ, ਸਾਡਾ ਵੀ ਮੁਕਾਬਲਾ ਕਰੋ। ਮਤਲਬ
ਅਸੀਂ ਕਿਸੇ ਬੰਦੇ ਨੂੰ ਨਾ ਜਿੰਨਾ ਚਿਰ ਅਸੀਂ ਹਿਸਟਰੀ ਨਹੀਂ ਜਾਣਦੇ ਐਵੇਂ ਅਸੀਂ ਮੂੰਹ ਚੱਕ ਕੇ ਕਹਿ ਦਿੰਦੇ ਆ ਤਾਂ ਜੀ ਗੱਦਾਰ ਆਏ ਆ, ਕਿਉਂਕਿ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਲੱਗੇ ਹੋਏ ਨੇ ਨਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ। ਉਹ ਤਾਂ ਕੱਲ ਦੇ ਜੰਮੇ ਆ ਜੀ। ਅੱਧਿਆਂ ਨੂੰ ਤਾਂ ਇੱਕ ਤਾਂ ਮੈਨੂੰ ਕਰਨ ਲੱਗ ਪਏ ਇੱਥੇ, ਕਹਿੰਦਾ ਇੱਕ ਦਿਨ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਚੀਜ਼ ਦੱਸਦਾ, ਆਪਾਂ ਕਾਲ ਲੈ ਲਈਏ ਫਿਰ ਆਪਾਂ ਅੱਗੇ ਗੱਲ ਤੋਰਦੇ ਹਾਂ। 92 164 ਤੇ ਆਉਂਦੇ ਰਹੋ ਜੀ, ਫਿਰ 98 149 ਲਵਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਦਲਿਆ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਜੀ? ਬਲਵਿੰਦਰ ਖੱਖ ਬੋਲਦਾ ਭਾਜੀ, ਬਲਜਿੰਦਰ ਜੀ ਜੀ, ਬਲਜਿੰਦਰ ਖੱਖ ਜੀ। ਹਾਂਜੀ, ਦਾਨੇਵਾਲੀਆ ਸਾਹਿਬ, ਜਿਹੜੀ ਰੋਜ਼ੂ ਸਿੰਘ ਮਾਨਸਾ ਹੋਣੀ ਗੱਲ ਕਹੀ, ਚਲੋ ਉੱਥੇ ਨਹੀਂ ਕਰਨੀ ਚਾਹੀਦੀ, ਪਰ ਮੈਂ ਉਸ ਹਲਕੇ ਨਾਲ ਬਿਲੋਂਗ ਕਰਦਾ ਟਾਂਡੇ ਨਾਲ ਜੀ। ਸਾਡੇ ਤੇ ਆਮ ਉੱਥੇ ਟੁੰਡਾ ਕਹਿੰਦੇ ਆ, ਜਗਜੀਤ ਸਿੰਘ ਚੌਹਾਨ ਨੂੰ ਟੁੰਡਾ ਕਹਿੰਦੇ, ਟੁੰਡੇ ਦਾ ਹਸਪਤਾਲ ਟੁੰਡਾ ਸਾਰਾ ਉਹਦੇ ਸ਼ੁਰੂ ਤੋਂ ਟੁੰਡੇ ਦਾ ਹੀ ਕਹਿੰਦੇ ਉੱਥੇ। ਜੇ ਤੁਸੀਂ ਜਗਜੀਤ ਸਿੰਘ ਚੌਹਾਨ ਨੂੰ ਕਹੋ, ਉਹਦੇ ਡਾਕਟਰ ਬਹੁਤ ਘੱਟ ਜਾਣਦੇ ਹੋਣਗੇ, ਉਹਦੀ ਕੋਠੀ ਆ ਜਗਜੀਤ ਸਿੰਘ ਚੌਹਾਨ ਦੀ, ਜੇ ਪੁੱਛੋ ਕਿ ਅਸੀਂ ਨਿੱਕੇ ਹੁੰਦੇ ਪੁੱਛਣਾ ਕਿਹਦੀ ਕੋਠੀ ਕਹਿਣਾ ਜੀ, ਉਹਦੀ ਤੇ ਆਮ ਕਹਾਵਤ ਆ। ਤੇ ਇਹੋ ਹੀ ਉਹਨੇ ਗੱਲ ਕਹੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਦੂਸਰੀ ਗੱਲ, ਜੇ ਤੁਸੀਂ ਗੱਲ ਕਰੋ ਅੱਜ ਵੀ ਜਿਹੜੀ ਗੱਲ ਆ, ਉਹਦੇ ਕੋਲ 40-45 ਕਿੱਲੇ ਸੈਂਟਰ ਦੇ ਵਿੱਚ ਟਾਂਡਾ ਆਊਟਮੁੱਡ ਦੇ ਵਿੱਚ ਜ਼ਮੀਨ ਹੈ ਉਹਦੀ, ਜਿਹੜੀ ਵਕਫ ਬੋਰਡ ਦੀ ਉਹਨੇ ਸਾਂਭੀ ਪਈ ਆ ਜਗਜੀਤ ਸਿੰਘ ਟੁੰਡੇ ਨੇ ਜੀ। ਦੂਸਰੀ ਗੱਲ ਜਿਹੜੀ ਮੈਂ ਹੋਰ ਗੱਲ ਕਰਨੀ ਚਾਹੁੰਦਾ, ਜੇ ਚਾਹੇ ਜਗਜੀਤ ਸਿੰਘ ਚੌਹਾਨ ਦੀ ਗੱਲ ਹੋਵੇ, ਚਾਹੇ ਬਸਣ ਸਿੰਘ ਜੱਫਰਵਾਲ ਦੀ ਗੱਲ ਹੋਵੇ, ਬਸਣ ਸਿੰਘ ਜੱਫਰਵਾਲ ਅਰਗਾ ਆਦਮੀ 10 ਸਾਲ ਜ਼ਿੰਮੇਵਾਰੀਆਂ ਲੈਂਦਾ ਰਿਹਾ, ਅਜੀਤ ਅਖਬਾਰ ਸਾਰੇ ਜ਼ਿੰਮੇਵਾਰੀ ਤੇ ਅੱਜ ਆ ਕੇ ਪਿੰਡ ਬੈਠਾ ਹੋਵੇ, ਤੇ ਇਹੋ ਜਿਹੇ ਸਵਾਲ ਕਿਉਂ ਨਹੀਂ ਉੱਠਣੇ ਚਾਹੀਦੇ ਜੀ। ਡਾਕਟਰ ਸੋਹਣ ਸਿੰਘ ਸੀ, ਉਹਨਾਂ ਦਾ ਹੋਇਆ ਇਸ ਤਰ੍ਹਾਂ, ਉਹ ਆਰਾਮ ਨਾਲ ਆਪਣੀ ਮੈਂ ਖੁਦ ਮਿਲਿਆ ਆ ਕੇ, ਬੜਾ ਸੋਹਣਾ ਆਪਣੀ ਮੌਤੇ ਮਰਿਆ, ਉਹ ਕੋਈ ਚੱਕਰ ਨਹੀਂ। ਜਿੱਦਣ ਉਹ ਆਇਆ ਸੀ ਤੇ ਪੂਰੀ ਸਿਕਿਉਰਿਟੀ ਲੱਗੀ ਸੀ ਉਹਨੂੰ। ਨਹੀਂ, ਉਹ ਵੀ ਤਾਂ ਪੰਜਾਬ ਦੇ ਵਿੱਚ ਦੇਖ ਲਓ ਨਾ, ਕਈ ਤਾਂ ਬਜ਼ੁਰਗ ਹਜੇ ਵੀ ਟਾਡਾ ਜਿਨ੍ਹਾਂ ਤੇ ਲੱਗਿਆ ਉਹ ਜੇਲ੍ਹਾਂ 'ਚ ਸੜੀ ਜਾਂਦੇ, ਤੇ ਕਈ ਦੇਖ ਲਓ 6 ਮਹੀਨੇ ਬਰੀ ਹੋ ਕੇ ਵੀ ਆ ਗਏ। ਇਹ ਜਿਹੜੇ ਜਿੰਨੇ ਫੇਸਬੁੱਕ ਤੇ ਰੌਲਾ ਪਾਉਂਦੇ, ਇਹਨਾਂ ਨੂੰ ਇਸ ਗੱਲ ਦੇ ਸਵਾਲ ਤੇ ਆਉਣਾ ਚਾਹੀਦਾ ਵੀ ਬਸਣ ਸਿੰਘ ਜੱਫਰਵਾਲ ਵਰਗਾ, ਜਿਹੜਾ ਅਸੀਂ ਖੁਦ ਬੜੇ ਸ਼ੌਕ ਨਾਲ ਪੜ੍ਹਦੇ ਹੁੰਦੇ ਸੀ ਉਹਨਾਂ ਸਮਿਆਂ 'ਚ, ਜ਼ਿੰਮੇਵਾਰੀਆਂ 10 ਸਾਲ ਜ਼ਿੰਮੇਵਾਰੀਆਂ ਲੈਂਦਾ ਰਿਹਾ। ਡਾਕਟਰ ਸੋਹਣ ਸਿੰਘ ਆਪਣੀ ਮੌਤ ਮਰਿਆ, ਕਿੱਦਾਂ ਮਰੇ, ਕਾਹਤੋਂ ਹੀ, ਕਿੱਥੇ ਗਏ, ਕਿੰਨੇ ਬਾੜੇ, ਕਿੱਦਾਂ, ਇਹ ਸਵਾਲ ਕਿਉਂ ਨਹੀਂ ਉੱਠਣੇ ਚਾਹੀਦੇ ਜੀ। ਤੇ ਬਾਕੀ ਜਿਹੜੀ ਟੁੰਡੇ ਦੀ ਗੱਲ ਆ, ਇਹ ਤੇ ਅੱਜ ਕੱਲ ਵੀ ਟਾਂਡੇ ਦੇ ਵਿੱਚ ਕਿਸੇ ਨੂੰ ਪੁੱਛ ਲਓ, ਹਰ ਇੱਕ ਟੁੰਡੇ ਨਾਲ ਮਸ਼ਹੂਰ ਆ ਉਹ, ਤੇ ਉਹਨੇ ਕੀਤਾ ਵੀ ਕੁਝ ਨਹੀਂ, ਤੇ ਖਾਲਿਸਤਾਨ ਦਾ ਰੌਲਾ ਪਾ ਕੇ ਮੁੰਡੇ ਮਰਾਏ ਵੀ ਆ ਜੀ। ਜੀ। ਇਹਦੇ 'ਚ ਕੋਈ ਗੱਲ ਕਹਿਣ ਦੀ ਗੱਲ ਹੀ ਨਹੀਂ। ਜੇ ਗੱਲ ਹੋਈ ਹੈ ਤੇ ਇਹਦੇ 'ਚ ਇਹ ਤੇ ਹੁਣ ਜਿੱਦਾਂ ਕਹਿੰਦੇ ਨਾ, ਆਪਣੀ ਹਵਾ ਹੋਰ ਪਾਸੇ ਨੂੰ ਖਾਣ ਦੀ ਗੱਲ ਆ। ਟਾਂਡੇ ਵਿੱਚ ਕਿਸੇ ਨੂੰ ਵੀ ਪੁੱਛ ਲਿਓ ਜੀ, ਟੁੰਡਾ ਕਹਿੰਦੇ ਉਹਨੂੰ। ਠੀਕ ਹੈ ਜੀ, ਸਾਨੂੰ ਨਹੀਂ ਸੀ ਪਤਾ। ਹਾਂਜੀ, ਥੈਂਕ ਯੂ, ਮਿਹਰਬਾਨੀ ਜੀ। ਸੈਕੰਡ ਕਾਲ ਜੀ, 98 149 ਤੇ। ਸਤਿ ਸ੍ਰੀ ਅਕਾਲ ਦਾਨੇਵਾਲੀਆ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਠੀਕ ਹੈ, ਸਿੰਦਰ ਹੈ ਇਹਦਾ ਨਾਮ ਜੀ, ਆਪਣੇ ਭਾਈ ਦਾ ਸ਼ਿਵਿੰਦਰ ਜੀ। ਸ਼ਿਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਬੇਨਤੀ ਇਹ ਆ ਜੀ, ਸਾਨੂੰ ਕਮਿਊਨਿਸਟਾਂ ਤੇ ਗੁੱਸਾ ਬੜਾ ਆਉਂਦਾ। ਕਮਿਊਨਿਸਟਾਂ ਦੀ ਮੈਂ ਆਪਦਾ ਤਜਰਬਾ ਦੱਸਦਾ ਹਾਂ। ਜਦੋਂ 84 ਨਵੰਬਰ 'ਚ ਸਿੱਖ ਕਤਲੇਆਮ ਸ਼ੁਰੂ ਹੋਇਆ, ਉਸ ਵੇਲੇ ਮੀਟਿੰਗ ਚੱਲਦੀ ਸੀ ਸੈਂਟਰ 'ਚ। ਜੋਤੀ ਬਾਸੂ ਸਾਹਿਬ ਇੱਥੇ ਆਏ ਸੀ ਦਿੱਲੀ। ਜਦੋਂ ਇੱਥੇ ਕਤਲੇਆਮ ਸ਼ੁਰੂ ਹੋ ਗਿਆ, ਉਦੋਂ ਫੋਨ ਕਰਕੇ ਆਪਦੇ ਬੰਗਾਲ 'ਚ ਵੀ ਕੋਈ ਵਾਇਲੈਂਸ ਨਹੀਂ ਹੋਣਾ ਚਾਹੀਦਾ, ਕੋਈ ਮੌਤ ਨਹੀਂ ਹੋਣੀ ਚਾਹੀਦੀ, ਤੇ ਉਦੋਂ ਜਹਾਜ਼ ਚੜ੍ਹ ਗਏ। ਐਕਸ਼ਨ ਇਹ ਹੁੰਦਾ। ਤੇ ਸਾਡਾ ਜਿਹੜਾ ਹੈਗਾ ਭੋਲਾ ਪਹਿਲਵਾਨ, ਉਹਨੇ ਕਿਹਾ ਵੀ ਸਾਡੇ 6000 ਕਰੋੜ ਪਤਾ ਨਹੀਂ ਕਿੰਨੇ ਦੀ ਆਹ ਡਰੱਗ ਵਿਕਦੀ ਆ, ਤੇ ਨਾਂ ਵੀ ਉਹਨੇ ਸ਼ਰੇਆਮ ਲਿਆ। ਤੇ ਇਹਨਾਂ ਨੇ ਕਿਉਂ ਨਹੀਂ ਐਕਸ਼ਨ ਕੀਤਾ? ਮੁੰਡੇ ਸਾਡੇ ਮਰਦੇ ਆ। ਤੇ ਜਿਹੜੀ ਰਿਪੋਰਟ ਸ਼ਸ਼ੀਕਾਂਤ ਸਾਹਿਬ DGP ਨੇ ਦਿੱਤੀ ਜੇਲ੍ਹਾਂ ਵਾਲਿਆਂ ਨੇ, ਉਹ ਆਪਣਾ ਹਾਈ ਕੋਰਟ 'ਚ, ਉਹ ਢੂਏ 'ਚ ਲੈਣੀ ਆ। ਮੁੰਡੇ ਤਾਂ ਸਾਡੇ ਮਰੀ ਜਾਂਦੇ ਆ, ਤਾਂ ਕਦੋਂ ਖੋਲਣਗੇ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸ਼ਿਵ ਜੀ, ਮੈਨੂੰ ਕਾਫੀ ਕੁਝ ਇਕੱਠਾ ਕਰ ਦਿੱਤਾ। ਮੈਨੂੰ ਪਹਿਲਾਂ ਐਂ ਲੱਗਾ ਜਿਵੇਂ ਇਹਨਾਂ ਨੇ ਬਿਆਨ ਕਰ ਰਹੇ ਹੋਣ, ਇਹ ਕਹਿੰਦੇ ਵੀ ਮੈਨੂੰ ਕਾਮਰੇਡਾਂ ਦੇ ਬਹੁਤ ਗੁੱਸਾ ਆਉਂਦਾ। ਫਿਰ ਉਹ ਜੋਤੀ ਬਾਸੂ ਦੀ ਗੱਲ ਕੀਤੀ। ਜੋਤੀ ਬਾਸੂ ਨੇ ਸਹੀ ਗੱਲ ਕੀਤੀ ਸੀਗੀ ਕਿ ਜੋਤੀ ਬਾਸੂ ਨੇ ਆਪਣੇ ਹੁੰਦੇ ਬੰਗਾਲ 'ਚ ਦੰਗੇ ਨਹੀਂ ਹੋਣ ਦਿੱਤੇ ਸੀਗੇ। ਹੁਣ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਇੱਕ ਬਿਆਨ ਕਰਕੇ ਗਏ ਨੇ, ਕੀ ਕਰਕੇ ਗਏ ਨੇ, ਉਹਨਾਂ ਦੀਆਂ ਭਾਵਨਾਵਾਂ ਨੇ, ਉਹ ਠੀਕ ਹੈ। ਪਰ ਦੇਖੋ ਗੱਲ ਇਹ ਹੈਗੀ ਆ ਕਿ ਇਹ ਗੱਲ ਆਪਾਂ ਇਸ ਪਲੇਟਫਾਰਮ ਤੋਂ ਪਹਿਲਾਂ ਵੀ ਕਹੀ ਆ ਕਿ ਕਾਮਰੇਡ ਤੇ ਸਿੱਖ ਵਿਚਾਰਧਾਰਾ ਦਾ ਕੋਈ ਆਪਸ ਵਿੱਚ ਵਿਰੋਧ ਨਹੀਂ ਹੈਗਾ। ਇੱਥੋਂ ਤੱਕ ਕਿ ਪੰਜਾਬ ਵਿੱਚ ਤਾਂ ਕਹਾਣੀ ਹੋਰ ਹੈ। ਕਮਿਊਨਿਸਟ ਧਾਰਾ ਦਾ ਬੂਟਾ ਲਾਉਣ ਵਾਲਾ ਜਿਹੜਾ ਭਾਈ ਸੰਤੋਖ ਸਿੰਘ ਨੇ ਸੀ ਨਾ, ਉਹ ਅੰਮ੍ਰਿਤਧਾਰੀ ਵੀ ਸੀਗਾ, ਤੇ ਉਹ ਰਸ਼ੀਆ ਦੇ ਇਨਕਲਾਬ ਤੋਂ ਪ੍ਰਭਾਵਿਤ ਵੀ ਸੀਗਾ। ਤੇ ਜਿਹੜੀ ਉਹਨੇ ਪਹਿਲੀ ਮੀਟਿੰਗ ਵੀ ਬੁਲਾਈ ਸੀ ਨਾ ਜੀ, ਉਹ ਵੀ ਦਰਬਾਰ ਸਾਹਿਬ ਦੇ ਅੰਦਰ ਹੀ, ਉਹ ਹਾਲ ਦੇ ਨਜ਼ਦੀਕ, ਜਿਹਨੂੰ ਆਪਾਂ ਕਹਿੰਦੇ ਆ ਸਮੁੰਦਰੀ ਹਾਲ ਵੱਜਦਾ ਵਾ, ਲਗਭਗ ਉੱਥੇ ਮੰਨੀ ਜਾਂਦੀ ਰਹੀ ਹੈ। ਤੇ ਤੀਜੀ ਗੱਲ ਇਹ ਹੈਗੀ ਆ ਕਿ ਜਦੋਂ ਜਿਹੜੀ ਗਦਰ ਮੂਵਮੈਂਟ ਆ, ਗਦਰੀ ਸੀ ਸਾਡੇ
ਉਹ ਸਿੱਖੀ ਤੋਂ ਵੀ ਪ੍ਰਭਾਵਿਤ ਸੀ ਤੇ ਕਮਿਊਨਿਸਟ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਸੀ। ਹੁਣ ਜਿਹੜੇ ਬੱਬਰ ਅਕਾਲੀ ਸੀਗੇ ਸਾਡੇ, ਉਹ ਸਿੱਖੀ ਧਾਰਾ ਤੋਂ ਵੀ ਪ੍ਰਭਾਵਿਤ ਸੀਗੇ ਤੇ ਉਹ ਜਿਹੜੇ ਹੈਗੇ ਨੇ ਆਪਣਾ ਕਮਿਊਨਿਸਟ ਸੋਚ ਤੋਂ ਵੀ, ਰਸ਼ੀਅਨ ਇਨਕਲਾਬ ਤੋਂ ਵੀ ਪ੍ਰਭਾਵਿਤ ਸੀਗੇ। ਆਹ ਤਾਂ ਮਤਲਬ ਸਾਂਝਾ ਰਹੀਆਂ ਨੇ ਮਤਲਬ ਹੈ, ਤੇ ਇਹ ਹੁਣ ਉਹਨਾਂ ਨੂੰ ਹੀ ਸਾਂਝਾ ਸਮਝਾ ਸਕਦੀਆਂ ਜਿਹੜੇ ਹਿਸਟਰੀ ਪੜ੍ਹੇ ਹੋਣਗੇ, ਜਿਹੜੇ ਸਮਝੇ ਹੋਣਗੇ ਵੀ ਪ੍ਰੋਬਲਮ ਕਿੱਥੇ ਆਈ ਆ, ਕਿੱਦਾਂ ਆਈਆਂ ਨੇ। ਸੋ ਦੂਜੀ ਚੀਜ਼ ਇੱਕ ਹੋਰ ਹੈ, ਸਿੱਖ ਵਿਚਾਰਧਾਰਾ ਤੇ ਖਾਲਿਸਤਾਨੀ ਵਿਚਾਰਧਾਰਾ ਵਿੱਚ ਵੀ ਫਰਕ ਹੈ। ਜੇਕਰ ਕੋਈ ਇਹਨੂੰ ਰਲ ਕੱਢ ਕਰੇ ਉਹ ਵੀ ਆਪਣੇ ਆਪ 'ਚ ਬਹੁਤ ਵੱਡੀ ਗਲਤੀ ਕਰ ਰਿਹਾ ਹੋਏਗਾ। ਸੋ ਇਸ ਕਰਕੇ ਜ਼ਰੂਰੀ ਹੈ ਕਿ ਇੱਕਦਮ ਸੋਸ਼ਲ ਮੀਡੀਆ ਤੇ ਆ ਕੇ ਵਿਦਵਾਨ ਬਣਨ ਨਾਲੋਂ ਪਹਿਲਾਂ ਮਾੜਾ ਜਿਹਾ ਥੋੜਾ ਜਿਹਾ ਖੁਦ ਸਟੱਡੀ ਕਰ ਲਈਏ, ਪੜ੍ਹ ਲਈਏ, ਫਿਰ ਆਪਾਂ ਗੱਲ ਕਰ ਲਈਏ। ਕਿਉਂਕਿ ਅੱਜ ਕੱਲ੍ਹ ਜਿਹੜਾ ਅਸੀਂ ਨਾ ਕਹਿੰਦੇ ਕਿ ਪੋਸਟ ਟਰੁਥ ਦੇ ਦੌਰ ਚੱਲ ਰਹੇ ਹਾਂ, ਉੱਤਰ ਸੱਚ ਦੇ ਦੌਰ ਚੱਲ ਰਹੇ ਹਾਂ। ਇੱਥੇ ਮਨੋਕਲਪਨਾ ਵਿੱਚ ਨਾ ਇੱਕ ਸੱਚ ਮੰਨ ਲੈਂਦੇ ਆ ਵੀ ਆਹ ਸੱਚ ਹੈ, ਵੀ ਮੈਂ ਹੀ ਸੱਚ ਆ, ਮੈਂ ਹੀ ਸਹੀ ਆ, ਤੇ ਆਪਣੇ ਆਪ ਨੂੰ ਸਹੀ ਦਰਸ਼ਨ ਦੇ ਲਈ ਫਿਰ ਕਈ ਤਰ੍ਹਾਂ ਦੇ ਕੁਤਰਕ ਵਰਤਦੇ ਹਾਂ ਅਸੀਂ। ਇਹ ਮਤਲਬ ਜਿਹਨੂੰ ਬਹੁਤ ਸਾਰੇ ਵਿਦਵਾਨ ਨੇ, ਅੱਜ ਕੱਲ੍ਹ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਪੋਸਟ ਟਰੁਥ ਸ਼ਬਦ ਆ ਗਿਆ ਹੈ। ਉਹ ਕੁਝ ਸਾਲ ਪਹਿਲਾਂ ਨਵਾਂ ਆਜ਼ਾਦ ਹੋਇਆ ਸ਼ਬਦ ਸੀਗਾ, ਹੁਣ ਤਾਂ 4 ਸਾਲ ਹੋ ਗਏ ਇਹਨੂੰ। ਪੋਸਟ ਟਰੁਥ ਦਾ ਇਹੀ ਮਤਲਬ ਹੁੰਦਾ ਵੀ ਬਿਨਾਂ ਕੋਈ ਸੋਚੇ ਪੜ੍ਹੇ ਆਪਣੇ ਵੱਲੋਂ ਇੱਕ ਪੂਰੀ ਘਟਨਾ ਮਿਥ ਲੈਣੀ, ਫਿਰ ਉਹਨੂੰ ਆਲੇ ਦੁਆਲੇ ਕਹਾਣੀਆਂ ਬਣਾਈ ਜਾਣੀਆਂ। ਇਹ ਜਿਹੜਾ ਪੋਸਟ ਟਰੁਥ ਦਾ ਦੌਰ ਹੈ ਨਾ, ਇਹ ਬਈ ਸਾਡੇ ਲਈ ਬਹੁਤ ਖਤਰਨਾਕ ਹੈ। ਇਸ ਲਈ ਜਿਹੜੇ ਫੇਸਬੁੱਕ ਉੱਤੇ, ਟਵਿੱਟਰ ਦੇ ਉੱਤੇ ਵਿਦਵਾਨ ਬਣਦੇ ਨੇ, ਉਹਨਾਂ ਨੂੰ ਜ਼ਰੂਰ ਚਾਹੀਦਾ ਕਿ ਥੋੜਾ ਜਿਹਾ ਪਹਿਲਾਂ ਦੇਖ ਲਓ, ਅੱਗਾ ਪਿੱਛੇ ਹਿਸਟਰੀ ਵਗੈਰਾ ਪੜ੍ਹ ਲਓ ਤੇ ਫਿਰ ਗੱਲ ਕਰ ਲਓ, ਫਿਰ ਜ਼ਿਆਦਾ ਸੋਹਣੀ ਗੱਲ ਕਰੋਗੇ ਤੁਸੀਂ। ਜੀ ਜੀ 92-164 ਤੇ ਆਉਣੇ ਰਹੋ ਜੀ ਤੁਸੀਂ। ਸਤਿ ਸ਼੍ਰੀ ਅਕਾਲ। ਹੈਲੋ ਹੈਲੋ। ਹਾਂਜੀ 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 ਮੈਂ ਦੰਨੇ ਵਾਲੇ ਸਾਹਿਬ, ਤੁਹਾਡੀ ਉਹ ਗੱਲ ਤੋਂ ਯਾਦ ਆ ਗਿਆ ਮੈਨੂੰ ਕਿ ਤੁਸੀਂ ਕਿਹਾ ਸੀ ਨਾ ਉਹ ਠੇਕੇ ਵਾਲੀ ਪੋਸਟ ਪਾਈ ਸੀ, ਲੋਕ ਤੁਹਾਨੂੰ ਕਹਿਣ ਲੱਗੇ ਸੀ। ਔਰ ਇੱਕ ਬਾਈ ਜੀ ਦੀ ਕੈਨੇਡਾ ਤੋਂ ਆਈ ਸੀ ਕਾਲ, ਉਹ ਕਹਿੰਦੇ ਜੀ ਇੱਥੇ ਏਦਾਂ 20% ਕਰਦੇ ਆ ਜੀ। ਉਹ ਮੈਂ ਥੋੜਾ ਜਿਹਾ ਇਹ ਕਹਿਣਾ ਚਾਹੁੰਦਾ ਕਿ ਹਜੇ ਨਾ ਆਪਣੇ ਲੋਕ ਇੱਥੇ ਠੇਕੇ ਤੇ ਲੈਣ ਨਹੀਂ ਲੱਗੇ ਹੈਗੇ, ਹਜੇ ਉਹ ਗੋਰੇ ਹੀ ਲੈਂਦੇ ਆ ਸ਼ਾਇਦ, ਤਾਂ ਕਰਕੇ ਆ। ਹੁਣ ਤੁਸੀਂ ਟਰੱਕਿੰਗ 'ਚ ਦੇਖ ਲਓ, ਜਿੱਥੇ 4-4 ਅੱਜ ਮੈਂ ਵੇਖੀ ਜਾਂਦੇ ਇੱਕ ਬਾਈ ਰੌਲਾ ਵਿਚਾਰਾ ਬਹੁਤ ਔਖਾ ਹੋਇਆ ਬੈਠਾ ਸੀ, ਕਹਿੰਦਾ ਯਾਰ ਕੁਛ ਤਾਂ ਬਚਾ ਲਓ, ਕਹਿੰਦਾ ਇੰਨੇ ਕਹਿੰਦਾ ਆਪਾਂ ਕਿਹੜੀ ਨਹੀਂ ਬਿਮਾਰੀ ਲਵਾਈ, ਕਹਿੰਦਾ ਤੁਸੀਂ ਇੱਕ ਗੱਲ ਦੱਸੋ, ਤੇ ਤੁਸੀਂ ਕਹਿੰਦਾ $50,000 ਕਹਿੰਦਾ ਕੋਈ ਬੋਝੇ ਚੋਂ ਕੱਢ ਕੇ ਦਿਖਾ ਦਿਓ, ਕਹਿੰਦਾ ਇੰਨਾ ਬੁਰਾ ਹਾਲ ਕਰੀ ਜਾਂਦੇ ਆਪਾਂ। ਹੈਲੋ। ਜੌਬ ਬਣਾਤੀ ਅਸੀਂ ਲੇਬਰ ਨਾਲੋਂ ਵੀ ਥੱਲੇ ਸਿੱਟੀ ਲਿਆ ਕੇ। ਔਰ ਦੂਸਰੀ ਗੱਲ ਘਰਾਂ ਦੇ ਵਿੱਚ ਲਾ ਲਓ ਜੀ, ਇੱਥੇ ਬਰੈਂਪਟਨ 'ਚ ਸਾਡੇ ਜਾਂ ਜਿੱਥੇ ਆਪਣੇ ਲੋਕਾਂ ਦੀ ਗਿਣਤੀ ਜ਼ਿਆਦਾ ਸਰੀ 'ਚ ਲਾਈਨਾਂ ਲਾ ਕੇ ਉਹ ਬਿਲਡਰ ਇੱਕ ਦਿਨ ਜੇ 5 ਲੱਖ ਦਾ ਕੱਢਦਾ ਤੇ ਅਗਲੇ ਦਿਨ ਉਹ 6 ਲੱਖ ਦਾ ਕਰਕੇ ਸਾਡੇ ਲੋਕ ਕਰਾ ਕੇ ਤੇ ਸਾਈਨ ਕਰਕੇ ਆਉਂਦੇ ਆ ਜੀ। ਸੋ ਅਸੀਂ ਸਾਰੇ ਥਾਂ ਦੇ ਇੱਕੋ ਜਿਹੀਆਂ ਹਿਸਾਬ ਕਿਤਾਬ ਅਸੀਂ ਘੱਟ ਹੀ ਲਾਉਣੇ ਆ, ਤੇ ਇਹਦੇ ਕਰਕੇ ਵੀ ਉਹ ਜਿਹੜੀ ਜੇ ਅਸੀਂ ਕਿਸੇ ਨੂੰ ਕਹਿ ਦਿੰਦੇ ਆ ਵੀ ਇਹ ਚੀਜ਼ ਮਹਿੰਗੀ ਆ, ਤੇਰੇ ਨੁਕਸਾਨ 'ਚ ਜਾਊਗੀ, ਉਲਟਾ ਸਗੋਂ ਉਹ ਗੁੱਸੇ ਹੋ ਜਾਂਦਾ ਜੀ। ਬਸ ਆਈ ਹੈ ਓਕੇ ਜੀ, ਧੰਨਵਾਦ ਜੀ। ਉਹ ਇੱਥੇ ਤਾਂ ਨਾ ਸ਼ਵਿੰਦਰ ਜੀ, ਜਿਹੜੀ ਮੈਂ ਗੱਲਬਾਤ ਤੋਂ ਪਹਿਲਾਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਮੈਂ ਇੱਕ ਵੀਡੀਓ ਪਾਤੀ ਬੁੱਲਾ ਕੀ ਜਾਣਾ ਮੈਂ ਕੌਣ, ਤੇ ਉਹਨਾਂ ਇੱਕ ਪੇਜ ਵਾਲਿਆਂ ਨੇ ਕਰਕੇ ਤੇ ਚੱਕ ਲਈ ਉਹ। ਮੈਂ ਉਹਨਾਂ ਨੂੰ ਵੀ ਹੇਠਾਂ ਕਮੈਂਟ ਕਰਤਾ ਵੀ ਘੱਟੋ ਘੱਟ ਮੈਨੂੰ ਕ੍ਰੈਡਿਟ ਤਾਂ ਦੇ ਦਿਓ ਵੀ 2004 ਦੇ ਵਿੱਚ ਮੈਂ ਪਾਕਿਸਤਾਨ ਗਿਆ ਸ਼ੂਟ ਕੀਤੀ। ਤੇ ਇੱਕ ਹੇਠਾਂ ਕਮੈਂਟ ਆ, ਕਹਿੰਦਾ ਉਦੋਂ ਕਿਹੜਾ ਮੋਬਾਈਲ 'ਚ ਕੈਮਰੇ ਹੁੰਦੇ ਸੀ, ਕਹਿੰਦਾ ਤੂੰ ਮੈਨੂੰ ਦੱਸ। ਮੈਂ ਕਿਹਾ ਭਰਾ ਉਦੋਂ 6 ਲੱਖ ਦਾ ਕੈਮਰਾ ਸੀ ਜਿਹਦੇ ਉੱਤੇ ਸ਼ੂਟ ਕੀਤੀ ਸੀ, ਹੈ ਜੀ, ਵੀ ਉਦੋਂ 2004 'ਚ YouTube ਆ ਗਈ ਸੀ, ਮੈਂ ਉਹਨੂੰ ਫੇਰ ਦੱਸਿਆ ਹੈ। ਤੁਸੀਂ ਤਾਂ ਅੱਜ ਗੱਲ ਕਰਦੇ ਹੋ। ਸੋ ਪਤਾ ਹੀ ਨਹੀਂ ਹੁੰਦਾ ਵੀ ਪਿੱਛੇ ਹੈ ਕਿ ਅੱਜ ਅਸਲ ਦੇ ਵਿੱਚ ਚੀਜ਼ ਕੀ ਹੈਗੀ ਨਾ। ਕੁਛ ਤਾਂ ਦੇਖਿਆ ਜਾਵੇ ਕਿ ਲੋਕ ਹੀ ਇਹੋ ਜਿਹੇ ਹੋ ਗਏ, ਕਈਆਂ ਨੂੰ ਪਤਾ ਹੀ ਨਹੀਂ ਵੀ ਮੇਰੇ ਨਾਲ ਇੱਕ ਬੰਦਾ, ਹੁਣ ਮੈਂ ਉਹਨੂੰ ਬਲੌਕ ਕੀਤਾ, ਉਹ ਮੇਰੇ ਕੋਲ ਇੱਥੇ ਸੌਰੀ ਫੀਲ ਕਰੀ ਜਾਂਦਾ ਹੁੰਦਾ ਸੀਗਾ ਪਰਸਨਲ ਮੈਸੇਜ ਤੇ, ਉੱਥੇ ਕਮੈਂਟ ਉਲਟੇ ਪਾਈ ਜਾਣੇ, ਉੱਧਰ ਕਮੈਂਟ ਪਾ ਕੇ ਇੱਕ ਕਮੈਂਟ ਸੌਰੀ ਦਾ ਜੀ, ਕਹਿੰਦਾ ਆਕੜ ਤਾਂ ਉੱਥੇ ਥੋੜ੍ਹੀ ਜਿਹੀ ਦਿਖਾਉਣੀ ਪੈਂਦੀ ਹੈ ਜੀ, ਹੈ ਨਾਲੇ ਮੇਰੇ ਤੋਂ ਨੌਕਰੀਆਂ ਭਾਲਦਾ ਫਿਰਦਾ ਸੀ। ਦੱਸੋ ਇਹੋ ਜਿਹੀ ਤਾਂ ਲੋਕਾਂ ਦੀ ਸੋਚ ਹੈ। ਇੱਥੇ ਨਾ ਅਸਲ 'ਚ ਨਾ ਇਹ ਤੁਸੀਂ ਐਂ ਮੰਨ ਕੇ ਚਲੋ ਵੀ ਜਿਹੜਾ ਸੋਸ਼ਲ ਮੀਡੀਆ ਨਾ ਦਾਨੇ ਵਾਲੀ ਸਾਹਿਬ ਜੀ, ਸੋਸ਼ਲ ਮੀਡੀਆ ਅਸਲ ਵਿੱਚ ਉਹ ਚੀਜ਼ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਵੀ ਇੱਥੇ ਨਾ ਜਿਹੜਾ ਕੁਝ ਤੁਹਾਨੂੰ ਦਿਖਦੇ ਨੇ ਨਾ ਬੰਦੇ, ਉਹ ਹੁੰਦੇ ਨਹੀਂ ਹੈਗੇ। ਤੇ ਇਹ ਮਾਧਿਅਮ ਕਾਫੀ ਪੁਰਾਣੇ ਨੇ। ਦੇਖੋ YouTube ਆਈ ਹੈਗੀ ਆ, ਮਤਲਬ 2005 ਦੇ ਵਿੱਚ ਆਈ ਸੀਗੀ, ਫਰਵਰੀ 14 'ਚ ਲਾਂਚ ਹੋਈ ਸੀ। 5 ਕਿਤੇ 'ਚ, ਹਾਂ ਉੱਥੋਂ ਕਿਤੇ ਮੈਂ 4 ਕਹਿ ਗਿਆ, ਉਹ ਐਂਡ ਸੀ ਕਿਉਂਕਿ ਮੈਂ ਨਵੰਬਰ 'ਚ ਗਏ ਸੀ ਨਾ ਉਦੋਂ ਗੁਰਪੁਰਬ ਤੇ, ਉੱਥੇ ਤੇ ਆ ਕੇ ਪਾਈ ਸੀ। ਹਾਂ ਬਸ ਹਾਂਜੀ ਫੇਸਬੁੱਕ ਮੇਰੇ ਖਿਆਲ ਆਈ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ 6 ਦੇ ਵਿੱਚ ਇਹ ਆ ਚੁੱਕੀ ਸੀਗੀ। ਹਾਂਜੀ ਔਰਕੁੱਟ ਸੀਗੀ ਉਦੋਂ, ਔਰਕੁੱਟ ਸੀਗਾ ਪਹਿਲਾਂ ਔਰਕੁੱਟ ਬਹੁਤ ਚੱਲਦੀ ਹੁੰਦੀ ਸੀ, 6 ਦੇ ਵਿੱਚ ਇਹ ਆਈ ਹੋਏਗੀ ਆ, ਫੇਸਬੁੱਕ ਆਈ ਹੈ, ਲੇਕਿਨ ਉਦੋਂ ਇੰਨੇ ਚਰਚੇ 'ਚ ਨਹੀਂ ਸੀ ਕਿਉਂਕਿ ਮੈਂ
ਖੁਦ ਵੀ 10 ਵਿੱਚ ਜੁਆਇਨ ਕੀਤੀ, ਉਹ ਵੀ ਜਦੋਂ ਮੈਨੂੰ ਮੇਰੇ ਦੋਸਤ ਕਹਿਣ ਲੱਗੇ, ਮੈਂ ਵੀ 10 'ਚ ਜੁਆਇਨ ਕੀਤੀ ਹੈ ਜੀ, ਕਹਿਣ ਲੱਗੇ ਕਿ ਯਾਰ ਫੇਸਬੁੱਕ ਵੀ ਕੋਈ ਚੀਜ਼ ਹੁੰਦੀ ਹੈ, ਤੂੰ ਆਇਆ ਕਰ। ਮੈਂ ਚਲੋ ਠੀਕ ਆ ਭਾਈ, ਆ ਜਾਂਦੇ ਆ। ਸੋ ਲੇਕਿਨ ਉਦੋਂ 4 ਸਾਲ ਪਹਿਲਾਂ ਫਿਰ ਔਰਕੁਟ ਵਗੈਰਾ ਚੱਲਦੀ ਸੀ, ਉਹਦੇ ਤੇ ਮੈਂ ਪਹਿਲਾਂ ਯਾਹੂ ਮੈਸੇਂਜਰ ਸੀਗਾ। ਉਹ ਮੈਨੂੰ ਲੱਗਦਾ ਆਪਾਂ ਤਾਂ ਹੀ ਬਚੇ ਰਹੇ ਕਿ ਉਹਨਾਂ ਸਮੇਂ 'ਚ ਵਧੀਆ ਕਿਤਾਬਾਂ ਪੜ੍ਹ ਕੇ। ਜੀ ਬਿਲਕੁਲ। ਤੇ ਹੁਣ ਆਪਾਂ ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਨੂੰ ਦੇਖੋ, ਇੱਧਰ ਨਵਜੋਤ ਸਿੰਘ ਸਿੱਧੂ ਆਪਦਾ ਅਹੁਦਾ ਸੰਭਾਲ ਰਹੇ ਸੀ ਤੇ ਲੰਬੀ ਹਲਕੇ ਦੀ ਚਰਚਿਤ ਸ਼ਖਸੀਅਤ ਗੁਰਮੀਤ ਸਿੰਘ ਖੁੱਡੀਆਂ ਆਪਦੇ ਪਿੰਡ ਚੋਂ ਅਲਵਿਦਾ ਕਹਿ ਰਹੇ ਸੀਗੇ ਇਹਨੂੰ, ਕਾਂਗਰਸ ਨੂੰ। ਅੱਜ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ। ਇਹਦੇ ਉੱਤੇ ਗੱਲਬਾਤ ਕਰਨ ਤੇ ਅੱਗੇ ਆਪਾਂ ਇੱਕ ਕਾਲ ਲੈ ਲਈਏ। 9264 ਤੇ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਦਾਨੇਵਾਲੇ ਸਾਹਿਬ ਤੇ ਸੁੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਦੇਖੋ ਜੀ, ਜਿਹੜੇ ਆਪਣੇ ਕਿਸਾਨ ਆਗੂਆਂ ਦੀ ਗੱਲਬਾਤ ਚੱਲਦੀ ਪਈ ਰੁਲਦੂ ਸਿੰਘ ਵਾਲੀ ਜੀ, ਇਹ ਗੱਲ ਕਹਿ ਲਓ ਜਾਂ ਤੁਸੀਂ ਇਸ ਗੱਲ ਦੇ ਨਾਲ ਸਿੱਧੂ ਵਾਲੀ ਗੱਲ ਨੂੰ ਜੋੜ ਲਓ, ਜਿਹੜੀ ਖੂਹ ਪਿਆਸੇ ਵਾਲੀ ਗੱਲ ਚੱਲਦੀ ਸਾਰਿਆਂ ਸੁਣੀ ਹੈ, ਠੀਕ ਹੈ ਕਿ ਨਹੀਂ? ਇਹ ਸਿਆਣੇ ਇਹ ਗੱਲ ਕਹਿੰਦੇ ਨੇ ਕਿ ਪਹਿਲਾਂ ਬੋਲਣ ਤੋਂ ਗੱਲ ਨੂੰ ਵਿਚਾਰ ਲਈਦਾ ਆਪਣੇ ਅੰਦਰ ਤੇ ਉਹਨੂੰ ਤੋਲ ਲਈਦਾ ਕਿ ਇਹਦਾ ਵਜਨ ਕਿਸ ਪਾਸੇ ਨੂੰ ਜਾਏਗਾ, ਕਿ ਕਿਹਦੇ ਹੱਕ 'ਚ ਜਾਏਗਾ ਤੇ ਕਿਹਦੀ ਬੁਰਾਈ ਜਾਏਗਾ ਤੇ ਮੇਰੇ ਉੱਤੇ ਦਾ ਕੀ ਪ੍ਰਭਾਵ ਪਵੇਗਾ। ਇਹੀ ਗੱਲ ਸਿੱਧੂ, ਇਹੀ ਗੱਲ ਇੱਕ ਲਫ਼ਜ਼ ਹੀ ਹੈ, ਲਫ਼ਜ਼ ਬਦਲ ਗਿਆ ਵੀ ਤੁਸੀਂ ਮੇਰੇ ਕੋਲ ਚੱਲ ਕੇ ਆਓ, ਮੈਂ ਖੂਹ ਹਾਂ ਤੇ ਤੁਸੀਂ ਪਿਆਸੇ ਹੋ। ਤੇ ਜੇ ਇਹੋ ਹੀ ਕਹਿ ਦਿੰਦਾ ਵੀ ਮੈਂ ਚੱਲ ਕੇ ਆਵਾਂਗਾ ਵੀ ਤੁਹਾਡੇ ਕੋਲ, ਤੇ ਗੱਲ ਬਦਲ ਗਈ ਨਾ, ਇੱਕ ਲਫ਼ਜ਼ ਹੀ ਹੈ ਨਾ। ਉਹ ਕਿੰਨਾ ਉਹਦਾ ਵਿਰੋਧ ਹੋਣ ਡਿਆ। ਇਹ ਗੱਲ ਰੁਲਦੂ ਸਿੰਘ ਦੀ, ਮੈਂ ਰੁਲਦੂ ਸਿੰਘ ਨੂੰ ਇਹ ਗੱਲ ਮਤਲਬ ਪਿਆਰ ਨਾਲ ਕਹਿਣਾ ਵੀ ਅਸਲ ਵਿੱਚ ਇਹ ਆ ਵੀ ਇਹਦਾ ਤੁਸੀਂ ਮਤਲਬ ਦੱਸੋ ਵੀ ਤੁਸੀਂ ਕਿਸ ਮਤਲਬ ਧਿਆਨ ਕਿਹੜੇ ਝਾਕ ਕੇ ਕਹਿ ਰਹੇ ਹੋ ਕਿ ਉਹਨੇ ਸਾਡੇ ਉੱਥੇ ਬੈਠੇ ਨੇ ਉਹ 25,000 ਮੁੰਡਾ ਮਰਵਾਤਾ, ਹੁਣ ਉੱਥੇ ਬੈਠਾ ਹੈ ਫਲਾਣਾ ਢਿੰਗੜਾ, ਏਦਾਂ ਮਤਲਬ ਉਹਦਾ ਪਤਾ ਕੀ ਕਹਿਣ ਦਾ ਭਾਵ ਇਸ਼ਾਰਾ ਜੋ ਅਸੀਂ ਤੁਸੀਂ ਸਮਝਦੇ ਹਾਂ ਕਿ ਆ 2-3 ਮੁੰਡੇ ਜਿਹੜੇ ਸਾਡੇ ਅੱਗੇ ਹੋ ਕੇ ਤੇ ਪਿੰਡਾਂ 'ਚ ਪ੍ਰਚਾਰ ਕਰਦੇ ਫਿਰਨੇ, ਉਹ ਇਹ ਬੰਦੇ ਜਿਹੜੇ ਨੇ ਨਾ ਲੀਡਰ ਇੱਥੇ ਬੈਠੇ ਕਿਸਾਨੀ ਵਾਲੇ, ਇਹ ਚਾਹੁੰਦੇ ਨੇ ਵੀ ਉਹ ਮੁੰਡੇ ਅੱਗੇ ਨਾ ਆਉਣ ਇੱਥੇ ਜੀ। ਜੇ ਉਹ ਅੱਗੇ ਆਉਂਦੇ ਨੇ ਤੇ ਉਹ ਉੱਭਰਦੇ ਨੇ ਗਾਂ, ਉਹਨਾਂ ਦਾ ਨਾਂ ਹੁੰਦਾ ਏ। ਨਹੀਂ, ਪਰ ਉਹਨਾਂ ਦੇ ਨਹੀਂ ਗੱਲ ਸੁਣੋ, ਉੱਭਰਨ ਮੈਂ ਸੀ ਨਹੀਂ ਕਹਿੰਦੇ ਨਾ ਉੱਭਰਨ, ਪਰ ਜਿਹੜਾ ਉਹ ਵੀ ਸ਼ਾਰਟਕਟ ਮਾਰਦੇ ਆ ਨਾ, ਉਹ ਵੀ ਤੱਤੇ ਤਵੇ ਤੇ ਰੋਟੀਆਂ ਲਾਉਂਦੇ ਨੇ। ਆਪਦਾ ਤੁਸੀਂ ਪਿੰਡਾਂ ਜਾਓ, ਇਕੱਠ ਤੁਸੀਂ ਉੱਥੇ ਗਏ ਕੀ ਕੰਮ ਹੋ ਤੇ ਕੰਮ ਤੁਸੀਂ ਉੱਥੇ ਕੀ ਕਰਦੇ ਫਿਰਦੇ ਹੋ, ਇਹ ਵੀ ਤਾਂ ਬਿਲਕੁਲ ਠੀਕ ਹੈ। ਪਰ ਮੇਰਾ ਅਸਲ ਕਹਿਣ ਦਾ ਮਤਲਬ ਇਹ ਆ ਦਾਨੇਵਾਲੀ ਸਾਹਿਬ, ਤੁਸੀਂ ਦੋਵੇਂ ਸਿਆਣੇ ਬੰਦੇ ਹੋ ਜੀ, ਪਰ ਮੈਂ ਇਸ ਗੱਲ ਤੇ ਆਉਣਾ ਚਾਹੁੰਦਾ ਕਿ ਰੁਲਦੂ ਸਿੰਘ ਨੂੰ ਇਹ ਗੱਲ ਉੱਥੇ ਤੇ ਨਹੀਂ ਕਰਨੀ ਚਾਹੀਦੀ। ਹਾਂ, ਜਿਹੜੀ ਚੀਜ਼ ਆਪਾਂ ਕਹਿੰਦੇ ਕਿ ਹਰ ਦੇਖੋ ਜੀ, ਹਰ ਗੱਲ ਦਾ ਇੱਕ ਮਹਿਣਾ ਹੁੰਦਾ, ਕਿੱਥੇ ਕਰਨੀ ਹੈ ਕਿੱਥੇ ਨਹੀਂ ਕਰਨੀ। ਹਾਂ, ਕਿਸ ਵਕਤ ਕਰਨੀ ਹੈ, ਕਦੋਂ ਕਰਨੀ ਹੈ, ਇਹਦਾ ਮਹਿਣਾ ਕੀ ਨਿਕਲੇਗਾ, ਇਹ ਜਾਏਗੀ ਕਿੱਧਰ ਨੂੰ। ਫਿਰ ਤੂੰ ਗੋਲ ਮਟੋਲ ਗੱਲ ਕਰਕੇ ਕਰਨਾ, ਜਾਂ ਤੇ ਤੂੰ ਇੱਕ ਨਿਸ਼ਾਨਾ ਰੱਖ। ਜੇ ਤੂੰ ਇਸ਼ਾਰਾ ਕਰਦਾ ਪੰਨੂ ਵੱਲ, ਪੰਨੂ ਦਾ ਨਾਂ ਲੈ ਕੇ ਗੱਲ ਕਰ, ਆਪੇ ਵੇਰਵਾ ਨਿਕਲ ਜਾਏਗਾ। ਜੇ ਤੂੰ ਅਜੀਤ ਸਿੰਘ ਦਾ ਗੱਲ ਕਰਦਾ ਪਿਆ, ਜਿਹੜੀ ਉਹ ਭਾਅ ਪਹਿਲਾਂ ਕਹਿ ਕੇ ਗਿਆ, ਉਹ ਵਾਕਿਆ ਜੋ ਕਹਿੰਦਾ ਠੀਕ ਆ, ਉੱਥੇ ਤੁਹਾਡੇ ਉਹਨੂੰ ਇਸ ਤਰ੍ਹਾਂ ਹੀ ਬੋਲਦੇ ਨੇ। ਮੇਰੇ ਪਾਪਾ ਜੀ ਵੀ ਉਹਦੇ ਨਾਲ ਕੋਈ ਸਰਸਾਦ ਕੀਤਾ ਸੀ। ਅੱਛਾ, ਤੇ ਤੂੰ ਕਿਸੇ ਬੰਦੇ ਨੂੰ ਕੋਈ ਟਿਕਾਣਾ ਤੇ ਰੱਖ ਕੇ ਕਰ। ਹੁਣ ਇਹਦਾ ਮਤਲਬ ਜੇ ਤੇਰੇ ਕੋਲ ਜਵਾਬ ਪੁੱਛਦੇ ਆ, ਤੂੰ ਕਹਿੰਦਾ ਵੀ ਮੈਂ ਪੰਨੂ ਨੂੰ ਕਹਿ, ਹੁਣ ਵੀ ਨਾਂ ਨਹੀਂ ਲੈਂਦਾ, ਕਹਿੰਦਾ ਮੈਂ ਤੁਹਾਡਾ ਜੀ ਕਹਿਣਾ। ਇਸ ਕਰਕੇ ਮੇਰਾ ਦਾਨੇਵਾਲੀ ਸਾਹਿਬ ਮਤਲਬ ਇਹ ਹੈ ਵੀ ਜਿਹੜਾ ਕਿਸਾਨੀ ਮੋਰਚਾ ਚੱਲਦਾ ਪਹਿਲਾਂ, ਉਹਦਾ ਇਸ 25,000 ਨਾਲ ਸ਼ਹਾਦਤਾਂ ਨਾਲ ਜਿਹੜੇ ਸਾਡੇ ਨੌਜਵਾਨ ਸ਼ਹਾਦਤਾਂ ਦੇ ਗਏ ਨੇ, ਉਹਨਾਂ ਦਾ ਇਹਦੇ ਨਾਲ ਸੰਬੰਧ ਹੀ ਕੋਈ ਨਹੀਂ। ਤੂੰ ਗੱਲ ਹੀ ਕਿਉਂ ਛੇੜਦਾ? ਗੱਲ ਤੇ ਇਹ ਮੋਰਚੇ ਨਾਲ ਉਹਦਾ ਕੀ ਫਰਕ ਹੈ? ਨਹੀਂ, ਮੋਰਚੇ ਨਾਲ ਗੱਲ ਇਹ ਵੀ ਹੈ ਨਾ ਜੀ, ਜਿਹੜਾ 26 ਜਨਵਰੀ ਨੂੰ ਕੀਤਾ ਉਹਨੇ ਪਤਾ ਨਹੀਂ ਕਿੰਨੇ ਮਰਵਾ ਦੇਣੇ ਸੀ। ਇਹ ਵੀ ਤਾਂ ਇੱਕ ਗੱਲ ਹੈ ਨਾ। ਹਾਂ, ਠੀਕ ਹੈ। ਨਹੀਂ, ਇਹ ਵੀ ਤਾਂ ਗੱਲ ਹੈ। 26 ਜਨਵਰੀ ਨੂੰ ਉਹ ਤਾਂ ਮੋਟਰਸਾਈਕਲ ਤੇ ਚੜ੍ਹ ਕੇ ਭੱਜ ਗਿਆ ਸੀ ਤੇ ਜਿਹੜੀਆਂ ਧੀਆਂ ਭੈਣਾਂ ਉੱਥੇ ਬੈਠੀਆਂ ਸੀ ਗਾਜੀਪੁਰ, ਤੇ ਉਹ ਉਦੋਂ ਮੁੜ ਕੇ ਦੇਖੋ ਕਿਵੇਂ ਬੀਜੇਪੀ ਵਾਲਿਆਂ ਨੇ ਡਲੇ ਮਰਵਾਏ ਆ, ਤੇ ਉਹ ਤਾਂ ਤਿਆਰੀਆਂ ਵੱਟੀ ਬੈਠੇ ਸੀ ਵੀ ਰਾਤ ਨੂੰ ਜਦੋਂ ਰੁਦਰਪੁਰ ਨੂੰ ਮੁੜੀਆਂ ਟਰਾਲੀਆਂ ਤੇ ਅਸੀਂ ਕੀ ਕਾਰਵਾਈ ਪਾਉਣੀ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਤੇ ਇਹ ਗੱਲ ਜਿਹੜੀ ਹੁਣ ਰੁਲਦੂ ਸਿੰਘ ਕਰਦਾ, ਇਹਦਾ ਗੱਲ ਦਾ ਕੋਈ ਭਾਵ ਅਰਥ ਨਹੀਂ ਬਣਦਾ। ਇਹ ਗੱਲ ਹੋਰ ਹੈ, ਜੇ ਆਪਾਂ ਉਹਨਾਂ ਦੀ ਜਸਟੀਫਿਕੇਸ਼ਨ ਕਰੀਏ ਕਿ ਉਹ ਬੰਦੇ ਸਹੀ ਹੈ, ਰੁਲਦੂ ਸਿੰਘ ਗਲਤ ਹੈ, ਫਿਰ ਗਲਤ ਹੈ। ਗਲਤ ਦੋਵੇਂ ਆ, ਇੱਥੇ ਆਈਏ, ਦੋਵੇਂ ਗਲਤ ਨੇ ਇੱਥੇ। ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਤੇ ਰੁਲਦੂ ਸਿੰਘ ਨੂੰ ਵੀ ਇਹ ਗੋਲ-ਮੋਲ ਗੱਲ ਨਹੀਂ ਕਰਨੀ ਚਾਹੀਦੀ। ਕੋਈ ਨਿਸ਼ਾਨਾ ਰੱਖ ਕੇ ਗੱਲ ਕਰੇ ਵੀ ਮੈਂ ਇਸ ਬੰਦੇ ਤੇ ਨਿਸ਼ਾਨਾ ਰੱਖ ਕੇ ਕਰਨਾ, ਇਸ ਧਿਆਨ 'ਚ ਰੱਖਦਾ ਪਿਆ ਵਾਂ ਜੀ ਜੀ। ਇਹਦਾ ਗੋਲ-ਮੋਲ ਗੱਲ ਕੀਤਾ, ਗਲਬਾ ਮਤਲਬ ਇਹ ਵਿਧਾਨ ਵੱਧਦਾ ਹੈ, ਘਟਦਾ ਨਹੀਂ ਗਾ। ਗੱਲ ਨੂੰ ਇੱਕ ਟਿਕਾਣੇ ਲਾ ਕਰਨਾ ਚਾਹੀਦਾ। ਮਿਹਰਬਾਨੀ ਸਾਹਿਬ, ਮਿਹਰਬਾਨੀ ਜੀ। ਜੀ ਸ਼ਵਿੰਦਰ ਜੀ, ਦੇਖੋ ਗੱਲ ਇਹ ਵੇ ਕਿ ਪਹਿਲੀ ਗੱਲ ਤਾਂ ਹੈਗੀ ਹੈ ਕਿ
ਜਿਵੇਂ ਇਹਨਾਂ ਨੇ ਕਿਹਾ ਵੀ ਨੌਜਵਾਨ ਮੁੰਡਿਆਂ ਦਾ ਮਸਲਾ, ਉਹ ਤਾਂ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਦੇ ਉਹ ਵੀ ਕੋਈ ਏਡੇ ਨਹੀਂ ਹੈਗੇ, ਮਤਲਬ ਹਿਸਾਬ ਕਿਤਾਬ ਉਹਨਾਂ ਦਾ ਤੁਹਾਨੂੰ ਪਤਾ ਵੀ ਉਹ ਵੀ ਬਣੇ ਬਣਾਏ ਮੋਰਚੇ ਉੱਤੇ ਕਬਜ਼ਾ ਕਰਨ ਵਾਲੀ ਕੈਟਾਗਰੀ ਹੈਗੀ ਸੀਗੀ, ਤੇ ਬਾਅਦ ਵਿੱਚ ਜਦੋਂ ਲੋੜ ਪੈਣ ਤੇ ਭੱਜੇ ਵੀ ਨੇ, ਕਿਉਂਕਿ ਕਿਸਾਨ ਲੀਡਰ ਤਾਂ ਖੜਨ ਵਾਲੇ ਦਿਖੇ ਨੇ ਅਜੇ ਤੱਕ, ਤੇ ਉਹ ਭੱਜੇ ਨੇ। ਤੇ ਉਹਨਾਂ ਦੀ ਜਿਹੜੀ ਇਕੱਲੀ ਜਿਹੜੀ ਹੈਗੀ ਅਸੀਂ ਪ੍ਰਕਿਰਿਆ ਦੇਖੀ ਹੈ ਉਹਨਾਂ ਦੇ ਸਾਰਾ ਹਿਸਾਬ ਕਿਤਾਬ, ਉਹਦੇ ਵਿੱਚ ਉਹ ਤਾਂ ਜੱਗ ਸਹਾਈ ਦਾ ਹੀ ਕਾਰਨ ਬਣੇ ਨੇ, ਸਗੋਂ ਮੋਰਚੇ ਨੂੰ ਨੁਕਸਾਨ ਕੀਤਾ। ਦੂਜੀ ਗੱਲ ਕਿਸਾਨ, ਤੁਸੀਂ ਕਿਹਾ ਵੀ ਕਿਸਾਨ ਲੀਡਰ ਨੇ ਜਿਹੜੇ ਉਹ ਮਤਲਬ ਚਾਹੁੰਦੇ ਨੇ ਵੀ ਸਾਡਾ ਜੋ ਮੁੰਡੇ ਅੱਗੇ ਨਾ ਲੰਘ ਜਾਣ, ਉਹਦੇ ਨਾਲ ਕਿਸਾਨ ਲੀਡਰਾਂ ਤੇ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈਗੀ। ਉਹ ਤਾਂ ਨਹੀਂ ਹੈਗਾ, ਕਿਸਾਨ ਲੀਡਰਾਂ ਨੇ ਤਾਂ ਸਾਰੀ ਉਮਰ ਐਜੀਟੇਸ਼ਨਾਂ ਲੜਨੀਆਂ ਨੇ, ਸੰਘਰਸ਼ ਲੜਨੇ ਨੇ। ਇਹ ਮੁੰਡਿਆਂ ਨੇ ਹੀਰੋ ਬਣਨ ਲਈ ਆਏ ਨੇ, ਕਿਸੇ ਨੇ ਸਿਆਸੀ ਤੌਰ ਤੇ ਫਿੱਟ ਹੋਣਾ, ਕਿਸੇ ਨੇ ਕੋਈ ਆਪਣੀ ਫਿਲਮੀ ਦੁਨੀਆ ਚਮਕਾਉਣੀ ਆ, ਕਿਸੇ ਨੇ ਕੁਝ ਕਰਨਾ ਹੈਗਾ, ਠੀਕ ਹੈ। ਤਾਂ ਮੁਕਾਬਲਾ ਉਹਨਾਂ ਦਾ ਹੁੰਦਾ ਜਿਹੜੇ ਇੱਕ ਹੀ ਪ੍ਰੋਫੈਸ਼ਨ ਵਾਲੇ ਹੋਣ। ਇਹਨਾਂ ਨੇ ਸੰਘਰਸ਼ ਲੜੇ ਨੇ ਸਾਰੀ ਉਮਰ, ਤੇ ਸੰਘਰਸ਼ ਹੀ ਲੜਦੇ ਹੈਗੇ ਨੇ। ਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇੱਕ ਮਸਲਾ ਤਾਂ ਹੈਗਾ, ਜਿਵੇਂ ਆ ਗੁਰਪ੍ਰੀਤ ਪੰਨੂ ਟਿੱਪਣੀਆਂ ਕਰਦਾ ਹੋਰ ਕਰਦਾ, ਪਰ ਜਿਵੇਂ ਇਹ ਗੱਲ ਜਾ ਕੇ ਹੁਣ ਭਿੰਡਰਾਂ ਵਾਲੇ ਉੱਤੇ ਚਲੇਗੀ ਵੀ ਰੁਲਦੂ ਸਿੰਘ ਨੇ ਭਿੰਡਰਾਂ ਵਾਲੇ ਨੂੰ ਵੀ ਐਂ ਬੋਲਤਾ, ਪੁਰਾਣੇ ਉਹ ਮਤਲਬ 80 ਵਾਲੇ ਦੌਰ ਤੇ ਚਲੇਗੀ। ਮੈਨੂੰ ਲੱਗਦਾ ਉਹਨੂੰ ਇੰਨੀ ਖਿੱਚਣ ਵਾਲੇ ਨਾ ਸਿਰਫ ਇਸ਼ਾਰਾ ਕਰ ਦਿੰਦਾ ਵੀ ਆ ਜਿਵੇਂ ਪੰਨੂ ਐਂ ਕਰ ਰਿਹਾ ਵੀ ਸਾਡੇ ਭਾਈ ਮੁੰਡੇ ਮਰਵਾਉਣੇ ਨੇ, ਜਾਂ ਫਿਰ ਅਸੀਂ ਅਤੀਤ ਦਾ ਤਜਰਬਾ ਦੇਖ ਚੁੱਕੇ ਆ, ਵੀ ਕਿਹਾ ਜਾ ਸਕਦਾ ਸੀ। ਉਹਦੀ ਨਾ ਜ਼ਬਾਨ, ਇੱਕ ਗੱਲ ਨਾ ਕਹਿਣ ਦਾ ਢੰਗ ਹੁੰਦਾ, ਇਹਦੇ ਵਿੱਚ ਇੱਕੋ ਹੀ ਪ੍ਰੋਬਲਮ ਰਹੀ ਹੈ ਕਿ ਉਹਨੂੰ ਗੱਲ ਕਹਿਣ ਦਾ ਢੰਗ ਨਹੀਂ ਆਇਆ। ਤੇ ਕਈ ਵਾਰ ਮੈਂ ਉਹਦੀ ਕਮਜ਼ੋਰੀ ਨੋਟ ਕੀਤੀ ਹੈ, ਉਹਦੀ ਰੁਲਦੂ ਸਿੰਘ ਦੀ, ਇਹ ਤੋਂ ਪਹਿਲਾਂ ਵੀ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕਹਿੰਦੇ ਨਾ, ਕਈ ਬੰਦੇ ਜਾਣੇ ਜਾਂਦੇ ਨੇ ਵੀ ਦੇਖੋ ਜੀ ਖੁੰਡੇ ਵਾਲਾ ਬਾਬਾ ਆ ਗਿਆ, ਇਹ ਤਾਂ ਜੀ ਚੁੱਕ ਕੇ ਛੱਕੇ ਲਾਉਂਦਾ ਹੈ। ਉਹ ਬੰਦੇ ਐਸੀ ਗਲੈਮਰ ਚ ਮਾਰੇ ਜਾਂਦੇ ਨੇ ਵੀ ਲਓ ਜੀ ਮੈਂ ਕੋਈ ਵਧੀਆ ਜਿਹੜਾ ਹੈਗਾ ਬੋਲ ਡਾਇਲੋਗ ਮਾਰਨਾ, ਉਹ ਬੰਦੇ ਨੇ ਉਹੀ ਗੱਲ ਹੈ ਨਾ, ਨਵਜੋਤ ਸਿੱਧੂ ਮਾਰ ਕਿੱਥੋਂ ਖਾ ਗਿਆ ਜਦੋਂ ਉੱਠਦਾ ਸੀਗਾ ਤੇ ਥੁੱਕ ਲਾ ਕੇ ਜਦੋਂ ਉੱਠਿਆ ਤੇ ਬਿਲਕੁਲ ਉਹ ਇਹੋ ਜਿਹੇ ਵੱਡੀ ਅਹੁਦੇ ਤੇ ਬੈਠੇ ਬੰਦੇ ਤੋਂ ਨਹੀਂ ਨਾ ਤੁਸੀਂ ਉਮੀਦ ਕਰ ਸਕਦੇ ਵੀ ਉਹ ਐਂ ਕਰੂਗਾ। ਹਾਂ ਉਹੀ ਚੀਜ਼ ਹੈ ਕਿ ਤੁਸੀਂ ਜਦੋਂ ਚੌਕੇ ਛੱਕੇ ਮਾਰਨ ਵਾਲੀ ਪ੍ਰਕਿਰਿਆ ਹੁੰਦੇ ਹੋ ਨਾ, ਉਹ ਤੁਸੀਂ ਫਿਰ ਜਿਹੜਾ ਸਿਆਣਾ ਬੰਦਾ, ਚਿੰਤਨਸ਼ੀਲ ਬੰਦਾ ਨਾ, ਉਹ ਫਿਰ ਗੱਲ ਕਰੇਗਾ, ਉਹ ਚੌਕੇ ਛੱਕੇ ਨਹੀਂ ਮਾਰੇਗਾ। ਜਦੋਂ ਤੁਸੀਂ ਏਦਾਂ ਆਪਣੀ ਨਾ ਸ਼ਬਦਾਂ ਦੀ ਕਬੱਡੀ ਖੇਡਦੇ ਹੋ, ਉਹ ਕਬੱਡੀ ਖੇਡਦੇ ਫਿਰ ਭਾਈ ਕਬੱਡੀ ਵਾਲਾ ਕਈ ਵਾਰ ਢਹਿ ਵੀ ਜਾਂਦਾ। ਬਿਲਕੁਲ ਇਹ ਤਾਂ ਢਹਿ ਜਾਂਦਾ ਜੀ, ਬਿਲਕੁਲ ਤੁਹਾਡੀ ਗੱਲ ਸਿਆਣੀ ਹੈ। ਸਰਦਾਰ ਕਰਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਆਉਨੇਰੋ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬੇਨਤੀ ਹੈ ਕਿ ਜੋ ਅੱਜ ਚੱਲ ਰਿਹਾ ਵਿਸ਼ਾ ਸਰ ਰੁਲਦੂ ਸਿੰਘ ਵਾਲਾ, ਇਹਦੇ ਚ ਕੁਛ ਨਾ ਕੁਛ ਹੱਦ ਤੱਕ ਕਰਤਾ, ਉਹਦੀਆਂ ਕੁਛ ਗੱਲਾਂ ਤਾਂ ਸਹੀ ਵੀ ਸੀ, ਪਰ ਜਿਹੜਾ ਅੱਜ ਦਾ ਸਟੇਜ ਆ ਇਹਦੇ ਚ ਇਹਨਾਂ ਗੱਲਾਂ ਦੇ ਉੱਤੇ ਕਹਿਣਾ ਜਿਹੜਾ ਇਹ ਮੈਂ ਸਮਝਦਾ ਕਿ ਕਿਉਂਕਿ ਬਹੁਤ ਹੀ ਅੰਗੇ ਡਗਲ ਚੁੱਕੀ ਸਟੇਜ। ਸੈਕੰਡ ਗੱਲ ਇਹ ਆ ਕਿ ਬਹੁਤ ਸ਼ਾਂਤੀ ਚੱਲ ਰਿਹਾ ਮੋਰਚਾ। ਇਸ ਮੋਰਚੇ ਨੂੰ ਜਿੰਨਾ ਕੰਟਰੋਲ ਜੋ ਬਜ਼ੁਰਗ ਹੀ ਮੇਰੇ ਹਿਸਾਬ ਨਾਲ ਸੀਨੀਅਰ ਲੀਡਰ ਹੀ ਕਰ ਸਕਦੇ ਆ। ਜੇ ਨੌਜਵਾਨਾਂ ਦਾ ਅੱਗੇ ਦੇਖ ਹੀ ਲਿਆ ਆਪਾਂ ਦਿੱਲੀ ਵੇਲੇ ਜੋ ਹਾਲ ਕੀਤਾ, ਠੀਕ ਹੈ, ਜੋਸ਼ ਦੇ ਨਾਲ ਹੋਸ਼ ਦੀ ਲੋੜ ਬਹੁਤ ਜ਼ਰੂਰੀ ਆ, ਨੌਜਵਾਨਾਂ ਦੀ ਵੀ ਲੋੜ ਹੈਗੀ ਆ, ਤੇ ਪਰ ਜਿਵੇਂ ਰਾਜੇਵਾਲੇ ਸਾਹਿਬ ਕਰ ਰਹੇ ਆ, ਇਸ ਤਰ੍ਹਾਂ ਸਿਆਣੇ ਬੰਦਿਆਂ ਦੀ ਬਹੁਤ ਲੋੜ ਹੈ, ਕਿਉਂਕਿ ਸੰਜਮ ਦੇ ਨਾਲ ਜਿਹੜੀ ਜਿੱਤ ਵੱਲ ਵੱਧ ਰਿਹਾ ਮੋਰਚਾ। ਪਰ ਜੇ ਥੋੜੇ ਬਹੁਤੇ ਬਿਆਨ ਕਿਤੇ ਸਟੇਜਾਂ ਦੇ ਉੱਤੇ ਗਲਤ ਆ ਗਏ ਤਾਂ ਇਹਦਾ ਮਾੜਾ ਅਸਰ ਪੈ ਸਕਦਾ, ਜੋ ਕਿ ਬੀਜੇਪੀ ਵਾਲੇ ਚਾਹੁੰਦੇ ਆ। ਸੋ ਲੀਡਰਾਂ ਨੂੰ ਬਿਆਨ ਦੇਣ ਵੇਲੇ ਬਹੁਤ ਸਮਝਣ ਦੀ ਲੋੜ ਹੈ। ਜਿਵੇਂ ਤੁਸੀਂ ਦੇਖ ਹੀ ਲਿਆ ਕਿ ਹੁਣ ਨਵੇਂ ਬਣੇ ਪ੍ਰਧਾਨ ਕਾਂਗਰਸ ਵਾਲੇ ਮਿੰਟ ਜੀ ਖੂਹ ਮੰਗ ਪਿਆਸੇ ਦੀਆਂ ਗੱਲਾਂ ਲਾਪਿਆ ਕਰਨ ਤੇ ਮਾਫੀਆਂ ਮੰਗ ਲੈਂਦਾ। ਇਹ ਜਿਹੜੀਆਂ ਚੀਜ਼ਾਂ ਨਾ, ਇਹ ਬਹੁਤ ਬੋਲਣ ਵੇਲੇ ਜਿਹੜੀ ਨੈਸ਼ਨਲ ਸਟੇਜ ਆ, ਕੋਈ ਛੋਟੀ ਸਟੇਜ ਨਹੀਂ ਜਿਹੜੀ ਕਿਸਾਨ ਦਾ ਸਟੇਜ ਹੈ, ਇੱਥੇ ਵਰਲਡ 'ਚ ਗੱਲ ਜਾ ਰਹੀ ਆ। ਸੋ ਇਹ ਬਹੁਤ ਦੇਖੋ ਜੀ, ਇੱਥੋਂ ਨਿਕਲੀ ਗੱਲ ਵੀ ਫਿਰ ਰੁਕਦੀ ਥੋੜਾ, ਰੁਕਦੀ ਨਹੀਂ ਨਾ ਗੱਲ, ਤਾਂ ਹੀ ਹੈ ਨਾ, ਇਹ ਛੋਟੀ ਗੱਲ ਥੋੜੋ ਹੈ। ਇਸ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਲੀਡਰਾਂ ਨੂੰ ਵੀ ਬਹੁਤ ਸੰਭਲ ਕੇ ਜੋ ਬਿਆਨ ਹੈ ਨਾ ਦੇਣ, ਕਿਉਂਕਿ ਬਹੁਤ ਅੱਗੇ ਲੰਘ ਚੁੱਕੀ ਸਟੇਜ ਹੈ, ਵੀ ਜਿੱਤ ਵੱਲ ਜਾ ਰਹੀ ਹੈ, ਇਹ ਨਹੀਂ ਕੋਈ ਗੱਲ ਨਹੀਂ, ਪਰ ਇਹਨੂੰ ਬਹੁਤ ਕੰਟਰੋਲ ਕਰਨ ਦੀ ਬਹੁਤ ਵੱਡੀ ਲੋੜ ਹੈ। ਜੀ ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਸਰਦਾਰ ਕਰਤਾਰ ਸਿੰਘ ਸਿੱਖਾਂ ਦਾ ਵੀ ਅੱਛਾ ਪ੍ਰਤੀਕਰਮ ਹੈ। ਹਾਂ ਨਹੀਂ, ਅੱਛੀ ਗੱਲ ਸੀ ਇਹਨਾਂ ਦੀ। ਬਾਕੀ ਹੈਗਾ ਕਿ ਕੋਈ ਮੁੱਦਾ ਨਾ ਏਦਾਂ ਦਾ ਵੀ ਨਹੀਂ ਹੈਗਾ ਵੀ ਇਹਨੂੰ ਤੁਸੀਂ ਇੰਨਾ ਵੱਡਾ ਇਸ਼ੂ ਬਣਾਵੋ। ਜਿਵੇਂ ਕਿ ਆਪਣਾ ਜਿਹੜਾ ਅੱਜ ਕੱਲ ਆਪਾਂ, ਮੈਂ ਤਾਂ ਇਹਨੂੰ ਕਹਿੰਦਾ ਨਾ, ਪੀਪਣੀ ਵਾਲੇ ਚੈਨਲ ਹੈਗੇ ਨੇ ਜਿਹੜੇ ਉਹ ਚੱਕੀ ਫਿਰਦੇ ਨੇ ਪੀਪਣੀ ਜੀ ਆਪਣੀ ਹੈ, ਤੇ ਵੀ ਲਓ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਲਾਨਾ। ਸਭ ਨੂੰ ਪਤਾ ਸੀਗਾ, ਮੈਂ ਦੇਖਿਆ ਕਿ ਸੰਯੁਕਤ ਮੋਰਚੇ ਨੇ ਇਹਨੂੰ ਕੋਈ 15 ਦਿਨਾਂ ਲਈ ਸਸਪੈਂਡ ਕੀਤਾ, ਤੇ ਉਹਨਾਂ ਨੂੰ ਪਤਾ ਵੀ ਹੈ ਕਿ ਰੁਲਦੂ ਸਿੰਘ ਮਾਨ ਸਾਹਿਬ ਗੱਲ ਨਹੀਂ ਕਰੇਗਾ, ਲੇਕਿਨ ਫਿਰ ਵੀ ਅਸੀਂ ਜੀ ਰੁਲਦੂ ਸਿੰਘ ਸਾਡੇ ਨਾਲ ਗੱਲ ਨਹੀਂ ਕਰ ਰਹੇ। ਕਿਉਂ ਨਹੀਂ ਗੱਲ ਕਰ ਰਹੇ? ਅਸੀਂ ਫੋਨ ਲਾ ਰਹੇ ਹਾਂ। ਤੁਹਾਨੂੰ ਪਤਾ ਵੀ ਇੱਕ ਬੰਦਾ ਜ਼ਾਬਤੇ ਦੇ ਵਿੱਚ ਹੈ, ਤੁਸੀਂ ਫਿਰ ਵੀ ਉਹਦੇ ਤੋਂ ਮਤਲਬ ਕਹਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ। ਇਹੀ ਗੱਲ ਹੈ ਨਾ, ਤੁਸੀਂ ਉਹਨੂੰ ਜਿਵੇਂ ਮਰਜ਼ੀ ਕਰ ਲਓ। ਉਹ ਹੁਣ ਇੱਥੇ ਉਹ ਕਿਸਾਨ ਹੱਟ 13 ਵਾਲੇ ਨੇ ਨਾ ਮੈਨੂੰ ਫੋਨ ਲਾ ਲਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਪੂਰੀ ਤਾਂ ਪਾ, ਹੁਣ ਮੇਰੇ ਕੋਲੋਂ ਰਿਕਾਰਡਿੰਗ ਨਹੀਂ ਮੈਂ ਕਰਦਾ ਫੋਨ ਤੇ, ਜਿੰਨੀ ਦੇਰ ਮੈਨੂੰ
ਮੇਰੇ ਰਿਕਾਰਡਰ ਨਹੀਂ ਰੱਖਦਾ, ਮੈਂ ਜੇ ਕਰਨਾ ਹੋਵੇ ਤਾਂ ਕੋਈ ਅਫੀਸ਼ੀਅਲੀ ਕਰੀਦਾ, ਨਹੀਂ ਤਾਂ ਇਹ ਗਲਤ ਜੀ ਆਦਤ ਹੁੰਦੀ ਹੈ ਫਿਰ ਤੁਹਾਡੇ ਨਾਲ ਬੰਦਾ ਕੋਈ ਗੱਲ ਨਹੀਂ ਕਰਦਾ। ਅਤੇ ਉਹ ਕੀ ਹੋਇਆ ਜੀ, ਮੈਨੂੰ ਉਹਨੇ ਨਾ ਆਪਣੇ ਇੱਕ ਬੰਦਾ ਲਿਆ ਕੰਪਲੇਂਟ ਕਰਕੇ ਅਤੇ ਉਹਨੂੰ ਪੱਤਰਕਾਰ ਬਣ ਕੇ ਨਾ ਅਤੇ ਉਹ ਧਮਕਾਉਣ ਲੱਗ ਪਿਆ, ਕਹਿੰਦਾ ਤੇਰੇ ਨਾਲ ਆਏ ਹੋਊ ਅਤੇ ਮੈਨੂੰ ਉਹ ਕਹਿੰਦਾ ਜੀ ਐਂ ਪੱਤਰਕਾਰ ਦਾ ਫੋਨ ਆਇਆ। ਮੈਂ ਕਿਹਾ ਜਦੋਂ ਹੋਣਾ ਜਾਂ ਤਾਂ ਤੂੰ ਘੰਟੀ ਲਾ ਅਤੇ ਮੈਨੂੰ ਤੂੰ ਉਹਦੇ 'ਚ ਲੈ ਲਈ ਇਨ ਕਾਨਫਰੰਸ 'ਚ। ਅਤੇ ਉਹ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੈਨੂੰ ਕਿਹਨੇ ਕੰਜਰ ਨੇ ਪੱਤਰਕਾਰ ਬਣਾ ਤਾ? ਮੈਂ ਇਹੀ ਬੋਲਿਆ ਸਿੱਧਾ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਪੱਤਰਕਾਰ ਨੂੰ ਸਿੱਧਾ ਪੈ ਗਿਆ, ਦਾਨੇ ਵਾਲ ਗਿਆ, ਅਤੇ ਫਿਰ ਨਹੀਂ ਜੀ ਮੈਂ ਮਾਫੀ ਮੰਗਦਾ ਜੀ, ਮੈਂ ਫਲਾਨਾ ਕਰਦਾ ਜੀ, ਸਾਨੂੰ ਸਿੱਖਣ ਤੋਂ ਬਹੁਤ ਮਿਲਦਾ, ਮੈਨੂੰ ਆਏ ਆ ਜੀ, ਤੁਸੀਂ ਇੱਕ ਖਬਰ ਨਾਲ ਬੜੇ ਮਸ਼ਹੂਰ ਹੋ ਗਏ। ਮੈਂ ਕਾਕਾ ਜੇ ਤੂੰ ਪੱਤਰਕਾਰਤਾ 'ਚ ਆਇਆ ਤਾਂ ਜਿੱਡੀ ਤੇਰੀ ਉਮਰ ਆ ਉਦੋਂ ਵੱਧ ਆ, ਮੈਂ ਤਾਂ ਇਹ ਸਭ ਕਹਿਤਾ। ਪਰ ਉਹ ਮੇਰੇ ਲਈ ਰਿਕਾਰਡਿੰਗ ਕਰ ਰਿਹਾ ਸੀ ਕਿਉਂਕਿ ਕਾਨਫਰੰਸ 'ਚ ਮੈਨੂੰ ਸਮਝ ਨਹੀਂ, ਦੇਖੋ ਜੀ ਦਾਨੇ ਵਾਲੀ ਦੀ ਮੈਂ ਪੂਛ ਚੁਕਾਤੀ, ਫਲਾਨਾ ਕਰਤਾ, ਧਮਕਾ ਕਰਤਾ। ਉਹ ਬਸ ਲੋਕ ਮੈਨੂੰ ਕਹਿਣ ਬਾਈ ਜੀ ਉਹ ਰਿਕਾਰਡਿੰਗ ਚੱਕੀ ਫਿਰਦਾ। ਮੈਂ ਕਿਹਾ ਪੂਰੀ ਤਾਂ ਚਲਾ ਕੀ ਹੈ, ਗੱਲ ਤਾਂ ਕਰ। ਤੇਰੀ ਰਿਕਾਰਡਿੰਗ ਨਾਲ ਮੇਰਾ ਕੁਛ ਨਹੀਂ ਵਿਗੜਦਾ। ਮੈਂ ਕਿਹਾ ਤੂੰ ਆਪਦੀ ਹੱਟ ਸੰਭਾਲ। ਇਹ ਗੱਲਾਂ ਨੇ। 92-164 ਤੇ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਸਾਹਿਬ ਤੇ ਸ਼ਿਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ ਜੀ। ਹਾਂ, ਗੱਲ ਇਹ ਹੈ ਬਈ ਇਹ ਤਾਂ ਕਿਸਾਨ ਆਪ ਨੂੰ ਦੇਖਣਾ ਹੈ। ਆਪਾਂ ਨੂੰ ਇਹਨਾਂ ਗੱਲਾਂ ਤੋਂ ਪਰੇ ਰਹਿ ਕੇ ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਕਾਮਰੇਡ ਉਹ ਹੈ ਜਿਹੜਾ ਹੱਕ ਮੰਗੇ ਜੀ, ਹੱਕ ਜਿਹੜਾ ਮੰਗਦਾ ਉਹਨੂੰ ਕਾਮਰੇਡ ਕਹਿੰਦੇ ਆ। ਇਹਦੇ ਵਿੱਚ ਰੌਲ ਨਹੀਂ ਪਾਉਣਾ ਚਾਹੀਦਾ। ਕਿਸਾਨ ਜਥੇਬੰਦੀਆਂ ਆਪ ਨੂੰ ਜਿੱਤ ਲੈਣਗੀਆਂ। ਦੇਖੋ ਗੁਜਰਾਤੀ ਆ ਗਏ, ਅਮਿਤ ਸ਼ਾਹ ਆ ਗਿਆ, ਮੋਦੀ ਆ ਗਿਆ, ਜਿੰਨਾ ਬੈਂਕ ਲੁੱਟਿਆ ਇਹਨਾਂ ਨੇ, ਜਿੰਨੇ ਬਾਹਰ ਭਜਾਏ ਸਾਰੇ ਗੁਜਰਾਤੀ। ਫੌਜ ਵਿੱਚ ਤੁਹਾਨੂੰ ਕੋਈ ਸ਼ਹੀਦ ਹੁੰਦਾ ਗੁਜਰਾਤੀ ਨਹੀਂ ਮਿਲੂਗਾ। ਅੱਜ ਲੋੜ ਆ ਮੋਦੀ ਦੀ ਹੁਕੂਮਤ ਨੂੰ ਪਰੇ ਕਰਨਾ। ਇਹ ਜਿਹੜੀ ਭਾਜਪਾ ਇਹ ਸਾਰਿਆਂ ਦਾ ਧਰਮ ਤੇ ਸਾਰਿਆਂ ਦੀ ਜ਼ੁਬਾਨ ਨੂੰ ਖਤਮ ਕਰਨਾ ਚਾਹੁੰਦੀ ਹੈ। ਮਤ ਕੋਈ ਸਮਝੇ ਕਿ ਅੱਜ ਕੋਈ ਨੇੜੇ ਕਰਕੇ ਤੇ ਦੂਜੇ ਕੁੱਟ ਰਹੇ, ਨਹੀਂ, ਸਾਰਿਆਂ ਨੂੰ ਕੁੱਟਣਗੇ। ਮਮਤਾ ਬੈਨਰਜੀ ਨੇ ਜਿਹੜਾ ਚੁੱਕ ਜਿੰਨੀ ਦੇਰ ਉਹਦੀ ਜਿਹੜੀ ਉਹਦਾ ਹੋਕਾ ਜਿਹੜਾ ਇਕੱਠੇ ਨਹੀਂ ਹੁੰਦੇ ਔਰ ਇਹ ਅਲੱਗ ਲੜਕੇ ਭਾਜਪਾ ਨੂੰ ਦੂਰ ਕਰ ਸਕਦੇ। ਦੇਖੋ ਭਾਜਪਾ ਨੇ ਪੂਰੀ ਜਾਨ ਵੀ ਲਿਆ ਤੇ ਪੈਸਾ ਬੇਅੰਤ ਇਕੱਠਾ ਕਰ ਲਿਆ। ਇਸ ਕੋਲੇ ਵੋਟ ਖਰੀਦਣ ਦਾ ਸਾਰਾ ਪ੍ਰਬੰਧ ਤੇ ਹੋਰ ਜਿੰਨਾ ਕੁਛ ਹੈ ਉਹ ਸਾਰਾ ਇਹਨਾਂ ਕੋਲ ਹੈ, ਚਾਹੇ ਉਹ ਟਾਈਗਰ ਰਿਜ਼ਰਵ ਚਾਹੇ ਕੁਛ ਵੀ ਹੈ। ਤੇ ਇਸ ਨੂੰ ਰੋਕਣ ਦੀ ਲੋੜ ਹੈ। ਜੇ ਦੁਨੀਆ ਨੂੰ ਛੱਡੋ ਕੀ ਕਰ ਕਲਚਰ। ਜੀ ਜੀ ਜੀ। ਸੋ ਅੱਗੇ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ, ਅੱਜ ਕਾਰਗਿਲ ਵਿਜੇ ਦਿਵਸ ਹੈ ਜੀ, ਅਤੇ ਉਹਨਾਂ ਦੇ ਸ਼ਹੀਦਾਂ ਨੂੰ ਵੀ ਅਸੀਂ ਸਲੂਟ ਕਰਦੇ ਹਾਂ ਜੀ, ਨਤਮਸਤਕ ਹੁੰਦੇ ਉਹਨਾਂ ਨੂੰ। ਅਤੇ ਉਹਨਾਂ ਦੀ ਲਾਸਾਨੀ ਜਿਹੜੀ ਸ਼ਹਾਦਤ ਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਜ਼ਿਕਰ ਕਰਨਾ ਬਣਦਾ ਜੀ ਉਹਦਾ ਜੀ। ਦੇਖੋ ਮੈਂ ਇੱਕ ਜੀ ਇਹਦੇ ਵਿੱਚ ਨਾ ਮੇਰਾ ਇੱਕ ਸੀਗਾ ਦਾਨੇ ਵਾਲੀ ਸਾਹਿਬ ਉਹ ਚੱਕਰ ਸੀਗਾ ਇਤਰਾਜ਼ ਕਿ ਇਹਨਾਂ ਦਿਨਾਂ ਦੇ ਵਿੱਚ ਹੋਇਆ ਕੀ ਨਾ, ਇੱਕ ਤੁਹਾਨੂੰ ਯਾਦ ਹੋਣਾ ਸ਼ਾਇਦ, ਜੇ ਤੁਹਾਨੂੰ ਕੋਈ ਸੰਕੋਚ ਨਹੀਂ ਤੁਸੀਂ ਨਾਂ ਲੈ ਦਿਓ, ਮੈਂ ਫਿਲਹਾਲ ਤੁਹਾਡੀ ਸਹੂਲਤ ਲਈ ਨਾਂ ਨਹੀਂ ਲਵਾਂਗਾ। ਜੇ ਤੁਹਾਨੂੰ ਕੋਈ ਦਿੱਕਤ ਨਾ ਹੋਈ ਤੁਸੀਂ ਜ਼ਰੂਰ ਨਾਂ ਲੈ ਜਾਓ। ਹੋਇਆ ਕੀ ਕਿ 2016 ਦੇ ਵਿੱਚ ਨਾ ਇੱਕ ਰੇਡੀਓ ਚੈਨਲ ਨੇ ਮੈਨੂੰ ਬਰਖਾਸਤ ਕੀਤਾ ਸੀ, ਸਰੀ ਦਾ ਸੀਗਾ ਆਪਣਾ। ਉਹ ਮੇਰਾ ਵੀ ਉਹਦੇ ਨਾਲ ਇਹੀ ਹਾਲ ਹੀ ਹੋਇਆ ਸੀ। ਤੇ ਹੋਇਆ ਕੀ ਕਿ ਉਹਦਾ ਕਾਰਨ ਇਹ ਸੀਗਾ, ਆਹੀ ਦਿਨ ਸੀਗਾ ਉਦੋਂ ਭਾਰਤੀ ਸਰਕਾਰ ਨੇ ਕੀ ਕੀਤਾ ਸੀਗਾ ਕਿ ਕਾਰਗਿਲ ਦਿਵਸ ਨੂੰ ਫੌਜੀ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਸੀਗਾ। ਆਮ ਤੌਰ ਤੇ ਫੌਜੀ ਦਿਵਸ ਫਰਵਰੀ ਦੇ ਮਹੀਨੇ 'ਚ ਹੁੰਦਾ ਹੈਗਾ। ਉਦੋਂ ਪਹਿਲੀ ਵਾਰ ਉਹਨਾਂ ਨੇ ਸ਼ੁਰੂ ਕੀਤਾ ਇਸੇ ਦਿਨ ਦੇ ਉੱਤੇ ਵੀ ਕਾਰਗਿਲ ਵਿਜੇ ਦਿਵਸ ਆ ਜੀ, ਫੌਜੀ ਦਿਵਸ ਆ, ਕਾਰਗਿਲ ਨੂੰ ਅਸੀਂ ਅਰਪਿਤ ਕਰ ਰਹੇ ਹਾਂ। ਉਹਨਾਂ ਦੇ ਵਿੱਚ ਬੀਜੇਪੀ ਗਵਰਨਮੈਂਟ ਨੇ ਕੀ ਕੀਤਾ ਕਿ ਜਿਹੜਾ ਫੌਜ ਹੈ ਨਾ, ਫੌਜ ਨੂੰ ਗਲੈਮਰ ਦੇ ਤੌਰ ਤੇ ਪੇਸ਼ ਕੀਤਾ ਵੀ ਭਾਰਤ ਮਾਤਾ ਦੀ ਜੈ, ਝਾਕੀਆਂ ਵੀ ਕੱਢੀਆਂ, ਧਾਰਮਿਕ ਝਾਕੀਆਂ ਵਿੱਚ ਵੀ ਫੌਜ ਦਾ ਨਿਸ਼ਾਨ ਹੈ। ਤੇ ਇਹਦੇ ਬਾਰੇ ਇਸ਼ਾਰਾ ਕੀਤਾ ਸੀਗਾ ਵੀ ਇਹ ਗਲਤ ਹੋ ਰਿਹਾ। ਪਹਿਲੀ ਗਲਤ ਹੈ ਕਿ ਜਿਹੜੀ ਕਾਰਗਿਲ ਹੈ, ਕਾਰਗਿਲ ਦੀ ਜੰਗ ਨਹੀਂ ਸੀਗੀ, ਉਹ ਆਪਰੇਸ਼ਨ ਸੀਗਾ। ਤੇ ਇਹਨੂੰ ਤੁਸੀਂ ਕਾਰਗਿਲ, ਕਿਉਂਕਿ ਸਰਕਾਰ ਦੇ ਵੱਲੋਂ ਵੀ ਇਹਨੂੰ ਆਪਰੇਸ਼ਨ ਆਖਿਆ ਗਿਆ ਸੀਗਾ। ਜੰਗ ਕੁਛ ਹੋਰ ਹੁੰਦੀ ਹੈ, ਯੁੱਧ ਕੁਛ ਹੋਰ ਹੁੰਦਾ। ਉੱਥੇ ਪ੍ਰੌਕਸੀ ਵਾਰ ਸੀ ਨਾ ਜੀ, ਉਹ ਤਾਂ ਪਾਕਿਸਤਾਨ ਪ੍ਰੌਕਸੀ ਲੜ ਰਿਹਾ ਸੀ, ਉਹ ਸ਼ੋਅ ਨਹੀਂ ਸੀ ਕਰ ਰਿਹਾ ਕਿ ਅਸੀਂ ਲੜ ਰਹੇ ਹਾਂ। ਹਾਂ ਬਿਲਕੁਲ, ਕਿਉਂਕਿ ਉਹ ਕਹਿੰਦੇ ਕਿ ਕੁਝ ਕਬਾਇਲੀ ਆ ਗਏ ਤੇ ਉਹਨਾਂ ਨੂੰ ਅਸੀਂ ਖਦੇੜ ਰਹੇ ਹਾਂ। ਤੇ ਪਾਕਿਸਤਾਨ ਭਾਵੇਂ ਕਿ ਆਪਣੇ ਟੀਵੀ ਤੇ ਰੇਡੀਓ ਦੇ ਉੱਤੇ ਉਹਨਾਂ ਨੂੰ ਮੁਜਾਹਿਦ ਆਖ ਰਿਹਾ ਸੀਗਾ, ਪਰ ਇਹ ਇੰਟਰਨੈਸ਼ਨਲ ਭਾਈਚਾਰੇ ਨੂੰ ਨਹੀਂ ਕਹਿ ਰਿਹਾ ਸੀਗਾ ਜਾਂ ਪ੍ਰਚਾਰ ਨਹੀਂ ਕਰ ਰਿਹਾ ਸੀ ਵੀ ਅਸੀਂ ਉਹਦੇ ਵਿੱਚ ਸ਼ਾਮਲ ਹੈ। ਤੇ ਇਹ ਦੋਸ਼ ਭਾਰਤ ਦਾ ਸੀਗਾ। ਤੇ ਇਸ ਕਰਕੇ ਇਹ ਮੇਰੇ ਕੁਛ ਟੈਕਨੀਕਲ ਮੁੱਦੇ ਉਭਾਰੇ ਸੀਗੇ ਉੱਥੇ ਵੀ। ਦੂਜਾ ਇਹ ਕਿ ਅਸੀਂ ਵੀ ਲਗਾਤਾਰ ਨਾ ਫੌਜ ਨੂੰ ਆਇਆ ਵਧਾਵਾ ਦੇਣਾ, ਇਹਨੂੰ ਗਲੈਮਰ ਦੇ ਤੌਰ ਤੇ ਪੇਸ਼ ਕਰਨਾ। ਦੇਖੋ ਜਿਹੜੇ ਉਸ ਵਿੱਚ ਸ਼ਹੀਦ ਹੋਏ ਨੇ, ਸਾਡੀਆਂ ਭਾਵਨਾਵਾਂ ਉਹਨਾਂ ਨਾਲ ਆ, ਉਹ ਕਿਸੇ ਦੇ ਮਾਂ ਦੇ ਪੁੱਤ ਨੇ, ਹਨਾ, ਤੇ ਉਹਨਾਂ ਦੀ ਕਿਸੇ ਭੈਣ ਦੇ ਵੀਰ ਹੋ ਸਕਦੇ ਨੇ, ਕਿਸੇ ਭਰਾ ਦੇ ਭਰਾ ਸ਼ਹੀਦ ਹੋਏ ਸੀਗੇ ਜੀ। ਬਿਲਕੁਲ
ਤੇ ਦੂਜੀ ਚੀਜ਼ ਮੈਂ ਸੋਚਿਆ, ਮੈਂ ਕਿ ਮੇਰਾ ਸੀਗਾ ਕਿ ਇਹਦੇ ਵਿੱਚ ਤੁਸੀਂ ਜਸ਼ਨ ਕਿਹੜੀ ਗੱਲ ਤੇ ਮਨਾ ਰਹੇ ਹੋ। ਪਹਿਲੀ ਗੱਲ ਤੇ ਹੈਗੀ ਹੈ ਕਿ ਉਦੋਂ ਜਿਹੜੇ ਰਿਕਾਰਡ ਸੀ ਨਾ, ਭਾਰਤ ਸਰਕਾਰ ਦਾ ਖੁਦ ਦਾ ਕਹਿਣਾ ਸੀ ਕਿ ਸਾਡੇ ਜਿਹੜੇ ਹੈਗੇ ਨੇ 1000 ਦੇ ਕਰੀਬ ਬੰਦੇ ਮਰ ਗਏ ਨੇ, ਉਹਦੇ ਵਿੱਚ ਸ਼ਹੀਦ ਹੋ ਗਏ ਨੇ, ਜਦਕਿ ਅਸਲੀ ਅੰਕੜੇ ਦੱਸ ਰਹੇ ਸੀ ਵੀ ਉਹ ਕਿਤੇ ਜ਼ਿਆਦਾ ਸ਼ਹੀਦ ਹੋਏ ਨੇ। ਅਸੀਂ ਆਪਣੇ ਬੰਦੇ ਮਰਵਾ ਕੇ ਇਹਦੀ ਜਸ਼ਨ ਮਨਾ ਰਹੇ ਹਾਂ, ਮੇਰਾ ਇਹ ਸਵਾਲ ਸੀਗਾ। ਤੇ ਨਹੀਂ, ਜਸ਼ਨ ਵਾਲੀ ਤਾਂ ਕੋਈ ਗੱਲ ਨਹੀਂ ਹੈ ਇਹਦੇ ਚ। ਨਹੀਂ, ਉਦੋਂ ਜਸ਼ਨ ਮਨਾਏ ਗਏ ਸੀ ਆਪਣਾ ਦਾਨਾ ਜੀ ਸਾਹਿਬ, ਇਹਨੂੰ ਦਿਨ ਨੂੰ ਪੂਰਾ ਸੈਲੀਬ੍ਰੇਟ ਕੀਤਾ ਗਿਆ ਸੀਗਾ 26 ਤਰੀਕ ਨੂੰ। ਉਸ 26 ਨੂੰ ਕਰਕੇ ਇਹਨਾਂ ਨੇ ਕੀ ਕੀਤਾ, ਫੌਜ ਦਿਵਸ ਵੀ ਉਸ ਦਿਨ ਹੀ ਮਨਾ ਲਿਆ, 26 ਵਾਲੇ ਦਿਨ ਹੀ। ਤੇ ਉਹ ਮੈਨੂੰ ਕਹਿੰਦੇ ਦੇਖੋ ਜੀ ਤੁਸੀਂ ਜੀ ਫੌਜ ਬਾਰੇ ਗਲਤ ਬੋਲ ਰਹੇ ਹੋ, ਇਸ ਕਰਕੇ ਮੈਨੂੰ ਤਾਂ ਚਲੋ ਬਿਨਾਂ ਦੱਸੇ ਕਹਿੰਦੇ ਜੀ ਸਾਨੂੰ ਕੋਈ ਸਾਬਕਾ ਫੌਜੀਆਂ ਦੇ ਫੋਨ ਆ ਗਏ, ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ। ਉਹ ਕਹਾਣੀ ਕਿਤੇ ਹੋਰ ਹੀ ਜਾਂਦੀ ਸੀ। ਉਸ ਵਿੱਚ ਇੰਡੀਅਨ ਸਫਾਰਤਖਾਨੇ ਦਾ ਕੰਮ ਸੀਗਾ ਵੀ ਮੈਨੂੰ ਉਹੀ ਹੋਇਆ ਜੀ, ਇੰਡੀਅਨ ਸਫਾਰਤਖਾਨਾ ਨਹੀਂ, ਆਪਣੇ ਇੱਥੋਂ ਵਾਲਿਆਂ ਦਾ ਵੀ, ਲੀਡਰਾਂ ਦਾ ਵੀ ਯੋਗਦਾਨ ਬਹੁਤ ਆ ਉਹਦੇ ਚ, ਕਿਉਂਕਿ ਉਹਨਾਂ ਦੀਆਂ ਇੱਥੇ ਜਲੰਧਰ ਕੁਝ ਸਾਂਝਾਂ ਸੀਗੀਆਂ, ਬਿਜ਼ਨਸ ਇਕੱਠੇ ਸੀ। ਉਹ ਵੀ ਚੀਜ਼ਾਂ ਸੀ ਨਾ ਉਦੋਂ। ਇਹਨਾਂ ਤੇ ਵੀ ਤਵਾ ਦੋ ਤੇ ਜਿਹੜੇ ਲਾਉਂਦੇ ਸੀਗੇ, ਫਿਰ ਤਾਂ ਚੁਟਕਲਿਆਂ ਵਾਲੀ ਗੱਲ ਹੀ ਸੀ ਵੀ ਕੋਈ ਚੁਟਕਲੇ ਸੁਣਾ ਜੇ ਆ ਕੇ ਤੇ ਅੱਧਾ ਘੰਟਾ ਬਸ ਗੱਲ ਖਤਮ ਕਰੇ, ਗੱਲ ਖਤਮ ਹੋ ਜਾਏ। ਸੋ ਇਹ ਨਾ ਚੀਜ਼ਾਂ ਸੀਗੀਆਂ ਉਦੋਂ। ਮਤਲਬ ਮੈਂ ਹੁਣ ਤਾਂ ਦੁਬਾਰੇ ਗੱਲ ਤਾਂ ਉਹ ਕਰ ਰਿਹਾ ਵੀ ਉਹ ਘਟਨਾ ਨੂੰ ਵੇਚ ਕੇ ਕਿ ਦੇਖੋ ਸਾਡੀਆਂ ਭਾਵਨਾਵਾਂ ਹੈਗੀਆਂ ਨੇ, ਪਰ ਇੰਨੇ ਸੁਚੇਤ ਰਹੋ ਅੱਜ ਦੇ ਦਿਨ ਨੂੰ ਯਾਦ ਕਰਦੇ ਹੋਏ ਵੀ ਉਦੋਂ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ। ਟੈਕਨੀਕਲੀ ਉਹ ਕੋਈ ਯੁੱਧ ਨਹੀਂ ਸੀਗਾ, ਉਹ ਇੱਕ ਆਪਰੇਸ਼ਨ ਸੀਗਾ। ਤੀਜੀ ਜਿਹੜੀ ਚੀਜ਼ ਹੈਗੀ ਹੈ, ਉਸ ਤੋਂ ਬਾਅਦ ਵਿੱਚ ਸਾਡੇ ਫੌਜੀਆਂ ਦੇ ਕਫਨ ਵਾਲੇ ਮਾਮਲੇ ਦੇ ਵਿੱਚ ਬਹੁਤ ਵੱਡੀਆਂ ਗੜਬੜਾਂ ਹੋਈਆਂ ਨੇ। ਉਹਦਾ ਹਿਸਾਬ ਕਿਤਾਬ ਨਾ ਤਾਂ ਵਾਜਪੇਈ ਸਰਕਾਰ ਨੇ ਦਿੱਤਾ, ਨਾ ਹੀ ਹੁਣ ਵਾਲੀਆਂ ਸਰਕਾਰਾਂ ਨੇ ਕਿਸੇ ਨੇ ਦਿੱਤਾ ਹੈਗਾ। ਤੀਜੀ ਗੱਲ, ਫੌਜ ਦਾ ਸਤਿਕਾਰ ਹੈ, ਪਰ ਇਹਨੂੰ ਜਦੋਂ ਕੋਈ ਹਕੂਮਤ ਗਲੈਮਰ ਦੇ ਤੌਰ ਤੇ ਪੇਸ਼ ਕਰਦੀ ਹੈ ਨਾ, ਤਾਂ ਉਹ ਕਿਤੇ ਨਾ ਕਿਤੇ ਉਹਦੀ ਨੀਤ ਵਿੱਚ ਖੋਟ ਹੈ, ਕਿਉਂਕਿ ਲੋਕਤੰਤਰੀ ਮੁਲਕ ਦੇ ਵਿੱਚ ਜਿਹੜਾ ਮੇਨ ਹੀਰੋ ਲੋਕ ਹੁੰਦੇ ਨੇ। ਤੇ ਫੌਜ ਇੱਕ ਤਰ੍ਹਾਂ ਨਾਲ ਜਦੋਂ ਕੋਈ ਕਹਿੰਦੇ ਨਾ ਵੀ ਫੌਜ ਨੂੰ ਸਲੂਟ ਕਰੋ, ਫੌਜ ਨੂੰ ਸਲਾਮ ਕਰੋ, ਤੁਹਾਡੇ ਫੌਜੀਆਂ ਨੂੰ ਸਲੂਟ ਨਹੀਂ ਕਰਾਉਂਦੀ, ਕਿਉਂਕਿ ਜੇ ਫੌਜੀਆਂ ਨੂੰ ਸਲੂਟ ਕਰਾਉਂਦੀ ਹੁੰਦੀ ਤਾਂ ਇੱਕ ਫੌਜੀ ਨੇ ਇਹ ਮੁੱਦਾ ਉਠਾਇਆ ਸੀਗਾ ਵੀ ਮੇਰੇ ਖਾਣੇ ਦੇ ਵਿੱਚ ਗੜਬੜ ਹੁੰਦੀ ਹੈ, ਸਾਡੇ ਖਾਣਿਆਂ ਦੇ ਵਿੱਚ, ਤੇ ਉਹ ਵਿਚਾਰੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਠੀਕ ਹੈ, ਨਹੀਂ ਤਾਂ ਉਹਨਾਂ ਦੀ ਝੱਟ ਗੱਲ ਮੰਨੀ ਜਾਂਦੀ। ਫੌਜ ਕਿਉਂਕਿ ਜਿਹੜੀ ਹੁੰਦੀ ਹੈ ਨਾ, ਉਹ ਸਿੰਬੋਲਿਕ ਤੌਰ ਤੇ ਉੱਤੇ ਸਟੇਟ ਨੂੰ ਰਿਪਰੈਜ਼ੈਂਟ ਕਰਦੀ ਹੈ। ਜਦੋਂ ਕੋਈ ਰਾਜਾ ਜਾਂ ਸ਼ਾਸਕ ਆਖੇ ਕਿ ਫੌਜ ਨੂੰ ਸਲਾਮ ਕਰੋ, ਇਹਦਾ ਮਤਲਬ ਇਹ ਕਹਿ ਰਿਹਾ ਕਿ ਮੈਨੂੰ ਸਲਾਮ ਕਰੋ, ਮੇਰੀ ਸੱਤਾ ਨੂੰ ਸਲਾਮ ਕਰੋ ਜੀ। ਤੇ ਗੱਲ ਆਪਾਂ ਜਲਦੀ ਨਾਲ, ਸਮਾਂ ਭੱਜਦਾ ਜਾ ਰਿਹਾ ਹੈ, ਕਹਿੰਦੇ ਅਸਾਮ ਦੇ ਵਿੱਚ ਕੋਈ 2 ਲੱਖ ਕਰੋੜ ਦੇ ਲੈਣ ਦੇਣ ਦਾ ਸਰਕਾਰ ਕੋਲ ਹਿਸਾਬ ਕਿਤਾਬ ਹੀ ਹੈ ਨਹੀਂਗਾ। ਹਾਂਜੀ, ਅਸਲ ਵਿੱਚ ਇਹ ਕੈਗ ਦੀ ਰਿਪੋਰਟ ਕਹਿ ਰਹੀ ਆ। ਹੁਣ ਅਸਲੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਜਾਣਕਾਰ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਇਹ ਅੰਕੜਾ ਕਿਤੇ ਜ਼ਿਆਦਾ ਹੋਵੇ, ਪਰ ਅਸਾਮ ਦੇ ਵਿੱਚ ਦੱਸਿਆ ਜਾ ਰਿਹਾ, ਕੈਗ ਕਹਿ ਰਿਹਾ ਹੈਗਾ ਕਿ ਬੀਤੇ 25 ਸਾਲਾਂ ਦੇ ਦੌਰਾਨ ਘੱਟੋ ਘੱਟ 2 ਲੱਖ ਤੋਂ ਵੀ ਉੱਪਰ ਜਿਹੜਾ ਹੈਗਾ ਨਾ, 2,15,286 ਕਰੋੜ ਰੁਪਈਆ ਵਾ, ਜਿਹਦੇ ਵਿੱਚ ਕਥਿਤ ਧਾਂਦਲੀਆਂ ਹੋਈਆਂ ਹੈਗੀਆਂ। ਤੇ ਉਹਨੂੰ ਉਹਨਾਂ ਨੇ ਉਜਾਗਰ ਕੀਤਾ। ਇਹਦੇ ਨਾਲ ਸੰਬੰਧਿਤ ਰਾਜ ਸਰਕਾਰ ਦਾ ਨੇ ਕੋਈ ਉੱਤਰ ਦੇ ਨਹੀਂ ਪਾਈ ਹਾਲੇ ਤੱਕ। ਕੈਗ ਨੇ ਅਸਾਮ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਇਸ ਦਾ ਖੁਲਾਸਾ ਕੀਤਾ। ਕੈਗ ਨੇ 31 ਮਾਰਚ 2019 ਨੂੰ ਸਮਾਪਤ ਹੋਈ ਜਿਹੜੀ ਵਿੱਤ ਵਰ੍ਹੇ ਦੀ ਸਮਾਜਿਕ ਤੇ ਆਰਥਿਕ ਤੇ ਹੋਰ ਖੇਤਰਾਂ ਵਿੱਚ ਜਾਰੀ ਕੀਤੀ ਰਿਪੋਰਟ ਹੈ। ਇਹਦੇ ਵਿੱਚ ਇਹ ਦੱਸਿਆ ਕਿ ਰਾਜ ਸਰਕਾਰ ਦੇ 55 ਵਿਭਾਗ ਨੇ ਜਿਨ੍ਹਾਂ ਦੀ ਜਾਂਚ ਕਰਦੇ ਹੋਏ 1994-95 ਫਿਰ 18 ਤੋਂ 19 ਦੇ ਵਿਚਕਾਰ ਇਹ ਜਿਹੜੀ ਜਾਰੀ ਹੈਗੀ ਆ ਰਿਪੋਰਟ ਜਾਰੀ ਕੀਤੀ ਆ। ਇਹਦੇ ਵਿੱਚ ਇੰਨੀਆਂ ਵੱਡੀਆਂ ਧਾਂਦਲੀਆਂ ਸਾਹਮਣੇ ਆਈਆਂ। ਇਹ ਤਾਂ ਮੈਨੂੰ ਲੱਗਦਾ ਇੰਸਰਜੈਂਸੀ ਕਰਕੇ ਪੰਜਾਬ 'ਚ ਵੀ ਇੰਨਾ ਕੁਛ ਹੀ ਹੋਊ, ਪਰ ਦੱਸਦੇ ਨਹੀਂ। ਅਸਾਮ 'ਚ ਤਾਂ ਥੋੜਾ ਜਿਹਾ ਦੱਸਤਾ। ਅਸਾਮ 'ਚ ਸਾਹਮਣੇ ਹੀ ਕੈਗ ਦੀ ਰਿਪੋਰਟ, ਕਿਉਂਕਿ ਇੱਥੇ ਆਪਾਂ ਨੂੰ ਪਤਾ ਹੀ ਉਹ ਕੀ ਸੀਗੇ ਆਪਣੇ ਕਿਹੜੇ ਗਵਰਨਰ ਸਾਹਿਬ ਸੀਗੇ ਜਿਹੜੇ ਜਿਨ੍ਹਾਂ ਦਾ ਹਵਾਈ ਜਹਾਜ਼ ਕ੍ਰੈਸ਼ ਹੋਇਆ ਤੇ ਨੋਟ ਮੀਂਹ ਵਾਂਗੂ ਡਿੱਗੇ ਸੀ ਉੱਤੋਂ। ਨੋਟ ਮੀਂਹ ਵਾਂਗੂ ਡਿੱਗੇ ਸੀਗੇ। ਕਾਰਨ ਇਹੀ ਹੈ ਆਪਣਾ ਜਰਨਲਿਸਟ ਸਾਹਿਬ, ਜੇ ਕੋਈ ਆਹ ਜਿਹੜੀ ਕੈਗ ਦੀ ਰਿਪੋਰਟ ਬਾਰੇ ਵੀ ਨਾ ਕੁਝ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਦਾ ਇਹੀ ਕਹਿਣਾ, ਜਿਵੇਂ 1-2 ਅਰਥਸ਼ਾਸਤਰੀਆਂ ਦਾ ਬਿਆਨ ਆਇਆ ਕਿ ਹੋ ਸਕਦਾ ਵੀ ਹਕੀਕਤ ਇਸ ਤੋਂ ਵੀ ਭਿਆਨਕ ਹੋਵੇ। ਬਿਲਕੁਲ ਹੋਊਗੀ ਜੀ, ਬਿਲਕੁਲ ਹੋਊਗੀ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਹਾਜ਼ਰ ਹੋਣੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ
ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ। ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, ਗੁਰਸ਼ਰਨ ਸੇਖੋਂ, 22693 Hesperian Boulevard, Suite 250, Hayward, California। Call 510-200-9988। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਗੇ ਚੱਲਦੇ ਹਾਂ। ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਅਵਿਨਾਸ਼ ਸਿੰਘ ਨਾਲ ਆਪਾਂ ਗੱਲਬਾਤ ਤੋਰੀਏ, ਤੁਹਾਨੂੰ ਇੱਕ ਵਪਾਰਕ ਸੁਨੇਹਾ ਦੇ ਦਈਏ ਜੀ। ਜਿਹੜੇ ਵੀਰਾਂ ਨੇ ਕੋਈ ਐਡਵਰਟੀਜ਼ਮੈਂਟ ਕਰਾਉਣੀ ਹੈ ਕਿਸੇ ਵੀ ਪ੍ਰੋਡਕਟ ਦੀ ਜਾਂ ਕੋਈ ਵੀ ਵੈਂਚਰ ਬਿਜ਼ਨਸ ਦੀ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 97801 41741। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਵੀ ਇੰਡੀਆ ਦੇ ਵਿੱਚ ਕੋਈ ਜ਼ਮੀਨ ਦੀ ਖਰੀਦੋ ਫਰੋਖਤ ਕਰਨੀ ਹੈ ਤਾਂ ਅਸੀਂ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਉਸ ਐਡਵਰਟੀਜ਼ਮੈਂਟ ਨੂੰ ਪਾ ਦਿਆਂਗੇ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅੱਛਾ ਰਿਸਪੌਂਸ ਆ ਰਿਹਾ। ਪਿੱਛੇ ਜੇ ਟਰਾਇਲ ਕੀਤਾ ਸੀ ਅਤੇ ਬਹੁਤ ਹੀ ਵਾਜਬ ਕੀਮਤ ਦੇ ਉੱਤੇ ਐਡਵਰਟੀਜ਼ਮੈਂਟ ਜਿਹੜੀ ਹੈ ਤੁਹਾਡੀ ਲਾ ਦਿੱਤੀ ਜਾਏਗੀ। ਵਾਹੀਯੋਗ ਜ਼ਮੀਨ ਹੋਵੇ, ਕੋਈ ਪ੍ਰੋਪਰਟੀ ਹੋਵੇ, ਕੋਈ ਕੋਠੀ ਹੋਵੇ ਜਾਂ ਕਿਸੇ ਪ੍ਰਕਾਰ ਦੀ ਵੀ, ਸੋ ਕਿਤੋਂ ਵੀ ਤੁਸੀਂ ਬੈਠੇ ਹੋ ਤੁਸੀਂ ਸਿੱਧੀ ਜਿਹੜੀ ਹੈ ਇਹ ਵੇਚ ਸਕਦੇ ਹੋ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਜੇਕਰ ਤੋਰੀਏ ਤਾਂ ਕੇਂਦਰ ਦੇ ਵਿੱਚ ਜੋ ਮੌਨਸੂਨ ਸੈਸ਼ਨ ਚੱਲ ਰਿਹਾ ਹੈ, ਇਹਦੇ ਵਿੱਚ ਫਿਰ ਗੱਲਾਂ ਕਰੀਏ ਤਾਂ ਸਰਕਾਰ ਕੁਛ ਨਾ ਕੁਛ ਨਵਾਂ ਜਿਹੜਾ ਹੈਗਾ, ਮੁੱਢਲੇ ਤੌਰ ਦੇ ਉੱਤੇ ਗੱਲ ਕਰੀਏ ਤਾਂ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਜਾ ਰਹੀ ਹੈ ਕਿ ਸਾਰੀਆਂ ਜਿਹੜੀਆਂ ਤੁਹਾਡੀਆਂ ਤਾਕਤਾਂ ਨੇ ਉਹ ਕੇਂਦਰੀਕਰਨ ਕੀਤਾ ਜਾਵੇ, ਸਟੇਟਾਂ ਕੋਲ ਨਾ ਰਹਿ ਲੈਣ। ਬਿਜਲੀ ਸੋਧ ਬਿੱਲ ਵੀ ਪੇਸ਼ ਕੀਤਾ ਗਿਆ, ਉਹਨੂੰ ਪਾਸ ਕਰਾਉਣ ਦੀਆਂ ਤਿਆਰੀਆਂ ਨੇ। ਜੀ ਬਿਲਕੁਲ ਜੀ।
ਦੇਖੋ ਜਦੋਂ ਅਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ ਨਾ ਜੀ, ਫੈਡਰਲ ਸਟਰਕਚਰ ਇਹ ਹੁੰਦਾ ਕਿ ਜਿਹਦੇ ਵਿੱਚ ਕਲੀਅਰ ਡਿਮਾਰਕੇਸ਼ਨਸ ਹੋਣ ਜੀ, ਕਿ ਸੈਂਟਰ ਕੋਲ ਕੀ ਤਾਕਤਾਂ ਨੇ, ਸਟੇਟ ਕੋਲ ਕੀ ਤਾਕਤਾਂ ਨੇ, ਤੇ ਕੌਨਕਰੈਂਟ ਲਿਸਟ ਜਿਹਦੇ ਤੇ ਡਿਸਕਸ਼ਨ ਹੋ ਸਕਦੀ ਹੈ ਉਹ ਕਿਹੜੀ ਹੈ। ਲੇਕਿਨ ਇੱਥੇ ਜਿਹੜਾ ਅਸੀਂ ਫੈਡਰਲ ਸਟਰਕਚਰ ਦੀ ਗੱਲ ਕਰ ਰਹੇ ਹਾਂ, ਉਹ ਫੈਡਰਲ ਸਟਰਕਚਰ ਸਿਰਫ ਕੇਂਦਰ ਨੂੰ ਤਾਕਤ ਦਿੰਦਾ, ਸਟੇਟਸ ਤੋਂ ਤਾਕਤ ਖੋਣ ਦੀ ਉਹ ਰੱਖਦਾ। ਮੁੱਦਾ ਸਿਰਫ ਇੱਕੋ ਹੈ ਸੈਂਟਰ ਕੋਲ ਕਿ ਸਟੇਟਾਂ ਦੀ ਤਾਕਤ ਨੂੰ ਕਿੱਦਾਂ ਖਤਮ ਕਰਨਾ, ਔਰ ਪਰਟੀਕੁਲਰਲੀ ਉਹ ਸਟੇਟਾਂ ਜਿਹੜੀਆਂ ਕਿ ਆਪੋਜੀਸ਼ਨ ਗਵਰਨਮੈਂਟ ਕੋਲ ਹੁੰਦੀਆਂ, ਉਹਨਾਂ ਨੂੰ ਕਿਸ ਤਰ੍ਹਾਂ the word is ਉਹਨਾਂ ਨੂੰ ਖੱਸੀ ਕਿੱਦਾਂ ਕਰਨਾ। ਆ ਮੇਨ ਮੁੱਦਾ ਹੈ। ਜਿੰਨੇ ਵੀ ਜੋ ਵੀ ਇਹ ਬਣਾ ਰਹੇ ਨੇ ਜੀ, ਉਹਨੇ ਜ਼ਿਆਦਾ ਸਿਰਫ ਇੱਕੋ ਮੁੱਦਾ ਹੁੰਦਾ ਕਿ ਅਸੀਂ ਪ੍ਰੈਜ਼ੈਂਟ ਕਨਸਟੀਟਿਊਸ਼ਨ ਨੂੰ ਕਿੱਦਾਂ ਛੇਕਣਾ ਤੇ ਇਹੋ ਜਿਹੇ ਕਾਨੂੰਨ ਕਿੱਦਾਂ ਬਣਾਉਣੇ ਆ ਜਿਹਦੇ ਵਿੱਚ ਸਾਡੇ ਕੋਲ ਤਾਕਤ ਆ ਜਾਵੇ। ਸੋ ਇਹੀ ਗੱਲ ਹੈ ਜੋ ਕਿਸਾਨਾਂ ਵਾਲਾ ਮੁੱਦਾ ਸੀ ਜੀ। ਕਿਸਾਨਾਂ ਵਾਲਾ ਜਿਹੜੀ ਐਗਰੀਕਲਚਰ ਹੈ ਉਹ ਸਟੇਟ ਸਬਜੈਕਟ, ਬਿਲਕੁਲ ਜੀ, ਬਿਲਕੁਲ day one ਤੋਂ ਉਹ ਕੌਨਕਰੈਂਟ ਲਿਸਟ ਤੇ ਵੀ ਨਹੀਂ ਸੀ। ਤੁਸੀਂ ਉਹਨੂੰ ਘੁਮਾ ਫਿਰਾ ਕੇ ਸੱਜੇ ਖੱਬੇ ਨਵੇਂ ਨਾਂ ਦੇ ਕੇ ਤੁਸੀਂ ਕਿਸਾਨਾਂ ਵਾਲੇ ਕਾਨੂੰਨ ਜੀ ਸੈਂਟਰ ਤੋਂ ਪਾਸ ਕਰਾਏ। ਔਰ ਮਜ਼ੇ ਦੀ ਗੱਲ ਹੈ ਕਿ ਹਜੇ ਤੱਕ ਤੁਹਾਨੂੰ ਕੋਈ ਇਹ ਨਹੀਂ ਦੱਸ ਸਕਿਆ, ਤੁਸੀਂ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਕਿ ਕਿਉਂ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ ਜੀ। ਵਿਰੋਧ ਇਸ ਲਈ ਹੈ ਇਹ ਕਾਨੂੰਨਾਂ ਦਾ ਕਿ ਜਨਾਬ ਤੁਹਾਡੀ ਉਹਦੇ ਤੋਂ ਬਾਹਰ ਸੀਗੀ, ਪਹੁੰਚ ਤੋਂ ਬਾਹਰ ਸੀਗੀ। ਤੁਸੀਂ ਉਹਨਾਂ ਨੂੰ ਘੁਮਾ ਕੇ ਕਮੋਡਿਟੀਜ਼ ਦੇ ਨਾਲ ਐਡ ਕਰਕੇ ਤੁਸੀਂ ਉਹਨੂੰ ਬਿੱਲ ਬਣਾਤਾ। ਔਰ ਜਦੋਂ ਤੁਸੀਂ ਉਹਦੇ ਵਿੱਚ ਕੰਟਰੈਕਟ ਫਾਰਮਿੰਗ ਜਾਂ ਦੂਸਰੀ ਤੀਸਰੀ ਗੱਲ ਕਰਦੇ ਹੋ, ਸਾਰਾ ਕੁਝ ਕਨੈਕਟਡ ਤੁਹਾਡਾ ਜਿਹੜਾ ਹੈ ਉਹ ਰਿਟੇਲ ਦੇ ਨਾਲ ਹੈ। ਔਰ ਜਿਹੜੇ ਬੰਦੇ ਤੁਹਾਡੇ 5-7 ਜਿਨ੍ਹਾਂ ਨੂੰ ਤੁਸੀਂ ਸ਼ੁਰੂ ਤੋਂ ਪ੍ਰੈਫਰ ਕਰਦੇ ਆ ਰਹੇ ਹੋ, ਉਹਨਾਂ ਨੂੰ ਫਾਇਦੇ ਦੇਣ ਦਾ ਹੈ। ਇਹਦੇ ਵਿੱਚ ਇੱਕ ਐਗਜ਼ਾਮਪਲ ਦਿਆਂਗਾ ਕਿ ਜੋ ਹਿਮਾਚਲ ਦੇ ਵਿੱਚ ਹੋਇਆ ਜੀ, ਕਿ ਤੁਹਾਡੇ ਸੇਬ ਦਾ 24 ਰੁਪਏ ਕਿਲੋ ਤੱਕ ਮਿਲਦਾ ਸੀ ਕਿਸਾਨ ਨੂੰ, ਉਹ ਵੱਡਾ ਕਿਸਾਨ 80 ਰੁਪਏ ਕਿਲੋ ਲੈਣ ਲੱਗ ਗਿਆ ਜੀ। ਜਿਹੜਾ ਛੋਟਾ ਕਿਸਾਨ ਹੈ ਉਹਨੂੰ 15, 16, 17 ਰੁਪਏ ਕਿਲੋ। ਇਹ ਐਂ ਕਿਵੇਂ ਹੋਇਆ ਜੀ? ਮੈਂ ਬਹੁਤ ਚੰਗਾ ਦੱਸਦਾ ਜੀ। ਜਿਹੜਾ ਕਿਸਾਨ ਮੈਂ ਜੇ ਐਗਰੀਗੇਟਰ ਬਣ ਜਾ ਜੀ, ਮੇਰੇ ਕੋਲ ਆਪਣੇ ਤਾਂ ਸਾਲ ਦੀਆਂ ਨਿਕਲਦੀਆਂ 400 ਪੇਟੀਆਂ, ਬਟ ਮੇਰੇ ਕੋਲ 50 ਕਿਸਾਨ ਥੱਲੇ ਨੇ ਜਿਨ੍ਹਾਂ ਨੂੰ ਮੈਂ ਕਹਿਣਾ ਵੀ ਤੁਹਾਡਾ ਸਮਾਨ ਮੈਂ ਚੁੱਕ ਲੂੰਗਾ ਜੀ ਤੇ ਤੁਹਾਨੂੰ ਪੈਸੇ ਘਰ ਦੇ ਕੇ ਜਾਊਂਗਾ। ਬਿਲਕੁਲ ਜੀ। ਮੇਰੇ ਕੋਲ ਕਿਉਂਕਿ ਸ਼ਮਤਾ ਹੈ, ਮੇਰੇ ਕੋਲ ਟਰੱਕ ਨੇ, ਮੇਰੇ ਕੋਲ ਹੋਰ ਵਾਹਨ ਨੇ, ਸਾਰਾ ਕੁਝ ਮੈਂ ਤੁਹਾਡਾ ਸਮਾਨ ਲਾਇਆ, ਤੁਹਾਨੂੰ 18, 14, 15, 20 ਰੁਪਏ ਦਿੱਤੇ। ਮੈਂ ਉਹਦੇ ਬਹੁਤ ਵੱਡੀ ਮਾਰਕੀਟ ਬਣਾ ਕੇ ਮੀਨਸ ਇੱਕ ਵੱਡਾ ਐਗਰੀਗੇਟਰ ਬਣ ਕੇ ਮੈਂ 100 ਫਾਰਮਰਸ ਦਾ ਸਮਾਨ ਇੱਕ ਥਾਂ ਤੇ ਆਪਣੇ ਆਪ ਪਹੁੰਚਾ ਦੂੰਗਾ। ਉੱਥੇ ਇਹਨਾਂ ਨੇ 11 ਫੈਕਟਰੀਜ਼ ਲਗਾਈਆਂ ਜੀ, ਜਿਨ੍ਹਾਂ ਤੇ ਪੋਲਿਸ਼ਿੰਗ ਹੁੰਦੀ ਹੈ, ਜਿਨ੍ਹਾਂ ਤੇ ਗ੍ਰੇਡਿੰਗ ਹੁੰਦੀ ਹੈ। ਔਰ ਗ੍ਰੇਡਿੰਗ ਦੇ ਵਿੱਚ ਇਹਨਾਂ ਨੂੰ 40 ਰੁਪਏ ਤੋਂ ਲੈ ਕੇ 80 ਰੁਪਏ ਕਿਲੋ ਤੱਕ ਜੀ ਤੇ ਸੇਬ ਦਾ ਭਾਅ ਮਿਲਦਾ ਹੈ। ਤੇ ਰਿਜ਼ਲਟ ਇਹ ਹੋਇਆ ਕਿ ਮਾਰਕੀਟ ਦੇ ਵਿੱਚ ਜਿਹੜਾ ਸੇਬ ਹੈ ਉਹ ਇਸ ਵੇਲੇ 160, 180 ਬਹੁਤ ਮਹਿੰਗਾ ਜੀ। ਪੂਰਾ ਤੁਸੀਂ ਇਹੀ ਤਾਂ ਚੀਜ਼ ਨੋਟ ਕਰਨ ਵਾਲੀ ਹੈ, ਬਹੁਤ ਵੱਡੀ ਗੱਲ ਇਹ ਕਿ ਅੱਛਾ ਹੁਣ ਸਵਰਨ ਸਿੰਘ ਜੀ, ਆਰਟੀਕਲ 370 ਨੂੰ ਕਿਉਂ ਹਟਾਇਆ ਗਿਆ ਔਰ ਇਹ ਕਿਹਾ ਗਿਆ ਕਿ ਤੁਸੀਂ ਉੱਥੇ ਜਾ ਕੇ ਵੀ ਲੈਂਡ ਖਰੀਦ ਸਕਦੇ ਹੋ? ਪਰ ਖਰੀਦੀ ਕਿਸੇ ਨੇ ਨਹੀਂ ਜੀ ਪ੍ਰੋਫੈਸਰ ਸਾਹਿਬ। ਨਾ ਜੀ, ਇੱਥੇ ਬੜੀ ਮਜ਼ੇਦਾਰ ਗੱਲ ਹੈ ਕਿ ਉਹ ਚੱਲ ਰਿਹਾ, ਇਹੀ ਚੀਜ਼ ਦੱਸਣਾ ਚਾਹਨਾ ਕਿਹੜੇ ਖਰੀਦ ਰਹੇ ਨੇ ਜੀ। ਜਿਹੜੇ ਉੱਥੇ ਇਹੀ ਇੰਡਸਟਰੀਆਂ ਲਗਾਉਣਗੇ, ਉੱਥੇ ਵੀ ਤੁਹਾਡੀ ਸੇਬ ਤੇ ਕਾਬੂ ਕਰਨ ਦੀ ਇੱਕ ਬਹੁਤ ਚੰਗੇ ਮੁੱਦਿਆਂ ਚੋਂ ਸੇਬ ਕਾਬੂ ਕਰਨਾ ਇੱਕ ਮੇਨ ਮੁੱਦਾ ਉੱਥੇ। ਇਹ ਜੇ ਚੱਲਦਾ ਰਿਹਾ, ਉੱਥੇ ਖੁੱਲ ਗਈਆਂ, ਉੱਥੇ ਵੀ ਸੇਬ ਤੁਸੀਂ ਦੇਖੋਗੇ ਉੱਥੇ ਵੀ ਸੇਬ ਕਾਬੂ।
ਆ ਸਾਡੇ ਹੁਣ ਬਿਲਕੁਲ ਜੀ ਹਬੋਰ ਇਲਾਕਾ ਸਾਡਾ ਕੀਨੂਆਂ ਦਾ ਇਲਾਕਾ, ਉੱਥੇ ਦੇਖੋ ਫੈਕਟਰੀਆਂ ਜਿਹੜੀਆਂ ਸੀਗੀਆਂ, ਹੁਣ ਉੱਥੇ ਪਹਿਲਾਂ ਮੈਂ ਟੈਟਰਾ ਪੈਕ ਜਿਹੜਾ ਇੰਟਰੋਡਿਊਸ ਹੋਇਆ ਨਾ ਜੀ, ਜਿਹੜਾ ਆਪਾਂ ਹੁਣ ਪੀਂਦੇ ਆ, ਇਹ ਅਬੋਹਰ ਤੋਂ ਹੋਇਆ ਸੀਗਾ। ਉਦੋਂ ਵੋਲਟਾਸ ਦੇ ਨਾਲ ਰਲ ਕੇ ਜਿਹੜੀ ਪੰਜਾਬ ਐਗਰੋ ਦੀ ਜੂਸ ਫੈਕਟਰੀ ਸੀਗੀ, ਉਹਦੇ ਵਿੱਚ ਕੀਨੂ ਦਾ ਜੂਸ ਤੇ ਆਪਣੇ ਅਮਰੂਦ ਦਾ ਜੂਸ ਪਲੱਸ ਕੀ ਕਹਿੰਦੇ ਟੋਮੈਟੋ ਕੇਚਪ, ਇਹ 2-3 ਚੀਜ਼ਾਂ ਆਈਆਂ ਸੀ ਛੋਟੇ ਛੋਟੇ ਪੈਕ ਦੇ ਵਿੱਚ। ਬਿਲਕੁਲ ਉਹਦਾ ਸੱਤਿਆਨਾਸ਼ ਮਾਰਿਆ ਜੀ ਪਹਿਲਾਂ ਫੈਕਟਰੀ ਦਾ, ਫਿਰ ਕਰੋੜਾਂ ਰੁਪਈਆ ਲਾ ਕੇ ਇੱਕ ਹੋਰ ਫੈਕਟਰੀ ਲਾਈ ਗਈ ਜਿਹਦਾ ਹਜੇ ਤੱਕ ਉਦਘਾਟਨ ਨਹੀਂ ਹੋਇਆ, 10 ਸਾਲ ਤੋਂ ਉੱਤੇ ਹੋ ਗਏ। ਠੀਕ ਹੈ ਜੀ। ਇਹ ਵੀ ਇੱਕ ਕਿਉਂ ਨਹੀਂ ਹੋਣ ਦਿੱਤਾ ਗਿਆ, ਇਹਦੇ ਵਿੱਚ ਵੀ ਸਾਜ਼ਿਸ਼ ਹੈ ਕਿਉਂਕਿ ਸਰਕਾਰੀ ਨੇ ਪੰਜਾਬ ਐਗਰੋ ਦੀਆਂ। ਇਸੇ ਤਰ੍ਹਾਂ ਜੀ ਉੱਤਰਾਖੰਡ 'ਚ ਇੱਕ ਫੈਕਟਰੀ ਸੀ ਜਿਨ੍ਹਾਂ ਨੇ ਟੈਟਰਾ ਪੈਕ ਰਾਹੀਂ 10 ਤੇ 15 ਰੁਪਏ ਦਾ ਜੂਸ ਵੇਚਣਾ ਸ਼ੁਰੂ ਕੀਤਾ। ਅੱਛਾ ਜੀ। ਉਹਨੂੰ ਅਡਾਨੀਜ਼ ਨੇ ਟੇਕ ਓਵਰ ਕਰ ਲਿਆ। ਅੱਛਾ ਜੀ। ਇਹ ਹੁਣ ਇਸ ਤਰ੍ਹਾਂ ਹੈ ਵੀ ਜਿੱਥੇ ਜਿੱਥੇ ਅਸੀਂ ਪਲਾਨ ਕਹਿੰਦੇ ਹਾਂ ਨਾ, ਜੋ ਤੁਸੀਂ ਚਾਹੁੰਦੇ ਹੋ, ਜੇ ਅਸੀਂ ਕਹਿੰਦੇ ਹਾਂ ਵੀ ਕਿਸਾਨ ਆਪਣੀ ਪੈਰਲਲ ਪਾਰਲੀਮੈਂਟ ਲੈ ਕੇ ਬੈਠੇ ਜੀ, ਤੇ ਨਾਲ ਫਿਰ ਤੁਸੀਂ ਅਨਾਉਂਸ ਕਰ ਦਿੰਦੇ ਹੋ ਜੀ ਕਿ ਜਨਾਬ ਇਹਨਾਂ ਦੀ ਤਾਂ ਉਹ ਖਤਮ ਹੋ ਗਈ ਹੁਣ। ਤਿੰਨੋਂ ਥਾਂ ਤੇ ਸ਼ਰਾਰਤ ਕੀਤੀ ਜੀ, ਉਹ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਜੀ। ਗਾਜ਼ੀਪੁਰ ਦੇ ਉੱਤੇ ਪਹਿਲਾਂ ਤਾਂ ਪਾਰਲੀਮੈਂਟ ਦੀ ਗੱਲ ਕਰ ਲਈਏ, ਅੰਦਰ ਤੁਹਾਡੀ ਪਾਰਲੀਮੈਂਟ ਚੱਲ ਨਹੀਂ ਰਹੀ, ਬਾਹਰ ਇਹਨਾਂ ਦੀ ਪਾਰਲੀਮੈਂਟ ਚੱਲ ਰਹੀ ਹੈ। ਹਾਂਜੀ। ਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਕਵਰੇਜ ਨਹੀਂ ਮਿਲ ਰਹੀ, ਉਹ ਫੇਸਬੁੱਕ ਤੁਹਾਡੀ ਹੈ ਜੀ। ਜੀ, ਆਹ ਫੇਸਬੁੱਕ ਤੇ ਮੈਂ ਅੱਜ ਗੱਲ ਹੋ ਰਹੀ ਸੀ, ਕਹਿੰਦੇ ਜਿੱਥੇ ਫਾਰਮਰ ਜਿਹੜਾ ਹੈ ਉਹ ਆ ਗਿਆ ਹੈਸ਼ਟੈਗ, ਕਹਿੰਦੇ ਉੱਥੇ ਉਹ ਬੂਸਟ ਹੀ ਨਹੀਂ ਹੋ ਰਹੀ, ਉਹ ਆਪਣੀ ਬੂਸਟ ਲਈ ਪੈਸੇ ਲੱਗਦੇ ਆ ਜੀ। ਨਹੀਂ, ਆਮ ਸੁਜੈਸ਼ਨ 'ਚ ਵੀ ਨਹੀਂ ਆ ਰਿਹਾ ਜੀ ਕਿਸਾਨਾਂ ਦਾ, ਉਹ ਵੀ ਦੇਖੋ ਇੱਕ ਬਹੁਤ ਵੱਡੀ ਗੱਲ ਹੈ, ਜਿਵੇਂ ਪਹਿਲਾਂ ਹੁੰਦੀਆਂ ਸੀ। ਉਹ ਇਸ ਲਈ ਹੈ ਜੀ ਕਿ ਜੋ ਹੁਕਮ ਹੈ, ਦੇਖੋ ਪੈਗਾਸਸ ਨੇ ਪੈਸੇ ਕਮਾਏ ਜੀ ਕੰਟਰੈਕਟਸ ਲੈ ਕੇ, FBI ਹਰ ਚੀਜ਼ ਦਾ ਤੁਹਾਡਾ ਬਿਜ਼ਨਸ ਕਰ ਰਹੀ ਹੈ ਜੀ। ਸਪੋਜ਼ ਮੈਂ ਲੰਡਨ ਜਾਣਾ ਜੀ, ਮੈਂ ਉੱਥੇ 15 ਦਿਨ ਰਹਿਣਾ, ਤੇ ਮੈਂ ਫੇਸਬੁੱਕ ਤੇ ਇੱਕ ਵਾਰੀ ਪਾ ਦਿਆਂ ਕਿ ਮੈਂ ਜਨਾਬ ਲੰਡਨ 'ਚ ਕੋਈ ਮਕਾਨ ਹੋਣ ਜਿਹੜੇ ਮੈਂ 15 ਦਿਨ ਲਈ ਲੈ ਸਕਾਂ। ਹਾਂਜੀ, ਮੈਂ ਇਹ ਕਰਕੇ ਭੁੱਲ ਗਿਆ ਜੀ। ਤੁਸੀਂ ਉੱਥੇ ਲੈਂਡ ਕਰਦੇ ਹੋ, ਤੁਹਾਨੂੰ ਉਤਰਨ ਤੋਂ ਬਾਅਦ 15 ਫੋਨ ਆਉਂਦੇ ਜਾਂ ਮੈਸੇजेस ਆਉਂਦੇ ਵੀ ਸਾਡੇ ਕੋਲ ਤੁਹਾਡਾ ਉਹ ਅਵੇਲੇਬਲ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦੇਖੋ ਆਟੋਮੈਟਿਕਲੀ ਪਹੁੰਚ ਜਾਂਦਾ, ਤੁਸੀਂ ਸਰਚ ਕਰ, ਹਜੇ ਤਾਂ ਕੋਲ ਦੀ ਨੰਗੇ ਨੇ ਥੋੜਾ ਜਿਹਾ ਵੇਖ ਲਓ, ਕੁਦਰਤੀ ਤੌਰ ਤੇ ਉਹਨਾਂ ਦੇ ਫੋਨ ਆਉਣ ਲੱਗ ਪੈਂਦੇ। ਦਾਨੇਵਾਲੀਆ ਸਾਹਿਬ, ਤੁਸੀਂ ਯੂ ਹੈਵ ਹਿੱਟ ਦ ਨੇਲ ਇਨ ਦ ਹੈਡ, ਇਹੀ ਮੈਂ ਕਹਿਣਾ ਚਾਹ ਰਿਹਾ ਸੀ। ਇਹ ਹੈ ਬਿਜ਼ਨਸ, ਤੁਹਾਡੀ ਇਨਫੋਰਮੇਸ਼ਨ ਦੇ ਆਰ ਸੈਲਿੰਗ ਇਨਡਾਇਰੈਕਟਲੀ ਟੂ ਜਿਹਨੂੰ ਚਾਹੀਦੀ ਜਿਹੜਾ ਇਹ ਬਿਜ਼ਨਸ ਹੈ, ਜਿਹੜੇ ਸਾਡੇ ਜਿਹਨੂੰ ਅਸੀਂ ਡੇਟਾ ਕਹਿੰਦੇ ਹਾਂ ਜੀ, ਡੇਟਾ ਇਜ਼ ਬੀਇੰਗ ਸੋਲਡ ਐਟ ਹੈਵੀ ਪ੍ਰਾਈਸ, ਤੇ ਉਹ ਜੋ ਪੈਗਾਸਸ ਕਰ ਰਿਹਾ ਜੀ, ਤੁਸੀਂ ਹੋਰ ਤਰੀਕੇ ਨਾਲ ਕਰ ਰਹੇ ਹੋ। ਤੁਹਾਡਾ ਡੇਟਾ ਅੱਜ ਹੁਣ ਰਾਜ ਕੁੰਦਰਾ ਜਾਂ ਕਿਸੇ ਦੀ ਗੱਲ ਕਰੀਏ, ਉਹਨਾਂ ਦੇ ਤੁਸੀਂ WhatsApp ਤੇ ਮੈਸੇਜ ਦਿਖਾ ਰਹੇ ਹੋ, ਤੇ WhatsApp ਤੇ ਲਿਖਿਆ ਹੁੰਦਾ ਐਂਡ ਟੂ ਐਂਡ ਐਨਕ੍ਰਿਪਟਡ ਜੀ, ਤੇ ਉਹੀ ਮੈਸੇਜ ਤੁਸੀਂ ਉਹਨਾਂ ਦੀ ਸਨੈਪਸ਼ਾਟ ਲੈ ਕੇ ਉਹ ਦਿਖਾਈ ਜਾ ਰਹੇ ਜੀ। ਦੈਟ ਮੀਨਸ ਕੋਈ ਥਾਂ ਤੇ ਤਾਂ ਕੋਈ ਪ੍ਰਾਈਵੇਸੀ ਨਹੀਂ ਹੈ, ਕੋਈ ਪ੍ਰਾਈਵੇਸੀ ਨਹੀਂ। ਇਹ ਤਾਂ ਥਰਡ ਪਾਰਟੀ ਹੈ ਜੀ, ਕਿਸੇ ਦੇ ਘਰੇ ਤੁਹਾਡਾ ਟੈਚ ਹੀ ਪਿਆ ਬਸ। ਮੈਂ ਇੱਥੇ 3 ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਬਹੁਤ ਬਾਹਰ ਨਹੀਂ ਆਇਆ ਹੈ। ਹਾਂਜੀ। ਗਾਜ਼ੀਪੁਰ ਤੇ ਥੋੜੇ ਦਿਨ ਪਹਿਲਾਂ ਇੱਕ ਛੋਟਾ ਮੋਟਾ ਝਗੜਾ ਹੋਇਆ ਸੀ ਜੀ, ਜਿਹੜਾ ਝਗੜਾ ਤੇ ਬੀਜੇਪੀ ਵਾਲੇ ਬੰਦੇ ਆ ਗਏ ਜੀ, ਜ਼ਿੰਦਾਬਾਦ ਮੁਰਦਾਬਾਦ ਆਪਣੇ, ਉਹ ਕਹਿੰਦੇ ਜੀ ਤੁਸੀਂ ਕਿਉਂ ਆਏ, ਕਿਸਾਨਾਂ ਨੇ ਅੰਦਰੋਂ ਪੁੱਛਿਆ। ਹਾਂਜੀ। ਕਹਿੰਦੇ ਜੀ ਸਾਡਾ ਇੱਕ ਲੀਡਰ ਯੂਪੀ ਤੋਂ ਆ ਰਿਹਾ ਸੀ, ਉਹਨੂੰ ਰਿਸੀਵ ਕਰਨਾ ਆਇਆ। ਅੱਛਾ ਜੀ। ਕਿੱਥੇ ਰਿਸੀਵ ਕਰ ਰਹੇ ਸੀ? ਜਿੱਥੇ ਇਹਨਾਂ ਦੀ ਸਟੇਜ ਬਣੀ ਹੋਈ ਸੀ। ਅੱਛਾ ਜੀ, ਬਿਲਕੁਲ ਨਾਲ ਖਹਿ ਕੇ। ਠੀਕ ਹੈ ਜੀ, ਉਸੇ ਥਾਂ ਤੇ ਉੱਥੇ ਉਹਨਾਂ ਦੇ ਆਉਣ ਤੋਂ ਪਹਿਲਾਂ ਡੰਡਾ ਸੋਟਾ ਹੋ ਗਏ ਜੀ, ਚਾਰजेस ਲੱਗਦੇ 200 FIR। ਅੱਛਾ ਜੀ। ਕਿਸਾਨਾਂ ਦੇ ਖਿਲਾਫ ਹੋਈਆਂ, ਕਿਸਾਨਾਂ ਦੇ ਖਿਲਾਫ ਹੋ ਗਈ, ਉਹਨਾਂ ਦੇ ਘਰੇ ਗਿਆ ਤੇ ਬੈਠਿਆਂ ਦੇ ਡੰਡੇ ਮਾਰੇ ਆਏ, ਉਹ ਕਿਸਾਨਾਂ ਦੇ ਘਰੇ ਸੀ। ਇਹ ਇੱਕ ਹੈ ਜੀ। ਉਦੋਂ ਬਾਅਦ ਕੀ ਹੁੰਦਾ ਵੀ ਜਿੰਨੀ ਵਾਰ ਉਹ ਸਟੇਜ ਲਗਾਉਣ ਲੱਗਦੇ ਨਾ, ਉਹਨਾਂ ਨੇ ਕੂਲਰ ਲਗਾਏ ਸੀ। ਅੱਛਾ ਜੀ। 180 ਤੋਂ 200 ਜਿਹੜੇ ਪੁਲਿਸਮੈਨ ਨੇ ਉਹ ਉੱਥੇ ਆ ਕੇ ਬੈਠ ਜਾਂਦੇ ਕੂਲਰਾਂ ਅੱਗੇ। ਅੱਛਾ ਜੀ।
ਤੇ ਤੁਸੀਂ ਕੰਧਾਂ ਤੇ ਬੈਠ ਕੇ ਲੈਕਚਰ ਸੁਣਦੇ ਹੋ ਜਾਂ ਫਿਰ ਲੈਕਚਰ ਹੋਣ ਹੀ ਨਹੀਂ ਦਿੰਦੇ। ਅੱਛਾ ਹੁਣ ਪਿਛਲੇ 2 ਦਿਨਾਂ 'ਚ ਕੀ ਹੋਇਆ ਜੀ, ਇਹਨਾਂ ਨੇ ਜਿਹੜੇ ਉਹ ਮੇਕਸ਼ਿਫਟ ਫਾਰਮ ਹਾਊਸਸ ਬਣਾਏ ਸੀ ਟਿਕਰੀ ਤੇ ਆਪਣਾ ਸਿੰਘੂ ਬਾਰਡਰ ਹਾਂਜੀ, ਇਹ ਇੱਥੇ ਜਦੋਂ ਪਾਰਲੀਮੈਂਟ ਲਈ ਆਏ ਇੱਕ ਵਾਰੀ ਅੱਗ ਲੱਗ ਗਈ ਜੀ ਟਿਕਰੀ ਤੇ, ਹਾਂਜੀ, ਕਾਫੀ ਕੁਝ ਸੜ ਕੇ ਸੁਆਹ ਹੋ ਗਿਆ। ਇੱਕ ਵਾਰੀ ਅੱਗ ਲੱਗ ਗਈ ਸਿੰਘੂ ਬਾਰਡਰ। ਇਹ ਪਿਛਲੇ 36 ਘੰਟਿਆਂ ਦੀ ਗੱਲਾਂ। ਬਿਲਕੁਲ ਜੀ ਬਿਲਕੁਲ। ਇਹ ਹੁਣ ਇਹ ਜੇ ਸ਼ਰਾਰਤ ਨਹੀਂ ਤਾਂ ਕੀ ਹੋਰ ਕੀ ਹੈ ਜੀ, ਤੁਸੀਂ ਵੀ ਸਿਆਣੇ। ਤੇ ਜਿੱਦਾਂ ਦੇ ਤੁਸੀਂ ਜਿਨ੍ਹਾਂ ਨੂੰ ਕਵਰੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਦੇ ਦਿੰਦੇ ਹੋ, ਬਾਕੀ ਦੀ ਤੁਸੀਂ। ਮੈਂ ਇਹ ਕਹਿਣਾ ਜੀ, ਮੈਂ ਇੱਕ ਲਾਈਨ ਲਿਖਦਾ ਸੀ ਤੇ 500 ਲਾਈਕਸ ਆ ਜਾਂਦੇ ਸੀ। ਹੁਣ ਤੁਹਾਨੂੰ ਮੈਸੇਜ ਭੇਜਦੇ ਆ ਵੀ $5 ਅਸੀਂ ਦਿੰਨੇ ਆ, ਬਾਕੀ ਤੁਸੀਂ ਡਾਲ ਦਿਓ ਤੇ ਬੂਸਟ ਕਰਵਾ ਦਿਆਂਗੇ। ਅੱਛਾ ਜੀ। ਉਹ ਜੇ ਬੂਸਟ ਹੋਊਗੀ ਤੇ ਨਹੀਂ ਤਾਂ 20 ਬੰਦਿਆਂ ਕੋਲ ਤੁਸੀਂ ਜਾਣ ਦਿਓਗੇ, ਬਾਕੀ ਦੇਖਣਗੇ ਨਹੀਂ ਤੁਹਾਡੀ ਆ ਜਾਂਦੀ ਨਹੀਂ ਜੀ, ਸੁਜੈਸ਼ਨਸ 'ਚ ਨਹੀਂ ਜਾਂਦੀ। ਐਗਜ਼ੈਕਟਲੀ ਇਹੀ ਚੀਜ਼ਾਂ ਨੇ, ਇਹ ਪਿਓਰ ਬਿਜ਼ਨਸ ਹੈ। ਲੇਕਿਨ ਇਹ ਜੇ ਕਹਿਣਾ ਕਿ ਕਿਸਾਨਾਂ ਦੀ ਕੋਈ ਉਹ ਘੱਟ ਹੋ ਗਈ, ਅੱਜ ਕਿਸਾਨ ਤਾਮਿਲਨਾਡੂ ਤੋਂ ਆਏ ਹੋਏ ਸੀ ਜੀ, ਤੇਲੰਗਾਨਾ ਦੇ ਕਿਸਾਨ ਆਲਰੇਡੀ ਹੋ ਚੁੱਕੇ ਨੇ, ਕੇਰਲਾ ਦੇ ਕਿਸਾਨ ਹੋ ਚੁੱਕੇ ਨੇ, ਪਹਿਲੀ ਵਾਰੀ ਝਾਰਖੰਡ ਦੇ ਕਿਸਾਨ ਆਏ ਨੇ। ਅੱਛਾ ਜੀ, ਦੈਟਸ ਗੁੱਡ ਜੀ। all these things are important। ਤੁਸੀਂ ਕਹਿੰਦੇ ਹੋ ਵੀ ਇਹਨਾਂ ਦੀ ਉਹ ਘਟ ਗਈ, ਜੋ ਕਾਂਗਰਸ ਦੇ ਜੋ ਸਿੱਧੂ ਸਾਹਿਬ ਨਾਲ ਹੋਇਆ ਜੀ। ਸਿੱਧੂ ਸਾਹਿਬ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਖਟਕੜ ਕਲਾਂ ਗਏ ਸੀ, ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ, ਹਾਂਜੀ, ਯੂ ਟਰਨ ਮਰਵਾਇਆ ਜੀ। 2 ਦਿਨ ਪਹਿਲਾਂ ਚਮਕੌਰ ਸਾਹਿਬ ਗਏ ਸੀ, ਕੱਬ ਕੇ ਮੀਨਸ ਉੱਥੇ ਸਾਡੇ ਕੋਲ ਹੈਗਾ ਜੀ ਜਿੱਥੇ ਪੱਗਾਂ ਲੱਥੀਆਂ, ਉਹਨਾਂ ਨੇ ਸਿੱਧੂ ਸਾਹਿਬ ਨੂੰ ਬੋਲਣ ਨਹੀਂ ਦਿੱਤਾ ਜੀ। ਇਹ ਜਿਹੜਾ ਸਾਰਾ ਕੁਝ ਹੋ ਰਿਹਾ, ਇਹ ਕੌਣ ਕਰਵਾ ਰਿਹਾ ਜੀ? ਜੇ ਇਹ ਦੇਖੋ, ਉਹ ਤਾਂ ਕਾਂਗਰਸ ਦੀ ਵਿਚਲੀ ਲੜਾਈ ਵੀ ਹੋ ਸਕਦੀ ਹੈ ਜੀ, ਕਿਉਂਕਿ ਪੰਜਾਬ 'ਚ ਬੀਜੇਪੀ ਦੀ ਸਾਥ ਨਹੀਂ ਹੈਗੀ। ਲੇਕਿਨ ਇੱਕ ਚੀਜ਼ ਹੈ ਕਿ they have repeatedly contacted ਅਮਰਿੰਦਰ ਸਿੰਘ ਜੀ ਕਿ ਜਨਾਬ ਬੀਜੇਪੀ 'ਚ ਆ ਜਾਓ। ਐਵੇਂ ਨਹੀਂ, ਸੈਂਟਰ ਤੋਂ ਹੁਕਮ ਆਇਆ ਜੀ ਕਿ ਜਨਾਬ ਸਿੱਧੂ ਨੂੰ ਜੋ ਬਣਾਇਆ ਸਾਰੇ ਦੇ ਸਾਰੇ ਉਹਦੇ ਨਾਲ ਜਾ ਕੇ ਸਪੋਰਟ ਕਰੋ। ਹਾਂਜੀ, this was a whip from the high command, Congress high command। ਬਿਲਕੁਲ ਜੀ। ਨਹੀਂ ਤਾਂ ਇੱਕ ਦਿਨ ਸਿੱਧੂ ਕੋਲ 20 MLA ਨੇ ਜੀ, ਅਗਲੇ ਦਿਨ 63 ਜਾਂ 62 ਜਾ ਕੇ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਜੀ, ਤੇ ਤੁਹਾਨੂੰ ਦੱਸਿਆ ਜਾਂਦਾ ਵੀ ਭਾਈ ਤੁਸੀਂ ਕਿੱਥੇ ਖੜੇ ਹੋ। ਪ੍ਰੋਫੈਸਰ ਅਵਿਨਾਸ਼ ਸਿੰਘ ਜੀ, ਮੈਨੂੰ ਇੱਕ ਚੀਜ਼ ਦੱਸੋ, ਮੈਂ ਥੋੜਾ ਜਿਹਾ 4 ਅੱਖਰ ਤਾਂ ਲਿਖੇ ਸੀ ਇਸ ਬਾਰੇ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਕਿਤੇ ਪੰਜਾਬ ਦੇ ਭਜਨ ਲਾਲ ਤਾਂ ਨਹੀਂ ਬਣ ਜਾਣਗੇ ਜਾਂ ਬੰਸੀ ਲਾਲ? ਮੈਂ ਬਿਲਕੁਲ ਲਿਖਿਆ ਸੀ ਜੀ ਕਿ ਅਮਰਿੰਦਰ ਵਾਸ ਰੈਡੀ ਟੂ ਡੂ ਅ ਭਜਨ ਲਾਲ। ਉਹ ਜਦੋਂ ਅਸੀਂ ਲਿਖਿਆ ਉਸ ਤੋਂ ਬਾਅਦ ਉਹ ਛਪਿਆ ਹੋਇਆ ਜੀ। ਅੱਛਾ ਜੀ। ਉਹ ਭਜਨ ਲਾਲ ਕੀਤਾ ਜਾਣਾ ਸੀ ਜਦੋਂ ਵਿਪ ਆਈ ਕਿ ਜਨਾਬ ਇਹ ਜਿਹੜਾ ਹੈ ਇਹ ਗੜਬੜ ਕਰ ਸਕਦੇ ਆ, ਤੁਸੀਂ ਸਾਰੇ ਉਹਦੇ ਜਾ ਕੇ ਪਿੱਛੇ ਖੜੇ ਹੋ ਜਾਓ ਸਿੱਧੂ ਦੇ ਜੀ। ਦਿਸ ਇਜ਼ ਫਰਮ ਦ ਸੈਂਟਰ। ਹੁਣ ਇਹਦੇ ਪਿੱਛੇ ਇੱਕ ਗੱਲ ਹੋਰ ਹੈ ਜੀ, ਪ੍ਰਸ਼ਾਂਤ ਕਿਸ਼ੋਰ ਨੂੰ ਕਿਉਂ ਲਿਆਇਆ ਗਿਆ ਔਰ ਲੋਕਾਂ ਨੇ ਪੁੱਛਿਆ ਸੀ ਵੀ ਉਹਦਾ ਫਾਇਦਾ ਕੀ ਹੋਇਆ ਜੀ। ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਕਿਹਾ ਕਿ ਜਨਾਬ ਤੁਹਾਨੂੰ ਰੀਜੂਵਨੇਟ ਹੋਣ ਦੀ ਜ਼ਰੂਰਤ ਹੈ। ਕਿੱਦਾਂ ਹੋਗੇ ਜੀ? ਉਹ ਕਹਿੰਦਾ ਜੀ ਪੰਜਾਬ 'ਚ ਇਲੈਕਸ਼ਨ ਆਉਣ ਵਾਲੀ ਹੈ, ਸਭ ਤੋਂ ਪਹਿਲਾਂ ਕਰ ਲਓ ਕਿਸੇ ਯੂਥ ਨੂੰ ਚਿਹਰਾ ਬਣਾ ਦਿਓ ਪੰਜਾਬ ਦਾ। ਅੱਛਾ ਜੀ। ਤਾਂ ਤੁਸੀਂ ਜਿੱਤ ਸਕਦੇ ਹੋ। ਠੀਕ ਹੈ ਜੀ। ਨੈਕਸਟ ਕੀ ਕਰਨਾ? ਜਿਹੜਾ ਤਿਆਰ ਹੋ ਗਿਆ ਕੰਮ, ਖਰੜਾ ਤਿਆਰ ਹੈ ਕਿ ਅਸ਼ੋਕ ਗਹਿਲੋਤ ਤੋਂ ਲੈ ਕੇ ਤੇ ਸਚਿਨ ਪਾਇਲਟ ਨੂੰ ਉੱਥੇ ਤਾਕਤ ਦੇਣੀ ਹੈ ਜੀ। ਸਚਿਨ ਪਾਇਲਟ ਨਹੀਂ ਕੀ ਹੋਏਗਾ ਜੋ ਮੱਧ ਪ੍ਰਦੇਸ਼ ਦੇ ਵਿੱਚ ਹੋਇਆ। ਸਿੰਧੀਆ, ਜੋਤਿਰਾਦਿੱਤਿਆ ਸਿੰਧੀਆ ਇਹਨਾਂ ਨੂੰ ਛੱਡ ਕੇ ਗਿਆ, ਬੀਜੇਪੀ ਦੀ ਸਰਕਾਰ ਵਾਪਸ ਆ ਗਈ ਜੀ। ਮਾਮਾ ਜੀ ਸਾਡੇ ਜਿਹੜੇ ਚੌਹਾਨ ਸਾਹਿਬ ਨੇ ਉਹ ਵਾਪਸ ਆ ਗਏ ਐਸ ਚੀਫ ਮਿਨਿਸਟਰ। ਹੁਣ ਉਹ ਗੱਲ ਸੀ ਵੀ ਇਹ ਸਾਰਾ ਕੁਝ ਪਲੈਨਿੰਗ ਨਾਲ ਹੁੰਦਾ ਔਰ ਇਹੀ ਪਲੈਨਿੰਗ ਜੀ ਕਾਂਗਰਸ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਕਿ ਜਨਾਬ ਨਵਾਂ ਇੱਕ ਪ੍ਰੈਜ਼ੀਡੈਂਟ ਲਿਆਂਦਾ ਜਾਏ ਜੀ। ਤੇ ਥੋੜੀ ਜਿਹੀ ਇੱਕ ਦਿੱਕਤ ਹੋ ਰਹੀ ਹੈ ਜਿਹੜੀ
ਹਜੇ ਤੱਕ ਬਾਹਰ ਨਹੀਂ ਆਈ। ਉਹ ਕੀ ਹੈ ਜੀ? ਮਾਂ ਤੇ ਬੇਟੇ ਦੀ ਜਿਹੜੀ ਲੜਾਈ ਹੈ ਨਾ ਜੀ। ਅੱਛਾ, ਉਹ ਹਜੇ ਲੋਕਾਂ ਨੂੰ ਪਤਾ ਨਹੀਂ ਵੀ ਲੜਾਈ ਹੈ ਇਹਨਾਂ ਦੀ। ਨਹੀਂ, ਅੱਛਾ। ਸੋਨੀਆ ਤੇ ਰਾਹੁਲ ਵਾਂਟਸ ਯੰਗਸਟਰਸ ਜੀ। ਸੋਨੀਆ ਨੇ ਤਾਂ ਅੱਜ ਤੋਂ 12 ਦਿਨ ਪਹਿਲਾਂ ਕਹਿਤਾ ਸੀ ਕਿ ਕਮਲਨਾਥ ਨੂੰ ਪ੍ਰੈਜ਼ੀਡੈਂਟ ਬਣਾ ਦਿਓ ਆਲ ਇੰਡੀਆ ਕਾਂਗਰਸ ਕਮੇਟੀ। ਅੱਛਾ ਜੀ। ਇਹ ਰਾਹੁਲ ਹੈਜ਼ ਪੁੱਟ ਹਿਸ ਫੁੱਟ ਡਾਊਨ। ਹਾਂ। ਉਹ ਆਪ ਪ੍ਰੈਜ਼ੀਡੈਂਟ ਕਿਉਂ ਨਹੀਂ ਬਣਿਆ? ਹਾਂ। ਕਿਉਂਕਿ ਗੱਲ ਨਹੀਂ ਸੀ ਮੰਨੀ ਜਾਂਦੀ। ਇਹ ਕਿਹਾ ਜਾਂਦਾ ਸੀ ਗਹਿਲੋਤ ਨੂੰ ਰੱਖਣਾ, ਕਮਲਨਾਥ ਨੂੰ ਰੱਖਣਾ ਐਸ ਚੀਫ ਮਿਨਿਸਟਰ। ਹਾਂ ਹਾਂ। ਇਸੇ ਤਰ੍ਹਾਂ ਹੁਣ 4.5 ਸਾਲ ਜੇ ਤੁਸੀਂ ਪੰਜਾਬ 'ਚ ਕੋਈ ਕੰਮ ਨਹੀਂ ਕੀਤਾ, ਕੀ ਤੁਸੀਂ ਉਸੇ ਫੇਸ ਨਾਲ ਨੈਕਸਟ ਇਲੈਕਸ਼ਨ ਜਿੱਤ ਸਕਦੇ ਹੋ? ਉਹ ਤਾਂ ਨਹੀਂ ਜਿੱਤ ਸਕਦੇ। ਤੋ ਦੈਟ ਵਾਸ ਦ ਰੀਜ਼ਨ ਕਿ ਪਰ ਇੱਕ ਇੱਕ ਨਵਾਂ ਜਿਵੇਂ ਫੇਸ ਤੁਸੀਂ ਸਾਹਮਣੇ ਪ੍ਰੋਫੈਸਰ ਸਾਹਿਬ ਇੱਕ ਗੱਲ ਕਹੀ ਹੈ, ਪੰਜਾਬ ਦੇ ਵਿੱਚ ਮੈਂ ਹੁਣ ਲਗਾਤਾਰ ਦੇਖੋ ਇੱਕ ਚੀਜ਼ ਤਾਂ ਮੈਨੂੰ ਥੋੜ੍ਹੀ ਜਿਹੀ ਸਮਝ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੋਟ ਬੈਂਕ ਵਧੇਗਾ, ਉਹ ਕਿੰਨਾ ਵਧੇਗਾ ਇਹ ਹਜੇ ਪਤਾ ਚੱਲੂਗਾ। ਪਰ ਦੇਖੋ ਇੱਕ ਪੰਜਾਬ ਦਾ ਵੋਟਰ ਜਿਹੜਾ ਨਾ ਉਹ ਹਜੇ ਵੀ 605 'ਚ ਹੈ ਕਿ ਕਿਹਨੂੰ ਵੋਟ ਪਾਈ ਜਾਵੇ। ਕਾਰਨ ਕੀ ਹੈ ਕਿ ਦੇਖੋ ਆਮ ਆਦਮੀ ਪਾਰਟੀ ਖਿੱਲਰ ਗਈ ਜੀ, ਖਿਲਾਰੀ ਗਈ ਜੀ, ਖਿਲਾਰਤੀ, ਸਿੱਧੀ ਗੱਲ ਹੈ ਜੀ। ਨਵੇਂ ਪੁਰਾਣੇ ਖਿਲਾੜੀ ਸੀ, ਨਵੇਂ ਦੇ ਪੈਰ ਨਹੀਂ ਲੱਗਣ ਦਿੱਤੇ। ਮੈਂ ਤਾਂ ਬਿਲਕੁਲ ਲਤਾ ਮੰਗੇਸ਼ਕਰ ਤੇ ਆਸ਼ਾ ਭੋਂਸਲੇ ਨੇ ਦੇਖੋ ਜਿੰਨੀ ਦੇਰ ਹੋ ਰਹੀਆਂ ਉਨੀ ਦੇਰ ਕਿਸੇ ਨਵੇਂ ਸਿੰਗਰ ਦੇ ਪੈਰ ਨਹੀਂ ਲੱਗੇ, ਕੁੜੀ ਦੇ ਨਹੀਂ ਲੱਗੇ। ਤੇ ਹੁਣ ਕਿੰਨੀਆਂ ਨੇ ਦੇਖ ਲਓ। ਬਿਲਕੁਲ ਠੀਕ ਹੈ ਜੀ। ਇਹ ਫਿਰ ਆਸ਼ਾ ਭੋਂਸਲੇ ਤੇ ਜਿਹੜੀ ਲਤਾ ਮੰਗੇਸ਼ਕਰ ਆ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਹੈ। ਉਹ ਹੁਣ ਜਦੋਂ ਤੁਸੀਂ ਕੋਈ ਆਣ ਲੱਗਦਾ ਹੈ ਤੁਸੀਂ ਤੋੜੋਗੇ ਤਾਂ ਇਹਨਾਂ ਨੂੰ ਥੋੜਾ ਜਿਹਾ ਸਿਆਣਾ ਹੋਣਾ ਪਏਗਾ ਜੀ। ਜੇ ਆਮ ਆਦਮੀ ਪਾਰਟੀ ਪਿਛਲੀ ਵਾਰ ਇਹਨਾਂ ਨੂੰ ਹੱਥ ਲੱਗ ਚੁੱਕੇ ਨੇ ਤੇ ਹੁਣ ਵੀ ਲੋਕੀ ਇਹਨਾਂ ਨੂੰ ਛੱਡ ਕੇ ਗਏ ਨੇ ਜੀ। ਨਹੀਂ ਤਾਂ ਖੈਰਾ ਦੇ ਜਾਣ ਦੀ ਕੋਈ ਗੱਲ ਤਾਂ ਨਹੀਂ ਸੀ ਹੈਗੀ। ਬਿਲਕੁਲ ਇਹੀ ਤਾਂ ਗੱਲਾਂ ਨੇ। ਇਹ ਵੀ ਇੱਕ ਨਾ ਸਮਝ ਨਹੀਂ ਆ ਰਹੀ ਬੇਸਿਕਲੀ। ਦੇਖੋ ਹੁਣ ਬੜਾ ਇਹਦੇ ਵਿੱਚ ਪ੍ਰੋਫੈਸਰ ਸਾਹਿਬ ਅੱਜ ਟਾਈਮ ਆਪਾਂ 5-4 ਮਿੰਟ ਮੇਰੇ ਕੋਲ ਹੋਰ ਹੈਗੇ ਨੇ, 6 ਮਿੰਟ ਆਪਾਂ ਗੱਲ ਕਰੀਏ ਕਿ ਕੇਜਰੀਵਾਲ ਵੀ ਇੱਕ ਕੀ ਆਈਡੀਓਲੋਜੀ ਹੈ ਵੀ ਕੇਜਰੀਵਾਲ ਇਜ਼ ਰੀਅਲੀ ਰਨਿੰਗ ਅ ਪਾਰਟੀ ਜਾਂ ਇਹ ਇੱਕ ਸਟੈਂਡ ਬਾਏ ਹੈਗੀ ਹੈ ਕਿਸੇ ਦੀ ਜਿਹਨੂੰ ਸਨੇਕ ਟ੍ਰੈਂਚ ਕਹਿ ਦਿੰਦੇ ਆ। ਇਨਕੋਰਪੋਰੇਟਡ ਕੰਪਨੀ ਹੁੰਦੀ ਜੀ। ਮੈਂ ਬੜੀ ਸਿੱਧੀ ਜੀ ਗੱਲ ਦੱਸ ਦਿੰਦਾ ਤੁਹਾਨੂੰ ਜੀ। ਇਹ ਕਿਸੇ ਦੀ ਬੀ ਟੀਮ ਨਹੀਂ ਹੈ। ਕੇਜਰੀਵਾਲ ਇੱਕ ਇਹੋ ਜਿਹਾ ਸੁਪਨਾ ਲੈ ਕੇ ਚੱਲਿਆ ਕਿ ਜਨਾਬ ਮੈਂ ਆਪਣੇ ਤੋਂ ਵੱਡਾ ਲੀਡਰ ਨਹੀਂ ਲਿਆਣਾ। ਅੱਛਾ ਜੀ। ਤੇ ਦੂਜੇ ਨੂੰ ਜਿਹੜਾ ਮੈਨੂੰ ਕੱਲ ਨੂੰ ਕੁਐਸਚਨ ਕਰੇ ਉਹ ਪਾਰਟੀ 'ਚ ਨਹੀਂ ਰਹਿਣਾ ਚਾਹੁੰਦਾ, ਭਾਵੇਂ ਉਹ ਕੁਮਾਰ ਵਿਸ਼ਵਾਸ ਸੀ, ਭਾਵੇਂ ਉਹ ਜਿਹੜੇ ਵੀ ਬਾਪ ਬੇਟੇ ਵਕੀਲ ਸੀਗੇ ਜਾਂ ਜਿੰਨੇ ਵੀ ਲੋਕ ਆਸ਼ੂਤੋਸ਼ ਵਰਗੇ ਨਿਕਲੇ। ਉਹ ਬੜਾ ਸਿੱਧਾ ਸੀ। ਮੈਨੂੰ ਪ੍ਰੋਫੈਸਰ ਸਾਹਿਬ ਮੈਨੂੰ ਕੱਲ ਹੀ ਇੱਕ ਬੰਦੇ ਨੇ ਬੜੀ ਇਨਸਾਈਡ ਸਟੋਰੀ ਦੱਸੀ। ਕਹਿੰਦੇ ਪ੍ਰਗਟ ਸਿੰਘ, ਮੈਂ ਉਹਦੇ ਡਿਸਕਲੇਮਰ ਕਰਦਾ ਕਿ ਸੱਚ ਹੈ ਕਿ ਝੂਠ ਹੈ, ਪਰ ਮੈਂ ਕਿਉਂਕਿ ਪਤਾ ਚੱਲੀ ਆਪਾਂ ਪਹਿਲਾਂ ਹੀ ਕਹਿੰਦਾ ਵੀ ਗੱਲ ਕਿਸੇ ਨੇ ਦੱਸੀ। ਕਹਿੰਦੇ ਪ੍ਰਗਟ ਸਿੰਘ ਦੀ ਮੁਲਾਕਾਤ ਹੋਈ, ਕਹਿੰਦੇ ਜੀ ਤੁਹਾਨੂੰ ਅਸੀਂ ਚੀਫ ਮਿਨਿਸਟਰ ਦਾ ਚਿਹਰਾ ਬਣਾ ਕੇ ਪੇਸ਼ ਕਰਨਾ ਹੈ, ਤੁਸੀਂ ਤਿਆਰੀ ਕਰੋ। ਉਹ ਕਹਿੰਦਾ ਜਿਹੜਾ ਬੰਦਾ ਨਾਲ ਲੈ ਕੇ ਗਿਆ ਸੀ ਉਹ ਪ੍ਰਗਟ ਸਿੰਘ ਕਹਿੰਦਾ ਜੀ ਦੇਖੋ ਮੈਂ ਹਾਕੀ ਟੀਮ ਦਾ ਕੈਪਟਨ ਰਿਹਾ ਅਤੇ ਪੂਰੀ ਟੀਮ ਬਿਨਾਂ ਕੋਈ ਇਕੱਲਾ ਕੈਪਟਨ ਗੋਲ ਨਹੀਂ ਕਰ ਸਕਦਾ, ਸਾਨੂੰ ਟੀਮ ਬਣਾਉਣੀ ਪੈਣੀ ਹੈ, ਤੁਸੀਂ ਟੀਮ ਬਣਾਓ ਆਪਾਂ ਕਰ ਲੈਂਦੇ ਹਾਂ। ਕਹਿੰਦਾ ਠੀਕ ਹੈ। ਉਹ ਰਾਹ ਜਾਂਦੇ ਜਾਂਦੇ ਜਿਹੜਾ ਬੰਦਾ ਨਾਲ ਲੈ ਕੇ ਗਿਆ ਸੀ ਉਹਨੂੰ ਕਹਿੰਦੇ ਵੀ ਮੁਝੇ ਪ੍ਰਗਟ ਨਹੀਂ ਚਾਹੀਏ, कहते ये तो अभी टीम बना रहा है। ਇਹੀ ਗੱਲ ਲਾਸਟ ਟਾਈਮ ਸਿੱਧੂ ਨਾਲ ਹੋਈ ਸੀ ਜੀ। ਇਸ ਵਾਰੀ ਵੀ ਇਹ ਨਹੀਂ ਹੈ ਕਿ ਸਿੱਧੂ ਨੂੰ ਉਹਨਾਂ ਨੇ ਆਊਟ ਕਰਤਾ ਸੀ। ਸਿੱਧੂ ਨੇ ਬੜੇ ਓਵਰਚਰਸ ਦਿੱਤੇ ਕਿ ਜਨਾਬ ਇਲੈਕਟ੍ਰਿਸਿਟੀ ਵੇਲੇ ਦੀ ਪ੍ਰੋਬਲਮ ਵੇਲੇ ਕੀ ਕਿਹਾ ਜੀ ਕਿ ਜਨਾਬ ਸਿੱਧੂ ਕਹਿੰਦਾ ਵੀ ਦੇਖੋ ਮੇਰੇ ਜਿੰਨੇ ਵੀ ਉਹ ਨੇ ਆਮ ਆਦਮੀ ਪਾਰਟੀ ਮੇਰੀ ਸਪੋਰਟ ਕਰਦੀ ਹੈ, ਮੈਂ ਜੋ ਵੀ ਕਹਿਣਾ ਚਾਹੁੰਦਾ। ਉਹਨਾਂ ਤੋਂ ਥੋੜੇ ਦਿਨ ਪਹਿਲਾਂ ਗੱਲ ਇਸ ਵਾਰੀ ਵੀ ਹੋਈ ਜੀ, ਲੇਕਿਨ ਗੱਲ ਹੁੰਦਾ ਵੀ ਤੁਸੀਂ ਸਾਨੂੰ ਨਹੀਂ ਦੱਸ ਸਕਦੇ ਵੀ ਕੌਣ ਪੰਜਾਬ ਦਾ ਚਿਹਰਾ ਹੋਏਗਾ ਜੀ, ਅਸੀਂ ਡਿਸਾਈਡ ਕਰਾਂਗੇ, ਸਿਰਫ ਕੇਜਰੀਵਾਲ ਸਾਹਿਬ ਡਿਸਾਈਡ ਕਰਨਗੇ। ਕੇਜਰੀਵਾਲ ਸਾਹਿਬ ਇੱਕ ਚੀਜ਼ ਜਾਣਦੇ ਜੀ ਵੀ ਕੱਲ ਨੂੰ ਕੋਈ ਇਹੋ ਜਿਹਾ ਲੀਡਰ ਨਾ ਆ ਜਾਏ ਜਿਹੜਾ ਮੈਨੂੰ ਕੱਲ ਉਸੇ ਤਰ੍ਹਾਂ ਪੁੰਜੇ ਜਿੱਦਾਂ ਸਾਡੇ ਪ੍ਰਧਾਨ ਸੇਵਕ ਸਾਹਿਬ ਨੇ ਅਡਵਾਨੀ ਸਾਹਿਬ ਨੇ ਚੁਣਿਆ ਸੀ। ਬਣੇ ਵੀ ਉਹਨਾਂ ਦੇ ਥਰੂ ਸੀ। ਬਿਲਕੁਲ ਜੀ। ਤੇ ਪੌੜੀ ਉਹਨਾਂ ਤੋਂ ਚੜੇ ਤੇ ਥੱਲਿਓਂ ਪੌੜੀ ਕੱਟਤੀ ਉਹਨਾਂ ਦੀ। ਉਹ ਨਾ ਮੈਨੂੰ ਮਿਸਟਰ ਮੌਰਿਆ ਹੁੰਦੇ ਸੀ ਕਾਂਗਰਸ 'ਚ,
ਜੀ ਤੇ ਉਹ ਬੜਾ ਤੇਜ਼ ਜਿਹਾ ਬੋਲਦੇ ਹੁੰਦੇ ਸੀਗੇ ਤੇ ਬੜਾ ਤੇਜ਼। ਤੇ ਮੈਂ ਉਹਨਾਂ ਦੀ ਇੰਟਰਵਿਊ ਦੇਖ ਰਿਹਾ ਸੀ ਤੇ ਉਹ ਉਦੋਂ ਸੀਤਾਰਾਮ ਕੇਸਰੀ ਜਿਹੜੇ ਸੀ ਕਾਂਗਰਸ ਦੇ ਪ੍ਰਧਾਨ ਸੀ। ਉਹ ਕਹਿੰਦੇ ਨਾ ਨਰਸਿਮਹਾ ਰਾਓ ਦਾ ਕਿਉਂਕਿ ਬੜੇ ਚੇਲੇ ਸੀਗੇ मिस्टर मौर्य, वो कहते देखो, कहता किसी को कहता घुटनों से नीचे हाथ मत लगाने दो, कहता ये देखो नरसिम्हा राव के पाँव में झुके हैं सीताराम केसरी और इन्हीं पाँवों को पकड़ के उन्होंने कुर्सी से इनको धम मारा है जी। सो बड़ा लॉजिकल जी गल की उन्होंने। बट दूसरे पासे ਪੈਗਾਸਸ ਦੀ ਤੁਸੀਂ ਜਿਵੇਂ ਗੱਲ ਕੀਤੀ ਸੀ, ਪੈਗਾਸਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬੜੇ ਛੋਟੇ ਛੋਟੇ ਜਿਹੜੇ ਨੇ ਪੱਤਰਕਾਰਾਂ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ। ਬੜਾ ਇਹਦੇ ਉੱਤੇ ਇਹ ਜਿਹੜਾ ਮਸਲਾ ਵੀ ਜਿਹੜਾ ਹੈ ਰਾਜ ਸਭਾ ਦੇ ਵਿੱਚ ਵੀ ਇਹ ਉੱਠਿਆ ਜੀ। ਪੈਗਾਸਸ ਦੇ ਵਿੱਚ ਇੱਕ ਗੱਲ ਸੀ ਜੀ ਕਿ ਅਸੀਂ ਕਿੱਥੇ ਜੇ ਗਲਤੀ ਨਾਲ ਕਿਸੇ ਨੇ ਅੱਜ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਫੇਸਬੁੱਕ ਨਾਲ। ਫੇਸਬੁੱਕ ਦਾ ਬਿਜ਼ਨਸ ਪਲਾਨ ਹੋਰ ਹੈ ਜੀ, ਉਹ ਤੁਹਾਡਾ ਡੇਟਾ ਸ਼ੇਅਰ ਕਰਦੇ ਨੇ। ਤੇ ਜਿਹੜਾ ਪੈਗਾਸਸ ਹੈ ਉਹ ਬੜਾ ਸਿੱਧਾ ਸੀ ਜੀ ਕਿ ਉਹ ਐਪ ਦੇ ਥਰੂ ਦੇ ਟਰਾਈ ਟੂ ਗੈਟ ਇਨਟੂ ਯੋਰ ਫੋਨ। ਅੱਛਾ ਜੀ, ਇੱਕ ਵਾਇਰਸ ਹੈ ਜੀ ਤੁਹਾਡੇ ਫੋਨ ਦੇ ਵਿੱਚ ਆ ਜਾਂਦਾ ਔਰ ਆਪਣਾ ਕੰਮ ਚੁੱਪਚਾਪ ਕਰੀ ਜਾਂਦਾ। ਅੱਛਾ, ਸਾਹਮਣੇ ਪਤਾ ਹੀ ਨਹੀਂ ਲੱਗਦਾਗਾ ਉਹਦਾ ਵੀ ਕਰੀ ਵੀ ਜਾਂਦਾ। ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਜਿਹੜੀ ਕਾਲ ਰਿਸੀਵ ਕਰ ਰਿਹਾ ਜਾਂ ਮੈਂ ਕਾਲ ਬਾਹਰ ਕਰ ਰਿਹਾ। ਹਾਂ ਉਹ everything is being recorded and up to people who are the bosses ਜੀ। ਔਰ ਮਜ਼ੇ ਦੀ ਗੱਲ ਹੈ ਕਿ ਇਜ਼ਰਾਈਲੀ ਸੌਫਟਵੇਅਰ ਹੈ ਤੇ ਜਿਹੜਾ ਗੋਦੀ ਮੀਡੀਆ ਕਹਿੰਦਾ ਜੀ ਇਹ ਤਾਂ ਚਾਈਨਾ ਨੇ ਲਿਆਂਦਾ ਹੈ, ਸਾਡਾ ਇਹਦੇ ਨਾਲ ਲੈਣਾ ਦੇਣਾ ਕੁਛ ਨਹੀਂ। ਸਾਨੂੰ ਇਹ ਦੱਸੋ ਵੀ ਇੱਥੇ ਚਾਈਨਾ ਆ ਕੇ ਸਾਡੇ ਛੋਟੇ ਛੋਟੇ ਪੱਤਰਕਾਰਾਂ ਦੇ ਉੱਤੇ ਸਨੂਪਿੰਗ ਕਰੇਗਾ? ਦੱਸੋ ਉਹਨੂੰ ਕੀ ਫਾਇਦਾ? ਬਿਲਕੁਲ। और चाइना प्रशांत किशोर ਵੱਲ ਦੇਖੇਗਾ ਜੀ। ਸ਼ਾਇਦ ਲੋੜ ਹੋਵੇ ਜੀ ਪ੍ਰਸ਼ਾਂਤ ਕਿਸ਼ੋਰ ਦੀ, ਕਿਉਂਕਿ ਪੀਕੇ ਹੈ ਜੀ। ਪੀਕੇ ਹੈ ਜੀ, ਬਿਲਕੁਲ ਪੀਕੇ ਬੈਠੇ। ਬਸ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਪ੍ਰੋਫੈਸਰ ਸਾਹਿਬ, ਬਹੁਤ ਚੰਗਾ ਲੱਗਾ ਜੀ। ਮਿਹਰਬਾਨੀ, ਗੱਲਬਾਤ ਕਰਦੇ ਰਹੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇਹ ਸਨ ਪ੍ਰੋਫੈਸਰ ਅਵਿਨਾਸ਼ ਸਿੰਘ ਜੀ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਬ੍ਰੇਕ ਬਾਅਦ ਦਾ ਫਿਰ ਜੁੜਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ। ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Seco
Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। ਸੇਖੋ Immigration Services, ਗੁਰਸ਼ਰਨ ਸੇਖੋ, 22693 Hesperian Boulevard, Suite 250, Hayward, California. Call 510-200-9988. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, International ਅਤੇ Automatic Transmissions, 5 ਸਾਲ ਦਾ Freightline dealership ਦਾ experience, ਇਹ ਇੰਜਨ, ਟਰੱਕ, ਟ੍ਰੇਲਰ, AC, electrical, DPF, DEF ਰਿਪੇਅਰ ਕਰਦੇ ਹਨ, ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, Certified 90-day DOT inspection ਅਤੇ Certified Annual Federal DOT inspection ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਡਾਕਟਰ ਸ਼ਿੰਦਰ ਕੌਰ ਹੋਰਾਂ ਨਾਲ ਆਪਾਂ ਅੱਗੇ ਲਾਈਨ ਜੋੜੀਏ ਤਾਂ ਤੁਸੀਂ ਆਪਣੀਆਂ ਕਾਲਸ ਜਿਹੜੀਆਂ ਕਰ ਸਕਦੇ ਹੋ, ਕੁਛ ਵਿਚਾਰ ਜਿਹੜੇ ਨੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕੁਛ ਅਜਿਹਾ ਦਿਨ ਵੀ ਹੋਵੇ ਜਿੱਦਣ ਆਪਾਂ ਖੁੱਲ੍ਹੀਆਂ ਗੱਲਾਂ ਬਾਤਾਂ ਕਰ ਸਕੀਏ, ਸਾਰੇ ਕੋਈ ਵਿਸ਼ਾ ਰੱਖ ਲਿਆ ਕਰੀਏ। ਸੋ ਜਿੰਨੇ ਮੇਰੇ ਲਿਸਨਰ ਵੀਰ ਨੇ, ਮੈਂ ਸੀਰੀਅਸਲੀ ਮੈਨੂੰ ਇੱਕ ਦਿਨ ਦਿਓ ਜੀ ਤੁਸੀਂ, ਕਿਉਂਕਿ ਕਈ ਵਾਰੀ ਇਹ ਆਉਂਦਾ ਕਿ ਨਹੀਂ ਇੱਕ ਦਿਨ ਵਿਸ਼ਾ ਆਪਾਂ ਫੇਰ ਭੁੱਲ ਰੱਖ ਜਾਂਦੇ, ਅੱਗੇ ਲੈ ਜਾਂਦੇ ਹਾਂ। ਉਸ ਦਿਨ ਮੈਂ ਕੋਈ ਨਾ ਕੋਈ ਵਿੱਚੋਂ ਜਿਹੜਾ ਕੱਟ ਵੱਢ ਕਰਕੇ ਕਿਸੇ ਨੂੰ ਵੀ ਜਾਂ ਖਬਰਾਂ ਦਾ ਜਾਂ ਕੋਈ ਹੋਰ ਅਸੀਂ ਕਰਕੇ ਤੁਹਾਡੇ ਲਈ ਸਮਾਂ ਕੱਢਣਾ ਚਾਹੁੰਦੇ ਹਾਂ ਕਿ ਤੁਹਾਡਾ ਹੀ ਪੈਨਲ ਹੋਵੇ, ਤੁਹਾਡੀਆਂ ਹੀ ਕਾਲਸ ਹੋਣ, ਤੁਸੀਂ ਹੀ ਇੱਕ ਦੂਜੇ ਦੀਆਂ ਕਾਲਸ ਦੇ ਜਵਾਬ ਦਿਓ ਅਤੇ ਮੈਂ ਉਹਨੂੰ ਕੰਡਕਟ ਕਰਾਂ। ਤਾਂ ਵਿਸ਼ਾ ਰੱਖ ਲਿਆ ਕਰਾਂਗੇ, ਵਿਸ਼ੇ ਦੇ ਉੱਤੇ ਤੁਸੀਂ ਜਵਾਬ ਦਿਆ ਕਰੋ, ਉਹਦੇ ਉੱਤੇ ਸਵਾਲ ਕਰਿਆ ਕਰੋ, ਕੋਈ ਹੋਰ ਸੱਜਣ ਮਿੱਤਰ ਕਰ ਸਕਦੇ ਨੇ। ਸੋ ਇੱਕ ਕੋਸ਼ਿਸ਼ ਹੈ, ਸੋ ਮੇਰੀ ਇਹ ਵੀ ਕੋਸ਼ਿਸ਼ ਹੈ ਕਿ ਤੁਹਾਡੇ ਨਾਲ ਜਿੰਨਾ ਇਸ ਫੇਸਬੁੱਕ ਦੇ ਜ਼ਰੀਏ ਵੀ ਜੁੜਿਆ ਜਾਵੇ ਵੱਧ ਤੋਂ ਵੱਧ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਏ ਦੇ ਵਿੱਚ ਓਨਰ, ਆਪਰੇਟਰ ਅਤੇ ਡਰਾਈਵਰ ਲੋਕਲ ਜੋਬ ਦੇ ਲਈ ਹਾਇਰ ਕਰ ਰਹੀ ਹੈ। ਪੰਜਾਬੀ ਦੇ ਵਿੱਚ ਡਿਸਪੈਚ ਕੀਤਾ ਜਾਂਦਾ ਹੈ। ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜੋ ਆਪਣੀ ਨਵੀਂ ਲੋਕੇਸ਼ਨ ਤੇ ਸ਼ਿਫਟ ਹੋ ਗਿਆ ਜੀ, ਉੱਥੋਂ ਵਰਕਿੰਗ ਪੂਰੀ ਸਟਾਰਟ ਹੈ। ਇੱਥੇ ਹੁਣ ਇਹਨਾਂ ਨੇ ਖੁੱਲ੍ਹੀ ਜਗ੍ਹਾ ਹੈ, ਪਾਰਕਿੰਗ ਵੀ ਦੇ ਰੱਖੀ ਹੈ ਜੀ, ਵਾਸ਼ ਵੀ ਹੈ। ਇਹ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ ਦੇ ਵਿੱਚ ਹੈ ਜੀ। ਇੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਬਲਤੇਜ ਪਨੇਸਰ ਹੋਰਾਂ ਨਾਲ 204459-2000 ਤੇ 204-459-2000 ਤੇ। ਇੱਥੇ DOT ਸੇਫਟੀ ਵੀ ਕਰਵਾਈ ਜਾਂਦੀ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀਆਂ ਕਾਲਸ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਕਾਂਗਰਸ ਵੀ ਹੈ। ਗੁਰਮੀਤ ਸਿੰਘ ਖੁੱਡੀਆਂ ਜੋ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਬੇਟੇ ਸਨ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਹੈ ਜੀ ਲੰਬੀ ਹਲਕੇ ਤੋਂ। ਉਹਨਾਂ ਵੱਲੋਂ ਜਿਹੜਾ ਇਹ ਅਸਤੀਫਾ ਦੇ ਕੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ। ਸੋ ਉਹਨਾਂ ਵੱਲੋਂ ਇਹ ਅਸਤੀਫਾ ਦਿੱਤਾ ਗਿਆ। ਇਹਦਾ ਕੀ ਅਸਰ ਹੋਏਗਾ, ਇਹਦੀ ਵੀ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ। ਸੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਕਿਸਾਨ ਸੰਸਦ ਨਹੀਂ, ਖੇਤੀ ਕਾਨੂੰਨ ਬੇਤੁਕੇ ਨੇ। ਇਹ ਇੱਕ ਮੈਂ ਛੋਟੀ ਜਿਹੀ ਬ੍ਰੇਕ ਲੈ ਲਾਂ ਜੀ, ਇੱਕ ਮਿੰਟ ਮੈਂ ਨੰਬਰ ਮਿਲਾ ਰਿਹਾ ਸੀ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 6017972354। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹੁਣ ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਹੋਰੀ ਜੁੜ ਗਏ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਅੱਜ
ਕੱਲ ਜ਼ਮਾਨਾ ਕਹਿ ਦਿਓ, ਮੈਂ ਕਹਿੰਦਾ ਕਿ ਕਰੋਨਾ ਆਇਆ ਕਾਹਦਾ ਜੀ। ਇੱਥੇ ਸਾਡੇ ਨਾਲ ਹੀ ਬਠਿੰਡੇ ਦੇ ਇੱਕ ਪਿੰਡ ਹੈਗਾ, ਇੱਕ ਬੱਚਾ ਸੀਗਾ, ਇੰਨਾ ਕੁ ਕਰੋਨਾ ਤੋਂ ਡਰ ਗਿਆ ਕਿ ਉਹ ਘਰ ਹੀ ਬੰਦ ਰਹਿੰਦਾ ਸੀ, ਰੋਟੀ ਆਪਦੀ ਪਕਾਉਣ ਲੱਗ ਪਿਆ, ਮਾਂ ਦੇ ਹੱਥੋਂ ਰੋਟੀ ਖਾਣੋਂ ਹਟ ਗਿਆ, ਲੀੜੇ ਕੱਪੜੇ ਆਪਦੇ ਧੋਣ ਲੱਗ ਪਿਆ, ਪਤਾ ਨਹੀਂ ਕਿੱਥੋਂ ਆ ਜੇ ਕੀ ਹੋ ਜੇ। ਉਹ ਇੰਨੀ ਕੁ ਉਹਨੂੰ ਸਟ੍ਰੈਸ ਹੋ ਗਿਆ ਕਿ ਉਹ ਜਿਹੜਾ ਜੀ ਉਹਨੇ ਆਪਦੀ ਆਤਮ ਹੱਤਿਆ ਕਰਨ ਲਈ ਫਾਹਾ ਲੈ ਲਿਆ। ਹੁਣ ਪਰਿਵਾਰ ਦਾ ਬੁਰਾ ਹਾਲ ਹੈ। ਕਰੋਨਾ ਨੇ ਬੜੇ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਬਿਮਾਰ ਕਰ ਦਿੱਤਾ। ਕਰੋਨਾ ਤੋਂ ਬਾਅਦ ਜਿਹੜੀ ਮੰਦੀ ਆਈ ਹੈ, ਲੋਕ ਖਰਚੇ ਤਾਂ ਹਰੇਕ ਦੇ ਜ਼ਿਆਦਾ ਹੁੰਦੇ ਨੇ, ਮੰਦੀ ਨੇ ਜਿਹੜਾ ਜੀ ਰਹਿੰਦੇ ਖੁੰਦੇ ਉਹ ਸਟ੍ਰੈਸ ਦੇ ਵਿੱਚ ਮਾਰਤੇ ਨੇ ਲੋਕ, ਬੁਰਾ ਹਾਲ ਹੋਇਆ ਪਿਆ। ਅਤੇ ਇਹ ਜਿਹੜਾ ਸਟ੍ਰੈਸ ਹੈ ਜੀ, ਜਾਂ ਜਿਹਨੂੰ ਆਪਾਂ ਡਿਪਰੈਸ਼ਨ ਵੀ ਕਹਿ ਦਿੰਦੇ ਹਾਂ, ਇਹ ਦਵਾਈਆਂ ਨਾਲ ਤਾਂ ਦੇਖੋ ਕਿੰਨਾ ਕੁ ਠੀਕ ਹੁੰਦਾ, ਕਿੰਨਾ ਕੁ ਨਹੀਂ। ਪਰ ਮੈਨੂੰ ਕਈ ਜਿਹੜੇ ਸਿਆਣੇ ਕਹਿੰਦੇ ਖੁਰਾਕ ਵੀ ਜਿਹੜੀ ਹੈ ਉਹ ਡਿਪਰੈਸ਼ਨ ਨੂੰ, ਸਟ੍ਰੈਸ ਨੂੰ ਠੀਕ ਕਰਦੀ ਹੈ। ਜੀ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ। ਦਰਅਸਲ ਖੁਰਾਕ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਜੇ ਅਸੀਂ ਗੱਲ ਕਰਦੇ ਹਾਂ ਤਣਾਅ ਦੀ। ਜੀ ਜ਼ਿੰਦਗੀ ਦਾ ਹਿੱਸਾ ਤਾਂ ਹੁਣ ਇਹ ਬਣ ਹੀ ਗਿਆ, ਤੁਹਾਨੂੰ ਤੁਸੀਂ ਆਪ ਹੀ ਕਹਿ ਦਿੱਤਾ। ਪਰ ਗੱਲ ਇਹ ਹੈ ਕਿ ਇਹਨੂੰ ਕਾਬੂ ਕਰਨ ਲਈ ਪਹਿਲਾਂ ਤਾਂ ਸਿਰਫ ਦਵਾਈਆਂ ਹੀ ਵਰਤੀਆਂ ਜਾਂਦੀਆਂ ਸੀ, ਪਰ ਹੁਣ ਇਹ ਧਿਆਨ ਆ ਗਿਆ ਵੀ ਦਵਾਈਆਂ ਕਿਉਂਕਿ ਕਈ ਵਾਰ 2-2, 3-3 ਤੱਕ ਲੈਣੀਆਂ ਪੈ ਜਾਂਦੀਆਂ ਸੀ, ਉਹਦੇ ਸਾਈਡ ਇਫੈਕਟਸ ਬੜੇ ਸੀ। ਇਸੇ ਕਰਕੇ ਜਦੋਂ ਇਹ ਧਿਆਨ ਦਿੱਤਾ ਗਿਆ ਵੀ ਅਸੀਂ ਫ੍ਰੀ ਰੈਡੀਕਲ ਅੰਸ਼ ਨੇ ਇੱਕ ਜਿਹੜੇ ਬਿਮਾਰੀ ਕਰਦੇ ਨੇ ਜੀ, ਤੇ ਉਹ ਜਦੋਂ ਦੇਖਿਆ ਗਿਆ ਵੀ ਖੁਰਾਕ ਇਹੋ ਜਿਹੀ ਹੈ ਸੰਤੁਲਿਤ ਜਿਹੜੀ ਫ੍ਰੀ ਰੈਡੀਕਲ ਅੰਸ਼ ਘਟਾ ਦਿੰਦੀ, ਤੇ ਉਹ ਐਂਟੀਆਕਸੀਡੈਂਟਸ ਭਰਪੂਰ ਖੁਰਾਕ ਜੋ ਦੇਖਿਆ ਗਿਆ ਵੀ ਉਹਦੇ ਨਾਲ ਜਦੋਂ ਦਿੱਤਾ ਤੇ ਤਣਾਅ ਲੋਕਾਂ ਦਾ ਘਟਿਆ ਲੱਭਿਆ, ਹਾਲਾਂਕਿ ਦਵਾਈਆਂ ਨਹੀਂ ਵਧਾਈਆਂ ਸੀ ਜੀ। ਹੁਣ ਇਹ ਟੁੱਟ ਫੁੱਟ ਵੀ ਰੋਕਦੀਆਂ ਨੇ ਤੇ ਯਾਦਾਸ਼ਤ ਵੀ ਠੀਕ ਕਰਦੀਆਂ ਨੇ। ਸੋ ਇਹੋ ਜਿਹੀਆਂ ਸਾਰੀਆਂ ਜੋ ਦਵਾਈਆਂ ਤਣਾਅ ਠੀਕ ਕਰਦੀਆਂ ਨੇ, ਮੈਂ ਉਹ ਥੋੜੇ ਜਿਹੇ ਤੁਹਾਨੂੰ ਦੱਸਣੇ ਚਾਹਾਂਗੀ। ਖਾਸ ਤੌਰ ਤੇ ਹੁਣ ਜਿਹੜੇ ਬੀਟਾ ਕੈਰੋਟੀਨ ਭਰਪੂਰ ਖਾਣੇ ਨੇ, ਜਿਨ੍ਹਾਂ ਦੇ ਬਾਰੇ ਬਹੁਤ ਜ਼ਿਆਦਾ ਖੋਜਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ, ਉਹਨਾਂ ਵਿੱਚ ਮਿਸਾਲ ਵਜੋਂ ਆੜੂ, ਬਰੋਕਲੀ, ਗਾਜਰਾਂ, ਪੇਠਾ, ਪਾਲਕ, ਸ਼ਕਰਕੰਦੀ, ਖੁਰਮਾਨੀ, ਕੇਲ ਪੱਤਾ, ਇਹ ਚੀਜ਼ਾਂ ਜਿਹੜੀਆਂ ਨੇ ਇਹ ਕਾਫੀ ਵਧੀਆ ਜੀ। ਇਹਨਾਂ ਦੇ ਨਾਲ ਨਾਲ ਫਿਰ ਵਿਟਾਮਿਨ ਸੀ ਵੀ ਓਨਾ ਹੀ ਤਗੜਾ ਐਂਟੀਆਕਸੀਡੈਂਟ ਦੱਸਿਆ, ਜਿਹਦੇ ਲਈ ਮੈਂ ਖੋਜਾਂ ਬਾਅਦ ਚ ਦੱਸਾਂਗੀ ਕਿਵੇਂ ਕੀਤੀਆਂ ਗਈਆਂ। ਪਹਿਲਾਂ ਦੱਸ ਦਈਏ ਵੀ ਕਿਹੜੀ ਕਿਹੜੀ ਖੁਰਾਕ ਠੀਕ ਕਰ ਸਕਦੀ ਹੈ। ਉਹਦੇ ਚ ਆਇਆ ਜੀ ਵਿਟਾਮਿਨ ਸੀ, ਜਿਵੇਂ ਬਲੂਬੈਰੀਜ਼ ਬਹੁਤ ਹੁਣ ਤਾਂ ਸਾਰੇ ਪਾਸੇ ਮਿਲ ਰਹੀਆਂ ਨੇ, ਬਰੋਕਲੀ ਇਹਦੇ ਵਿੱਚ ਵੀ ਕਾਫੀ ਆਈ, ਚਕੋਦਰਾ, ਫਿਰ ਕੀਵੀ ਦੇ ਵਿੱਚ ਵੀ ਦਿਸਿਆ, ਸੰਤਰੇ, ਫਿਰ ਜਿਹੜੀਆਂ ਲਾਲ ਸ਼ਿਮਲਾ ਮਿਰਚਾਂ ਬਣ ਕੇ ਆਈਆਂ ਨੇ ਉਹ, ਫਿਰ ਆਲੂ, ਸਟ੍ਰਾਬੇਰੀ, ਟਮਾਟਰ, ਇਹ ਕਾਫੀ ਜ਼ਿਆਦਾ ਇਹਨਾਂ ਵਿੱਚ ਦੇਖਿਆ ਗਿਆ ਕਿ ਇਹ ਰੈਗੂਲਰ ਜਿਹੜੇ ਵਰਤੋਂ ਕਰਦੇ ਨੇ ਉਹਨਾਂ ਨੂੰ ਤਣਾਅ ਦੀਆਂ ਦਵਾਈਆਂ ਦੇ ਨਾਲੋਂ ਨਾਲ ਜੇ ਦਿੱਤਾ ਗਿਆ ਦੇਖਿਆ ਤਾਂ ਇਹ ਅਸਰ ਵੱਧ ਦਿਸਿਆ ਦਵਾਈ ਦਾ। ਉਹੀ ਦਵਾਈ ਜੋ ਦੂਜਿਆਂ ਨੂੰ ਦਿੱਤੀ ਜਾ ਰਹੀ ਸੀ ਪਰ ਨਾਲ ਇਹ ਖੁਰਾਕ ਨਹੀਂ ਸੀ ਦਿੱਤੀ ਜਾਂਦੀ, ਉਹਨਾਂ 'ਚ ਨਹੀਂ ਅਸਰ ਦਿਸਿਆ ਜੀ। ਫਿਰ ਵਿਟਾਮਿਨ ਈ ਦੇ ਜਦੋਂ ਦੇਖਿਆ ਗਿਆ ਉਹਦੇ ਵਿੱਚ ਸੁੱਕੇ ਮੇਵੇ ਤੇ ਪੇਠੇ ਦੇ ਬੀਜ ਜੀ। ਹੈਲੋ 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 ਹੈਲੋ, ਆਵਾਜ਼ ਕੱਟੀ ਗਈ ਜੀ। ਮੈਂ ਦੁਬਾਰਾ ਤੋਂ ਲਾਉਣਾ ਕੋਸ਼ਿਸ਼ ਕਰਦਾ। ਸੋ ਪ੍ਰੋਗਰਾਮ ਕਿਉਂਕਿ ਭੈਣ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਉਹ ਟਰੈਵਲ ਕਰ ਰਹੇ ਨੇ, ਸੋ ਉਹਨਾਂ ਨੂੰ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਮੰਡੇ ਨੂੰ ਲਿਆ ਜਾਵੇ। ਤੇ ਇੱਕ ਨਾਲ ਦੀ ਨਾਲ ਕਿਉਂਕਿ ਮੈਂ ਡਾਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 days, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ।
ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 4034049501 Dreamliner Express Company, Calgary, Alberta, Canada। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, Gurcharan Seco, 22693 Hesperian Boulevard, Suite 250, Hayward, California. Call 510-200-9988। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੁੜ ਤੋਂ ਤੁਹਾਡੀ ਵਾਪਸੀ ਹੈ ਜੀ। ਭੈਣ ਜੀ ਗੱਲ ਆਪਣੀ ਵਿਚਾਲੇ ਟੁੱਟ ਗਈ ਸੀਗੀ, ਖੁਰਮਾਣੀ ਤੇ ਪਹੁੰਚੇ ਸੀ ਜੀ। ਜੀ ਕਾਰਬੋਹਾਈਡਰੇਟ ਜੀ ਇਸ ਕਰਕੇ ਹੈ ਕਿ ਇਹ ਸਿਰੋਟੋਨਿਨ ਵਧਾ ਕੇ ਮੂਡ ਠੀਕ ਕਰ ਦਿੰਦੇ ਨੇ। ਇਹ ਜਾਣੀ ਬੁੱਝੀ ਗੱਲ ਹੈ। ਜਿਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਨੇ, ਉਹ ਹੁੰਦੇ ਨੇ ਆਮ ਛਾਣ ਬੂਰੇ ਵਾਲਾ ਆਟਾ, ਫਲ, ਸਬਜ਼ੀਆਂ, ਦਾਲਾਂ। ਇਹ ਕੰਪਲੈਕਸ ਕਾਰਬੋਹਾਈਡਰੇਟ ਨੇ। ਅਸੀਂ ਇਹਨਾਂ ਨੂੰ ਛੱਡ ਕੇ ਜਿਵੇਂ ਹੀ ਤਲੀਆਂ ਚੀਜ਼ਾਂ, ਫਾਸਟ ਫੂਡ, ਬਰਗਰਜ਼, ਪਿਜ਼ਾ ਵੱਲ ਜਾਂਦੇ ਆ, ਨਾਲ ਦੀ ਨਾਲ ਇਹ ਬਿਮਾਰੀ ਸਾਨੂੰ ਜਕੜ ਜਾਂਦੀ ਹੈ। ਫਿਰ ਕੇਕ, ਟੌਫੀਜ਼, ਬਿਸਕਿਟਸ, ਇਹ ਜਿਹੜੇ ਹੈਗੇ ਨੇ ਸਾਡਾ ਤਗੜਾ ਨੁਕਸਾਨ ਕਰ ਰਹੇ ਨੇ। ਬਿਲਕੁਲ ਵੀ ਨਹੀਂ ਖਾਣੇ ਚਾਹੀਦੇ, ਖਾਸ ਤੌਰ ਤੇ ਜਿਨ੍ਹਾਂ ਨੂੰ ਢਹਿੰਦੀ ਕਲਾ ਹੋਵੇ। ਜੀ ਫਿਰ ਪ੍ਰੋਟੀਨ ਜੇ ਉਹਦਾ ਕਾਫੀ ਰੋਲ, ਜਿਵੇਂ ਟਰਕੀ ਮਿਲ ਜਾਂਦੀ ਹੈ, ਟਿਊਨਾ ਫਿਸ਼, ਚਿਕਨ, ਇਹਨਾਂ ਵਿੱਚ ਟ੍ਰਿਪਟੋਫੈਨ ਅਮਾਈਨੋ ਐਸਿਡ ਹੁੰਦੇ ਨੇ ਜੋ ਸਿਰੋਟੋਨਿਨ ਚ ਬਦਲ ਕੇ ਵਧੀਆ ਮੂਡ ਕਰ ਦਿੰਦੇ ਨੇ। ਸ਼ਾਕਾਹਾਰੀ ਜੇ ਲੈਣਾ ਚਾਹਣ ਉਹ ਇਸ ਵਾਸਤੇ ਮਟਰ ਲੈ ਸਕਦੇ ਨੇ, ਦੁੱਧ, ਫਲੀਆਂ, ਸੋਇਆਬੀਨ, ਦਹੀਂ, ਪਨੀਰ, ਦਾਲਾਂ ਇਹ ਲੈ ਸਕਦੇ ਨੇ। ਹੁਣ ਸਪੇਨ ਵਿੱਚ ਇੱਕ ਖੋਜ ਹੋਈ ਸੀ ਜਿਨ੍ਹਾਂ ਚ ਉਹਨਾਂ ਦੇਖਿਆ ਕਿ ਜਿਹੜੇ ਸਿਗਰਟ ਪੀ ਰਹੇ ਸਨ ਉਹਨਾਂ ਵਿੱਚ ਢਹਿੰਦੀ ਕਲਾ 61% ਸੀ, ਯਾਨੀ ਦੂਜਿਆਂ ਨਾਲੋਂ ਕਈ ਗੁਣਾ ਵੱਧ। ਜੇ ਆਮ ਦੇ ਵਿੱਚ ਉਹਨਾਂ ਨੇ 35% ਤੇ ਇਹਦੇ ਚ 61% ਲੱਭੀ। ਤੇ ਨਾਲੋਂ ਨਾਲ ਇੱਕ ਹੋਰ ਚੀਜ਼ ਲੱਭੀ ਕਿ ਇਹਨਾਂ ਦੇ ਜਿਹੜੇ ਵਿੱਚ ਢਹਿੰਦੀ ਕਲਾ ਚ ਸਿਗਰਟ ਨੋਸ਼ੀ ਨਾਲ ਜਾ ਰਹੇ ਸਨ, ਉਹਨਾਂ ਦੇ ਲਹੂ ਵਿੱਚ ਫੋਲਿਕ ਐਸਿਡ ਦੀ ਵੀ ਕਾਫੀ ਕਮੀ ਸੀ। ਫਿਰ ਇਸ ਕਰਕੇ ਉਹਨਾਂ ਨੇ ਔਰਤਾਂ ਲਈਆਂ ਜਿਨ੍ਹਾਂ ਤੇ ਟੈਸਟ ਕੀਤੇ ਗਏ ਕਿ ਜਿਨ੍ਹਾਂ ਦੇ ਵਿੱਚ ਸਰੀਰ ਚ ਵਿਟਾਮਿਨ B12 ਤੇ ਫੋਲਿਕ ਐਸਿਡ ਘੱਟ ਸੀ। ਫਿਰ ਹਿਸਟਰੀ ਲਈ ਗਈ ਤਾਂ ਦੇਖਿਆ ਕਿ ਉਹ ਸਾਰਿਆਂ ਨੂੰ ਹੀ ਢਹਿੰਦੀ ਕਲਾ ਸੀ। ਸੋ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਖੁਰਾਕ ਰਾਹੀਂ ਵਿਟਾਮਿਨ B12 ਤੇ ਫੋਲੇਟ ਦਿੱਤੀ, ਜਿਸ ਵਿੱਚ ਸੁੱਕੇ ਮੇਵੇ, ਹਰੀਆਂ ਸਬਜ਼ੀਆਂ, ਦਾਲਾਂ, ਫਲ, ਮੱਛੀ, ਦੁੱਧ, ਪਨੀਰ ਵਗੈਰਾ ਦਿੱਤਾ ਗਿਆ। ਤਾਂ ਇਹ ਦੇਖਣ ਵਿੱਚ ਆਇਆ ਕਿ ਉਹਨਾਂ ਦੇ ਹੌਲੀ ਇਕੱਲੀ ਡਾਈਟ ਨਾਲ ਹੀ ਉਹਨਾਂ ਦੀ ਢਹਿੰਦੀ ਕਲਾ ਠੀਕ ਹੋਣ ਲੱਗ ਗਈ। ਫਿਰ ਵਿਟਾਮਿਨ ਡੀ ਦੀ ਜੋ ਦੇਖਿਆ ਕਮੀ, ਉਹ ਟੋਰਾਂਟੋ ਵਿੱਚ ਹੋਈ ਸੀ। ਉਸ ਖੋਜ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਦੇ ਢਹਿੰਦੀ ਕਲਾ ਸੀ ਉਹਨਾਂ ਦੇ ਸਰੀਰਾਂ ਅੰਦਰ ਵਿਟਾਮਿਨ ਡੀ ਵੀ ਕਾਫੀ ਘੱਟ ਸੀ। ਸੋ ਉਹਨਾਂ ਨੇ ਫਿਰ ਇਹ ਖੁਰਾਕ ਨੂੰ ਵੀ ਕੁਦਰਤੀ, ਯਾਨੀ ਇਹਨੂੰ ਕੁਦਰਤੀ ਤੌਰ ਤੇ ਖੁਰਾਕ ਰਾਹੀਂ ਜਦੋਂ ਠੀਕ ਕੀਤਾ ਗਿਆ, ਜਿਸ ਚ ਚਿਕਨ ਲਿਵਰ, ਫਿਰ ਅੰਡੇ, ਮੱਛੀ, ਦੁੱਧ, ਸੋਇਆਬੀਨ, ਸੱਤੂ ਵਗੈਰਾ ਦਿੱਤੇ ਗਏ ਜਦੋਂ, ਤਾਂ ਬਿਨਾਂ ਦਵਾਈ ਦੇ ਹੀ ਦੇਖਿਆ ਗਿਆ ਕਿ ਜਿਨ੍ਹਾਂ ਦੇ ਢਹਿੰਦੀ ਕਲਾ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਕਾਰਨ ਹੋ ਰਿਹਾ ਸੀ ਉਹ ਠੀਕ ਹੋ ਗਏ। ਹੁਣ ਇਸੇ ਤਰ੍ਹਾਂ ਸਿਲੀਨੀਅਮ ਇੱਕ ਆਮ ਜੋ ਕਿ ਬਹੁਤ ਵਾਰ ਇਹਦੇ ਬਾਰੇ ਖੋਜਾਂ ਹੋਈਆਂ ਕਿ ਮੂਡ ਦੇ ਵਿੱਚ ਜ਼ਬਰਦਸਤ ਤਬਦੀਲੀ ਕਰਦੀ ਹੈ, ਤੇ ਜੇ ਇਹ ਘਟ ਜਾਏ ਤਾਂ ਇੱਕਦਮ ਢਹਿੰਦੀ ਕਲਾ ਵਿੱਚ ਬੰਦੇ ਚਲੇ ਜਾਂਦੇ ਨੇ। ਸੋ ਇਹਦੀ ਰੋਜ਼ਾਨਾ ਦੀ ਖੁਰਾਕ ਜਿਸ ਰਾਹੀਂ ਸਿਲੀਨੀਅਮ ਪੂਰਾ ਕੀਤਾ ਜਾ ਸਕਦਾ, ਜੇ ਉਹ ਹਰੀਆਂ ਫਲੀਆਂ, ਟਰਕੀ, ਚਿਕਨ, ਸਪਰੇਟਾ ਦੁੱਧ, ਸੁੱਕੇ ਮੇਵੇ, ਛਾਣ ਬੂਰੇ ਵਾਲਾ ਆਟਾ, ਕੁਦਰੇ ਦਾ ਆਟਾ, ਰਾਗੀ ਦਾ ਆਟਾ, ਭੂਰੇ ਚੌਲ, ਸੱਤੂ, ਇਹ ਬਹੁਤ ਇਫੈਕਟਿਵ ਨੇ। ਸੋ ਇਸੇ ਲਈ ਆਪਾਂ ਜਦੋਂ ਪ੍ਰੋਗਰਾਮ 2-3 ਵਾਰ ਕਰ ਚੁੱਕੇ ਹਾਂ ਵੀ ਕੋਦਰੇ ਦਾ ਤੇ ਰਾਗੀ ਦਾ ਆਟਾ ਬਿਹਤਰੀਨ ਹੈ ਜੇ ਉਹ ਸਬਜ਼ੀ ਨਾਲ ਜਾਂ ਦਾਲਾਂ ਨਾਲ ਖਾ ਲਿਆ ਜਾਏ। ਤਾਂ ਇਸੇ ਨਾਲ ਇੱਕੋ ਇੱਕ ਚੀਜ਼ ਹੈ ਜਿਹਦੇ ਨਾਲ ਢਹਿੰਦੀ ਕਲਾ ਵੀ ਇੱਕਦਮ ਠੀਕ ਹੋ ਜਾਂਦੀ ਸੀ। ਪਰ ਹੁਣ ਕੀ ਹੈ ਕਿ ਓਮੇਗਾ 3 ਫੈਟੀ ਐਸਿਡ ਵੀ ਜਿਹੜੇ ਖੁਦਕੁਸ਼ੀ ਤੱਕ ਦੀ ਸੋਚ ਰੱਖਦੇ ਹੋਣ, ਉਹਨਾਂ ਵਿੱਚ ਜਿਨ੍ਹਾਂ ਨੂੰ 2-2, 3-3 ਐਂਟੀ ਡਿਪਰੈਸੈਂਟਸ ਚੱਲ ਰਹੀਆਂ ਸੀ ਤੇ ਖਾਸ ਤੌਰ ਤੇ ਜਿਨ੍ਹਾਂ ਦੇ ਸਰੀਰਾਂ ਅੰਦਰ ਓਮੇਗਾ 3 ਫੈਟੀ ਐਸਿਡ ਘੱਟ ਸਨ,
ਉਹਨਾਂ ਨੂੰ ਜਦੋਂ ਸੈਲਮਨ ਮੱਛੀ, ਸਾਰਡੀਨ ਜਾਂ ਟਿਊਨਾ ਜਾਂ ਫਲੈਕਸ ਬੀਜ ਆਦਿ ਦਿੱਤੇ ਗਏ ਤਾਂ ਇਹ ਦੇਖਿਆ ਕਿ ਉਹਨਾਂ ਵਿੱਚ ਵੀ ਢਹਿੰਦੀ ਕਲਾ ਬਿਨਾਂ ਦਵਾਈਆਂ ਦੇ ਯਾਨੀ ਹੋਰ ਵਧਾਉਣ ਤੋਂ ਬਗੈਰ ਹੀ ਇਹ ਠੀਕ ਹੋ ਗਏ, ਜਿਸ ਵਿੱਚ ਅਖਰੋਟ, ਹਰੀਆਂ ਸਬਜ਼ੀਆਂ, ਕਨੋਲਾ ਆਇਲ, ਸੋਇਆਬੀਨ ਆਇਲ ਵਗੈਰਾ ਇਹ ਸਾਰੇ ਹੀ ਉਸ ਵਾਸਤੇ ਵਧੀਆ ਨੇ। ਹੁਣ ਇਹ ਵੀ ਇੱਕ ਵੱਡੀ ਗੱਲ ਹੈ ਕਿ ਜਿਹੜੇ ਜਿਨ੍ਹਾਂ ਦੇ ਮੋਟਾਪਾ ਹੋਵੇ ਉਹ ਲੋਕ ਢਹਿੰਦੀ ਕਲਾ ਦੇ ਵੱਧ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਵਿੱਚ ਅਸਲ 'ਚ ਕੁਝ ਐਸੇ ਹਾਰਮੋਨ ਨਿਕਲ ਪੈਂਦੇ ਨੇ ਜੋ ਇਮਿਊਨ ਸਿਸਟਮ ਵੀ ਠੱਪ ਕਰਦੇ ਨੇ, ਬਿਮਾਰੀਆਂ ਨੂੰ ਸੱਦਾ ਦਿੰਦੇ ਨੇ, ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟਾਉਂਦੇ ਨੇ ਤੇ ਉਹ ਸਰੀਰ ਨੂੰ ਵੀ ਢਹਿੰਦੀ ਕਲਾ ਵੱਲ ਲੈ ਜਾਂਦੇ ਨੇ। ਸੋ ਇਸ ਲਈ ਜਿਹੜਾ ਕਿਹਾ ਜਾਂਦਾ ਹੈ ਕਿ ਪਹਿਲੀ ਚੀਜ਼ ਤਾਂ ਜਦੋਂ ਵੀ ਤੁਸੀਂ ਬਹੁਤ ਆਪਣੇ ਆਪ ਨੂੰ ਢਹਿੰਦੀ ਕਲਾ ਵੱਲ ਜਾਂਦੇ ਦੇਖੋ, ਸਟ੍ਰੈਸ ਹੈ, ਉਸ ਸਮੇਂ ਸ਼ਰਾਬ ਬਿਲਕੁਲ ਹੀ ਨਹੀਂ ਪੀਣੀ ਚਾਹੀਦੀ, ਕਿਉਂਕਿ ਸ਼ਰਾਬ ਜਾਂ ਨਸ਼ੇ ਦਾ ਸੇਵਨ ਉਸ ਵੇਲੇ ਤੁਹਾਨੂੰ ਸਗੋਂ ਹੋਰ ਢਹਿੰਦੀ ਕਲਾ ਵੱਲ ਲੈ ਜਾਂਦਾ। ਲੱਗਦਾ ਜ਼ਰੂਰ ਹੈ ਕੁਛ ਪਲ ਲਈ ਕਿ ਮੈਂ ਸ਼ਾਇਦ ਠੀਕ ਹੋ ਰਿਹਾ, ਪਰ ਐਕਚੁਅਲੀ ਉਹ ਤੁਹਾਨੂੰ ਢਹਿੰਦੀ ਕਲਾ ਵੱਲ ਲਿਜਾ ਰਿਹਾ ਹੁੰਦਾ ਜੀ। ਤੇ ਇਸੇ ਤਰ੍ਹਾਂ ਕੁਝ ਜਿਹੜੀ ਰਾਤ ਵੇਲੇ ਕੌਫੀ ਪੀਣੀ ਨੀਂਦਰ ਉਡਾ ਦਿੰਦੀ ਹੈ, ਉਹ ਵੀ ਤੁਹਾਡੀ ਸਟ੍ਰੈਸ ਲੈਵਲ ਵਧਾ ਸਕਦੀ ਹੈ। ਤਾਂ ਹੀ ਬਹੁਤ ਰੋਲ ਇਸ ਵੇਲੇ ਕਸਰਤ ਦਾ ਵੀ ਗਿਣਿਆ ਜਾਣ ਲੱਗ ਪਿਆ ਜੀ, ਕਿਉਂਕਿ ਕਸਰਤ ਨਾਲ ਸਾਡੇ ਐਕਚੁਅਲੀ ਅੰਦਰੋਂ ਸਰੀਰ ਚੋਂ ਐਂਡੋਰਫਿਨ ਨਿਕਲ ਪੈਂਦੇ ਨੇ ਜੋ ਕਿ ਦਿਮਾਗ ਅੰਦਰਲੇ ਰਿਸੈਪਟਰਸ ਨਾਲ ਚਿਪਕ ਕੇ ਉਹਨੂੰ ਪੀੜ ਦਾ ਅਹਿਸਾਸ ਘਟਾ ਦਿੰਦੇ ਨੇ। ਅੱਛਾ ਜੀ। ਸੋ ਇਹ ਲਗਭਗ ਜਿਵੇਂ ਮੋਰਫੀਨ ਦਾ ਨਸ਼ਾ ਹੁੰਦਾ ਉਸੇ ਤਰ੍ਹਾਂ ਦਾ ਹੀ ਅਸਰ ਵਿਖਾਉਂਦੇ ਨੇ। ਤੇ ਤੁਸੀਂ ਦੇਖਿਆ ਹੋਏਗਾ ਕਿ ਜਿਵੇਂ ਰੋਜ਼ ਚਾਹ ਦੀ ਤਲਬ ਇੱਕੋ ਵੇਲੇ ਸ਼ੁਰੂ ਹੁੰਦੀ ਆ, ਉਸੇ ਤਰ੍ਹਾਂ ਜਿਹੜੇ ਕਸਰਤ ਕਰਨ ਵਾਲੇ ਹੁੰਦੇ ਨੇ ਉਹ ਵੀ ਉਹਨਾਂ ਨੂੰ ਇੱਕ ਤਰੀਕੇ ਇਹ ਨਸ਼ਾ ਹੀ ਹੋ ਜਾਂਦਾ ਕਿ ਜਿੱਦਣ ਕਸਰਤ ਨਾ ਕੀਤੀ ਜਾਏ ਸਰੀਰ ਉਸ ਦਿਨ ਢਿੱਲਾ ਤੇ ਠੰਡਾ ਜਿਹਾ ਪਿਆ ਲੱਗਦਾ ਹੈ ਤੇ ਉਹ ਬਿਮਾਰੀ ਜਿਹਾ ਲੱਗਦੀ ਹੈ ਵੀ ਹੋ ਗਈ। ਸੋ ਉਹ ਮਜਬੂਰ ਕਰ ਦਿੰਦਾ ਬੰਦੇ ਨੂੰ ਕਿ ਮੈਂ ਅਗਲੇ ਦਿਨ ਫਿਰ ਕਸਰਤ ਕਰਨੀ ਹੈ। ਸੋ ਇਸੇ ਲਈ ਇਸ ਨੂੰ ਇਹਦਾ ਨਾਂ ਜੇ ਬਕਾਇਦਾ ਜਿਹਨੂੰ ਰਨਰਜ਼ ਹਾਈ ਕਿਹਾ ਜਾਂਦਾ ਕਿ ਉਹ ਨਸ਼ੇ ਦੇ ਹਾਲਤ ਵਾਂਗ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ, ਸਰੀਰ ਅੰਦਰੋਂ ਹੀ ਇਹੋ ਜਿਹੀ ਚੀਜ਼ਾਂ ਨਿਕਲ ਆਉਂਦੀਆਂ ਨੇ। ਸੋ ਇਹਨਾਂ ਨੂੰ ਇਸੇ ਕਰਕੇ ਰੈਗੂਲਰ ਕਸਰਤ ਕਰਨ ਵਾਲਿਆਂ ਨੂੰ ਤਣਾਅ ਬਹੁਤ ਘੱਟ ਹੁੰਦਾ ਜੀ, ਨੀਂਦਰ ਵਧੀਆ ਆਉਂਦੀ ਹੈ, ਦਿਲ ਕਸਰਤ ਨਾਲ ਤਗੜਾ ਹੋ ਜਾਂਦਾ ਹੈ, ਬਲੱਡ ਪ੍ਰੈਸ਼ਰ ਘਟ ਜਾਂਦਾ ਹੈ, ਹੱਡੀਆਂ ਤੰਦਰੁਸਤ ਹੁੰਦੀਆਂ ਨੇ। ਸੋ ਇਸੇ ਲਈ ਢਹਿੰਦੀ ਕਲਾ ਲਈ ਕਸਰਤ ਇੱਕ ਟ੍ਰੀਟਮੈਂਟ ਵਜੋਂ ਹੁਣ ਅਸੀਂ ਐਡਵਾਈਜ਼ ਕਰਦੇ ਹਾਂ। ਜਿਸ ਤੁਸੀਂ ਸਾਈਕਲ ਚਲਾ ਸਕਦੇ ਹੋ, ਨੱਚ ਸਕਦੇ ਹੋ, ਤੁਸੀਂ ਖੇਤੀ ਕਰਨੀ ਜਿਹੜੀ ਕਿ ਯਾਨੀ ਹੱਲ ਚਲਾਉਣਾ ਜਿਹਨੂੰ ਕਹੀਦਾ ਕਿ ਤੁਸੀਂ ਇਹ ਨਹੀਂ ਵੀ ਟਰੈਕਟਰ ਤੇ ਘੁੰਮ ਕੇ ਆ ਗਏ ਜਿਸ 'ਚ ਜ਼ੋਰ ਲੱਗੇ, ਫਿਰ ਬਗੀਚੇ ਸਾਰੇ ਵਿੱਚ ਗੋਡੀ ਕਰਨੀ ਜੀ, ਫਿਰ ਫਾਸਟ ਵਾਕਿੰਗ ਕਰੋ, ਜੋਗਿੰਗ ਕਰ ਲੋ, ਫਿਰ ਬੈਠ ਕੇ ਜਿਹੜੇ ਘਰ ਅੰਦਰ ਝਾੜੂ ਪੋਚੇ ਲਾਉਣੇ। ਇੱਕ ਬੜੀ ਕਮਾਲ ਦੀ ਗੱਲ ਹੈ ਕਿ ਇਹ ਦੇਖਣ ਵਿੱਚ ਆਇਆ ਕਿ ਪੁਰਾਣੇ ਸਮੇਂ ਦੀਆਂ ਔਰਤਾਂ ਜਿਹੜੀਆਂ ਬਹਿ ਕੇ ਲਾਉਂਦੀਆਂ ਸਨ ਝਾੜੂ ਪੋਚੇ, ਉਹਨਾਂ ਵਿੱਚ ਉਹਨਾਂ ਦੇ ਘਰ ਵਾਲਿਆਂ ਦੇ ਜੋ ਕਿ ਬਾਹਰ ਕੰਮ ਕਰਨ ਸਗੋਂ ਜਾਂਦੇ ਸਨ ਉਹ ਸਟ੍ਰੈਸ ਦੇ ਜ਼ਿਆਦਾ ਸ਼ਿਕਾਰ ਸਨ। ਉਹ ਘਰ ਵਿੱਚ ਆਦੀਆਂ ਮਾਰ ਕੁਟਾਈ ਵੀ ਸਹਿੰਦੀਆਂ ਫਿਰ ਵੀ ਉਹ ਕੰਮ ਕਰਦੀਆਂ ਕਿਉਂਕਿ ਉਹਨੂੰ ਆਪਣਾ ਸਰੀਰ ਤਗੜਾ ਕਰ ਲੈਂਦੀਆਂ ਸਨ। ਸੋ ਉਹ ਢਹਿੰਦੀ ਕਲਾ ਦਾ ਘੱਟ ਸ਼ਿਕਾਰ ਹੋਈਆਂ ਸਨ। ਇਸੇ ਤਰ੍ਹਾਂ ਸਵਿਮਿੰਗ ਬਾ ਕਮਾਲ ਐਕਸਰਸਾਈਜ਼ ਜੇ ਕੀਤੀ ਜਾ ਸਕੇ, ਦੌੜਨਾ ਖੈਰ ਉਹ ਤੇ ਹੈ ਹੀ ਕਮਾਲ ਹੈ। ਫਿਰ ਤੁਸੀਂ ਭਾਵੇਂ ਗੇਮਸ ਟੈਨਿਸ, ਬੈਡਮਿੰਟਨ, ਫੁੱਟਬਾਲ, ਬਾਸਕਟਬਾਲ ਕੋਈ ਵੀ ਇਸ ਤਰ੍ਹਾਂ ਦੀ ਕਰ ਸਕਦੇ ਹੋ। ਫਿਰ ਜੇ ਤੁਸੀਂ ਜ਼ੋਰ ਲਗਾ ਕੇ ਜਿਹੜਾ ਘਾਹ ਕੱਟਣ ਦੀ ਮਸ਼ੀਨ ਚਲਾਉਂਦੇ ਹੋ ਉਹ ਵੀ ਕਾਫੀ ਪਾਵਰ ਐਕਸਰਸਾਈਜ਼ ਹੋ ਜਾਂਦੀ। ਫਿਰ ਪਾਵਰ ਯੋਗਾ ਤੱਕ ਜਿਹੜੇ ਕਰਦੇ ਹੋਣ ਉਹ ਵੀ ਐਕਸਰਸਾਈਜ਼ ਕਾਫੀ ਵਧੀਆ ਗਿਣੀ ਗਈ ਹੈ। ਹੁਣ ਇਹ ਕਸਰਤਾਂ ਆਮ ਤੌਰ ਤੇ ਜਦੋਂ ਜਿਹੜੇ ਵੈਸੇ ਰੈਗੂਲਰ ਕਰਦੇ ਹੋਣ ਤਾਂ ਵੱਖਰੀ ਹੈ, ਜਿਨ੍ਹਾਂ ਨੂੰ ਸਟ੍ਰੈਸ ਰਹਿੰਦਾ ਹੋਏ ਉਹਨਾਂ ਨੂੰ ਅਸੀਂ ਹਮੇਸ਼ਾ ਕਹਿੰਦੇ ਆ ਕਿ ਤੁਸੀਂ ਗਰੁੱਪ ਦੇ ਵਿੱਚ ਕੀਤੀ ਜਾਵੇ। ਯਾਨੀ ਜੇ ਦੌੜ ਰਹੇ ਹੋ ਤਾਂ ਤੁਸੀਂ ਦੋ ਸਾਈਕਲਿੰਗ
2 ਜਾਂ 3 ਜਣੇ, ਜਿਹਦੇ ਨਾਲ ਤੁਸੀਂ ਇੱਕ ਤਾਂ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ, ਇੱਕ ਦੂਜੇ ਨੂੰ ਦੇਖ ਕੇ ਕਿ ਉਸੇ ਤਰ੍ਹਾਂ ਸਾਰੇ ਲੱਗੇ ਹੋਏ ਨੇ, ਉਹ ਹੱਲਾਸ਼ੇਰੀ ਵੀ ਮਿਲ ਜਾਂਦੀ ਹੈ ਤੇ ਕਸਰਤ ਦੀ ਤੰਦ ਵੀ ਨਹੀਂ ਟੁੱਟਦੀ। ਸੋ ਇਸੇ ਲਈ ਅਸੀਂ ਆਮ ਤੌਰ ਤੇ ਜ਼ੋਰ ਪਾਉਂਦੇ ਹਾਂ ਕਿ ਡਿਪਰੈਸ਼ਨ ਦੇ ਸ਼ਿਕਾਰ ਮਰੀਜ਼ ਇਕੱਲੇ ਨਾ ਐਕਸਰਸਾਈਜ਼ ਕਰਨ, ਹਮੇਸ਼ਾ ਕਿਸੇ ਦੇ ਗਰੁੱਪ ਦੇ ਵਿੱਚ ਜਾਣ ਤਾਂ ਬਿਹਤਰ ਹੈ, ਭਾਵੇਂ ਜਿਮ ਵਿੱਚ ਜਾਣ, ਤਾਂ ਕਿ ਗੱਲਾਂ ਮਾਰਨ ਨੂੰ ਟਾਈਮ ਵਧੀਆ ਲੰਘ ਜਾਂਦਾ ਨਾ, ਰੈਗੂਲੈਰਿਟੀ ਵੀ ਬਣੀ ਰਵੇ ਜੀ। ਫਿਰ ਹਰ ਰੋਜ਼ ਇੱਕੋ ਕਸਰਤ ਕਦੇ ਵੀ ਨਹੀਂ ਕਰਨੀ ਚਾਹੀਦੀ ਜੀ। ਰੋਜ਼ ਬਦਲ ਕੇ ਤੁਸੀਂ ਜੇ ਦੇਖੋ, ਰੋਜ਼ ਇੱਕੋ ਹੀ ਪਾਸਿਓਂ ਉਹੀ ਦੌੜ ਰਹੇ ਹੋ, ਰੋਜ਼ ਇੱਕੋ ਹੀ ਪਾਸਿਓਂ ਸਾਈਕਲ ਚਲਾ ਰਹੇ ਹੋ, ਰੋਜ਼ ਇੱਕੋ ਹੀ ਚੀਜ਼ ਕਰ ਰਹੇ ਹੋ, ਤਾਂ ਉਹ ਤੁਹਾਨੂੰ ਹੌਲੀ ਬੋਰੀਅਤ ਮਹਿਸੂਸ ਹੋ ਜਾਂਦੀ ਹੈ। ਸੋ ਕੋਸ਼ਿਸ਼ ਕਰੋ ਕਿ ਇੱਕ ਦਿਨ ਵੱਖ ਐਕਸਰਸਾਈਜ਼, ਇੱਕ ਦਿਨ ਵੱਖ ਰਾਹ ਬਦਲ ਕੇ ਜੇ ਉਹੀ ਕਰਨੀ ਹੈ। ਸੋ ਚੇਂਜ ਜ਼ਰੂਰੀ ਹੁੰਦੀ ਹੈ। ਤੇ ਫਿਰ ਦੂਸਰੀ, ਤੁਸੀਂ ਜੇ ਹੁਣੇ ਸ਼ੁਰੂ ਕਰਨੀ ਹੈ ਪਹਿਲੀ ਵਾਰ, ਤਾਂ 30 ਮਿੰਟ ਤੋਂ ਹੌਲੀ ਸ਼ੁਰੂ ਕਰੋ ਵਧਾ ਕੇ, ਤੇ 40 ਮਿੰਟ ਫਿਰ ਹੌਲੀ ਮਿਨੀਮਮ 1 ਆਵਰ ਤੇ ਜ਼ਰੂਰ ਆ ਜਾਓ, ਤੇ ਹਫਤੇ ਵਿੱਚ 5 ਦਿਨ ਜ਼ਰੂਰੀ ਹੁੰਦਾ ਜੇ ਜੀ। ਹੁਣ ਇਹਦੇ ਨਾਲ ਕੋਸ਼ਿਸ਼ ਜੋ ਬਿਹਤਰ ਦੇਖੀ ਗਈ ਹੈ ਕਿ ਜਿਮ ਨਾਲੋਂ ਤਾਜ਼ਾ ਹਵਾ ਵਿੱਚ ਕੀਤੀ ਕਸਰਤ ਜ਼ਿਆਦਾ ਤਣਾਅ ਘਟਾਉਂਦੀ ਹੈ। ਉਹ ਤਾਂ ਕਿਉਂਕਿ ਆਕਸੀਜਨ ਹੀ ਤਾਜ਼ਾ ਹੋਣੀ ਹੈ ਜੀ ਉਹਦੇ ਚ। ਜੀ, ਮੈਂ ਹੁਣ ਆਪਾਂ ਰੂਟੀਨ ਐਕਸਰਸਾਈਜ਼ ਦੀ ਗੱਲ ਨਹੀਂ ਕਰ ਰਹੇ, ਸਿਰਫ ਜਿਨ੍ਹਾਂ ਨੂੰ ਤਣਾਅ ਹੋਵੇ, ਸਟ੍ਰੈਸ ਹੋਵੇ, ਉਹਨਾਂ ਲਈ ਦੱਸ ਰਹੇ ਹਾਂ ਕਿ ਸਟ੍ਰੈਸ ਜਿਹੜੀ ਹੈ ਉਹ ਸਗੋਂ ਤੁਸੀਂ ਦੇਖਦੇ ਹੋਗੇ ਕਈ ਫੋਨ ਤੁਹਾਨੂੰ ਮੈਸੇजेस ਜਾਂ ਖਬਰਾਂ ਵੀ ਆਉਂਦੀਆਂ ਨੇ ਕਿ ਸਵੇਰੇ ਉਹਨਾਂ ਨੇ ਆਪਣੇ ਜਿਮ ਤੇ ਕੰਮ ਰਨਿੰਗ ਕਰ ਰਹੇ ਸੀ, ਉਹ ਹਾਰਟ ਅਟੈਕ ਆਇਆ ਤੇ ਉੱਥੇ ਹੀ ਮਰ ਗਏ। ਇਹ ਬੜੀਆਂ ਆ ਰਹੀਆਂ, ਇਹ ਵੀ ਬਹੁਤ। ਹਾਂਜੀ, ਉਹ ਕਾਰਨ ਇਹ ਕਿ ਜਦੋਂ ਅਸੀਂ ਬਾਹਰ ਨਿਕਲ ਕੇ ਕਰਦੇ ਹਾਂ ਸਟ੍ਰੈਸ ਦੇ ਨਾਲ, ਤਾਂ ਉਹ ਬਾਹਰਲੀ ਹਵਾ, ਫਿਰ ਤੁਸੀਂ ਚਫੇਰਾ ਦੇਖਦੇ ਹੋ, ਮਨ ਖਿੜਿਆ ਰਹਿੰਦਾ, ਜਦ ਕਿ ਅੰਦਰ ਕਰਦੇ ਹਾਂ ਤੁਸੀਂ ਕੋਈ ਹੋ ਸਕਦਾ ਵਾਇਲੈਂਟ ਮੂਵੀ ਸੀਨ ਦੇਖ ਰਹੇ ਹੋ, ਕੋਈ ਗਾਣਾ ਇਹੋ ਜਿਹਾ ਭੜਕੀਲਾ ਦੇਖ ਰਹੇ ਹੋ, ਤਾਂ ਉਹ ਤੁਹਾਨੂੰ ਸਗੋਂ ਤੁਹਾਡਾ ਹਾਰਟ ਰੇਟ ਵੀ ਵਧਾਏਗਾ, ਤੁਹਾਨੂੰ ਸਟ੍ਰੈਸ ਲੈਵਲ ਹਾਈ ਕਰ ਦਿੰਦਾ। ਇਸੇ ਲਈ ਸਟ੍ਰੈਸ ਜਿਨ੍ਹਾਂ ਨੂੰ ਹੁੰਦਾ ਹੋਏ, ਹਮੇਸ਼ਾ ਬਾਹਰ ਖੁੱਲੀ ਹਵਾ ਵਿੱਚ ਕਸਰਤ ਕਰਨੀ ਚਾਹੀਦੀ ਹੈ। ਫਿਰ ਇਹਦੇ ਨਾਲ ਇੱਕ ਦੋ ਚੀਜ਼ਾਂ ਜ਼ਰੂਰ ਖਿਆਲ ਕਰਨੀਆਂ ਪੈਣਗੀਆਂ ਕਿ ਜੇ ਲਗਾਤਾਰ ਕਿਤੇ ਤਿੱਖੀ ਪੀੜ ਹੋਣ ਲੱਗ ਗਈ ਹੈ ਤਾਂ ਤੁਹਾਨੂੰ ਇਮੀਡੀਏਟਲੀ ਚੈੱਕਅਪ ਕਰਾਉਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਡਾਇਬਟੀਜ਼ ਜਾਂ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਹੋਵੇ ਤਾਂ ਇਹ ਚੀਜ਼ਾਂ ਤੁਹਾਡਾ ਨੁਕਸਾਨ ਕਰ ਕਈ ਵਾਰੀ ਆਪਾਂ ਇਹਨੂੰ ਵੀ ਲੈ ਜਾਂਦੇ ਆ, ਕਈ ਇਹ ਵੀ ਬੜੀ ਆਉਂਦੀ ਹੈ ਕਿ ਫਲਾਨਾ ਬੰਦਾ ਹਿੱਸੇ ਭੁਲੇਖੇ ਰਹਿ ਗਿਆ ਕਿ ਕਿਤੇ ਐਸਿਡਿਟੀ ਤਾਂ ਨਹੀਂ ਸੀ ਜੀ। 2 ਚੀਜ਼ਾਂ ਹੋਰ ਵੀ ਬਹੁਤ ਜ਼ਰੂਰੀ ਨੇ। ਪਹਿਲੀ, ਮਾਲਿਸ਼ ਕਰਾਣੀ। ਮਾਲਿਸ਼ ਦਾ ਢਹਿੰਦੀ ਕਲਾ ਵਿੱਚ ਬੜਾ ਕਮਾਲ ਦਾ ਰੋਲ ਹੈ। ਕੋਸਾ ਵਰਜਿਨ ਕੋਕੋਨਟ ਆਇਲ ਤੇ ਰਿਸਰਚ ਹੋਈ ਹੈ, ਆਮ ਖੋਪੇ ਦਾ ਤੇਲ ਨਹੀਂ, ਵਰਜਿਨ ਕੋਕੋਨਟ ਆਇਲ ਜਿਹੜਾ ਹੁੰਦਾ ਜੇ, ਵਰਜਿਨ ਵਾਲਾ ਲੈਣ। ਉਹਦੇ ਨਾਲ ਜੇ ਤੁਸੀਂ ਸੌਣ ਤੋਂ ਪਹਿਲਾਂ ਸਿਰ ਝੱਸਦੇ ਹੋ, ਤਲੀਆਂ ਝੱਸਦੇ ਹੋ, ਜਾਂ ਪਿੱਠ ਤੇ ਗਲੇ ਦੇ ਜਾਂ ਸਿਰ ਤੋਂ ਹੇਠਾਂ ਵੱਲ ਨੂੰ ਜਦੋਂ ਰੀੜ੍ਹ ਦੀ ਹੱਡੀ ਵੱਲ ਨੂੰ ਜਾਓ, ਤਾਂ ਇਹ ਤੁਹਾਡਾ ਤਣਾਅ ਕਾਫੀ ਘਟਾ ਦਿੰਦੀਆਂ ਨੇ। ਸੋ ਮਾਲਿਸ਼ ਹਲਕੀ, ਪੋਲੀ ਤੇ ਕੋਸੇ ਜੇ ਤੇਲ ਦੇ ਨਾਲ ਹੋਵੇ ਤਾਂ ਜ਼ਿਆਦਾ ਅਸਰਦਾਰ ਹੈ। ਉਹ ਤੇਲ ਜਜ਼ਬ ਹੋ ਜਾਂਦਾ ਜੇ, ਅੰਦਰ ਬਾਹਰ ਦਿਸਦਾ ਹੀ ਨਹੀਂ। ਤੇ ਇਸੇ ਤਰ੍ਹਾਂ ਮਧੁਰ ਸੰਗੀਤ, ਜਿਵੇਂ ਤੁਸੀਂ ਫਰਜ਼ ਕਰੋ ਦੌੜ ਰਹੇ ਹੋ ਬਾਹਰ, ਤਾਂ ਤੁਸੀਂ ਕੰਨ ਨੂੰ ਆਪਣੇ ਬਹੁਤ ਹੌਲੀ, ਬਹੁਤ ਉੱਚੀ ਲਾਓਗੇ ਤਾਂ ਤੁਹਾਡੇ ਸੁਣਨ ਦੀ ਸ਼ਕਤੀ ਘਟ ਸਕਦੀ ਹੈ। ਸੋ ਮੱਧਮ ਸੰਗੀਤ, ਉਹ ਵੀ ਮਧੁਰ ਸੰਗੀਤ, ਯਾਨੀ ਭੜਕੀਲਾ ਗਾਣਾ ਨਹੀਂ, ਉਹਦੇ ਨਾਲ ਸਗੋਂ ਗੜਬੜ ਕਰ ਸਕਦੇ ਹੋ। ਸੋ ਉਹ ਤੁਸੀਂ ਆਪਣੇ ਉਹ ਜੇ ਲਾ ਕੇ ਐਕਸਰਸਾਈਜ਼ ਰੈਗੂਲਰ ਕਰ ਰਹੇ ਹੋ ਤਾਂ ਉਹ ਤੁਹਾਨੂੰ ਉਹਦੇ ਨਾਲ ਵੀ ਬੜਾ ਜਾਂਦਾ। ਜੀ। ਸੋ ਵੀ ਭੈਣ ਜੀ, ਖਾਸ ਕਰਕੇ ਟਰੱਕਰ ਵੀਰਾਂ ਲਈ ਤੁਸੀਂ ਕੀ ਸਲਾਹ ਦਿੰਦੇ ਹੋ? ਉਹ ਜਦੋਂ ਲੰਮਾ ਰੂਟ ਜਾਂਦੇ, ਲੌਂਗ ਹਾਲ ਤੇ ਜਾਂਦੇ ਨੇ, ਹਾਂਜੀ, ਬੜੀਆਂ ਮਾਈਲਸ ਕਵਰ ਕਰਦੇ ਨੇ, ਉਹ ਕਿਵੇਂ ਰਸਤੇ ਦੇ ਵਿੱਚ ਆਪਣੇ? ਜੀ ਬਿਲਕੁਲ, ਪਹਿਲੀ ਚੀਜ਼ ਤਾਂ ਉਹਨਾਂ ਲਈ ਕੋਲਡ ਡਰਿੰਕਸ, ਕੋਕ ਵਗੈਰਾ, ਬਰਗਰਸ, ਪਿਜ਼ਾਜ਼, ਇਹ ਪੇਸਟਰੀਜ਼, ਇਹ ਤਾਂ ਬਿਲਕੁਲ ਨਾ ਖਾਣ ਜੀ। ਉਹਨਾਂ ਨੂੰ ਬਿਹਤਰ ਇਹੀ ਹੈ ਕਿ ਘੱਟ ਘਿਓ ਵਾਲੀਆਂ, ਘੱਟ ਤਲੀਆਂ ਚੀਜ਼ਾਂ ਤੇ ਛਾਣ ਬੁਰੇ ਵਾਲੇ ਆਟੇ ਦਾ, ਭਾਵੇਂ ਉਹ ਮਿੱਸੇ ਪਰੌਂਠੇ ਹੋਣ, ਉਹ ਲੈ ਸਕਦੇ ਹੋ। ਜਾਂ ਰਾਹ ਵਿੱਚ ਜੇ ਕਿਤੇ ਗਏ ਨੇ ਤਾਂ ਤੁਸੀਂ ਸੈਲਡਸ ਜ਼ਿਆਦਾ ਲਓ, ਫਰੂਟਸ ਜ਼ਿਆਦਾ ਲਓ, ਜ਼ਿਆਦਾ ਬਿਹਤਰ ਹੋਏਗਾ। ਪਰ ਇਹ ਬਰਗਰ, ਪਿਜ਼ਾ ਤੋਂ ਪਰਹੇਜ਼ ਕਰਨ। ਬਿਸਕਿਟਸ ਤੋਂ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ, ਕੰਪਲੈਕਸ ਕਾਰਬੋਹਾਈਡਰੇਟ ਵਧੀਆ ਨੇ, ਦੂਜੇ ਵਧੀਆ ਨਹੀਂ।
ਫਿਰ ਜੇ ਉਹਨਾਂ ਨੂੰ ਰਸਤੇ ਵਿੱਚ ਹੋਰ ਕੁਝ ਨਹੀਂ ਮਿਲ ਰਿਹਾ ਤਾਂ ਇਹ ਫਿਸ਼ ਲੈ ਸਕਦੇ ਨੇ, ਸੈਲਮਨ, ਰੋਸਟਡ ਫਿਸ਼ ਇਹ ਖਾ ਸਕਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਲੈਣ ਜਿਹੜੀਆਂ ਹੈਲਦੀ ਨੇ, ਬਜਾਏ ਕਿ ਇਹ ਜਿਹੜੇ। ਤੇ ਦੂਸਰੀ ਗੱਲ, ਜਿਹੜੇ ਲੰਬੇ ਸਮੇਂ ਜਾ ਰਹੇ ਨੇ ਤਾਂ ਨੀਂਦਰ ਦਾ ਬਹੁਤ ਤਗੜਾ ਰੋਲ ਜੇ। ਸਟ੍ਰੈਸ ਘਟਾਉਣ ਲਈ ਤੁਹਾਨੂੰ 6 to 8 ਆਵਰਸ ਸਲੀਪ ਬਹੁਤ ਜ਼ਰੂਰੀ ਜੇ। ਜੇ ਉਹ ਤੁਹਾਨੂੰ ਲੱਗਦਾ ਹੈ ਕਿ ਨਹੀਂ ਤੁਸੀਂ ਨੀਂਦ ਪੂਰੀ ਕਰ ਸਕ ਰਹੇ ਜਾਂ ਕਿਸੇ ਨਾਲ ਆਲਟਰਨੇਟ ਨਹੀਂ ਕਰ ਰਹੇ, ਤਾਂ ਕਿਤੇ ਰਾਹ ਵਿੱਚ ਰੁਕ ਕੇ ਨਹਾ ਧੋ ਕੇ ਫਰੈਸ਼ ਹੋ ਕੇ ਥੋੜਾ ਜਿਹਾ ਭਾਵੇਂ ਉੱਥੇ ਹੀ ਘੰਟਾ 1.5 ਘੰਟਾ ਤੁਸੀਂ ਆਪਣੀ ਨੀਂਦਰ ਦਾ ਜਿਹੜਾ ਉਹ ਝੱਪੀ ਜ਼ਰੂਰ ਲੈ ਲਓ, ਤੇ ਫਿਰ ਤੁਸੀਂ ਜੇ ਟਰੈਵਲ ਕਰੋਗੇ ਤਾਂ ਉਹ ਤੁਹਾਨੂੰ ਉਨੀ ਥਕਾਵਟ ਨਹੀਂ ਹੋਏਗੀ। ਵਾਈਲ ਟਰੈਵਲਿੰਗ ਕੁਛ ਮੰਚ ਕਰਨਾ ਚਾਹਣ ਤਾਂ ਕੇਲ ਪੱਤਾ ਜਾਂ ਇਸ ਤਰ੍ਹਾਂ ਦੀ ਚੀਜ਼ ਰਸਤੇ 'ਚ ਰੱਖ ਸਕਦੇ ਨੇ ਜਿਹਦੇ ਨਾਲ ਨੀਂਦਰ ਨਹੀਂ ਆਉਂਦੀ, ਕਿਉਂਕਿ ਉਹ ਤੁਸੀਂ ਮੂੰਹ ਵਿੱਚ ਹੌਲੀ ਹੌਲੀ ਉਹਨੂੰ ਚਬਾ ਕੇ ਜਦੋਂ ਲੈ ਕੇ ਜਾਂਦੇ ਹੋ ਤਾਂ ਉਹਦੇ ਬਹੁਤ ਬਿਹਤਰੀਨ ਉਹਦੇ ਅਸਰ ਵੇਖੇ ਗਏ ਨੇ, ਕਿਉਂਕਿ ਉਹ ਸਾਰੇ ਕੁਦਰਤੀ ਤੱਤ ਤੁਹਾਡੇ ਕੋਲ ਕੁਦਰਤੀ ਤਰੀਕੇ ਹੀ ਸਰੀਰ ਅੰਦਰ ਪਹੁੰਚ ਜਾਂਦੇ ਨੇ। ਤੇ ਟਰੈਵਲਿੰਗ ਦੌਰਾਨ ਆਮ ਤੌਰ ਤੇ ਕਦੇ ਕੋਈ ਗੁੱਸਾ ਕਿਸੇ ਨਾਲ ਫੋਨ ਤੇ ਕੋਈ ਲੜਾਈ ਵਗੈਰਾ ਨਹੀਂ ਕਰਨੀ ਚਾਹੀਦੀ। ਬਹੁਤ ਸਾਰੇ ਐਕਸੀਡੈਂਟਸ ਦੇ ਕਾਰਨ ਉਹੀ ਹੁੰਦੇ ਨੇ, ਸਟ੍ਰੈਸ ਉਹੀ ਦਿੰਦੇ ਨੇ। ਸੋ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਸਹਿਜ ਢੰਗ ਨਾਲ ਤੁਸੀਂ ਜੇ ਚਲਾਉਂਦੇ ਰਹੋ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਹੋ। ਪਰ ਇੱਕ ਬਹੁਤ ਜ਼ਰੂਰੀ ਜੇ, ਕਿਉਂਕਿ ਲੌਂਗ ਟਰੈਵਲ ਹੈ ਤੇ ਤੁਹਾਡੇ ਕੋਲ ਐਕਸਰਸਾਈਜ਼ ਹੋਰ ਕੋਈ ਕਰਨ ਦਾ ਢੰਗ ਤਰੀਕਾ ਨਹੀਂ, ਤਾਂ ਜਿੱਥੇ ਵੀ ਤੁਸੀਂ ਰੁਕ ਕੇ ਰੈਸਟ ਕੀਤਾ, ਕੋਸ਼ਿਸ਼ ਕਰੋ ਅੱਧਾ ਕੁ ਘੰਟਾ ਕਿਸੇ ਹੀ ਤਰੀਕੇ, ਭਾਵੇਂ ਜਦੋਂ ਰੈਸਟ ਆਪਣੀ ਭਾਵੇਂ ਨੀਂਦਰ ਦਾ ਅੱਧਾ ਘੰਟਾ ਘਟਾ ਕੇ ਜੇ ਉੱਥੇ ਹੀ ਜੋਗਿੰਗ ਕਰ ਲਓ ਜਾਂ ਕਿਸੇ ਤਰੀਕੇ ਜਿੱਥੇ ਤੁਸੀਂ ਰੈਸਟ ਕਰਨ ਦਾ ਏਰੀਆ ਉੱਥੇ ਹੀ ਕੁਛ ਨਾ ਕੁਛ ਕਿਸੇ ਤਰੀਕੇ ਜੇ ਤੁਸੀਂ ਐਕਸਰਸਾਈਜ਼ ਦਾ ਬੰਦੋਬਸਤ ਆਪਣਾ ਕਰ ਸਕੋ, ਫਾਸਟ ਵਾਕਿੰਗ ਜਾਂ ਫਾਸਟ ਰਨਿੰਗ, ਜੋਗਿੰਗ, ਜੋ ਵੀ, ਉਹ ਤੁਹਾਨੂੰ ਕਾਫੀ ਫਾਇਦਾ ਦੇ ਸਕਦੀ ਹੈ। ਤੁਹਾਡੇ ਸਰੀਰ 'ਚ ਚੁਸਤੀ, ਤੰਦਰੁਸਤੀ ਤੇ ਜਿਹੜੇ ਬਹੁਤਾ ਲੰਮਾ ਸਮਾਂ ਬੈਠ ਕੇ ਜੋ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਬਚਾਓ ਹੋ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਮਿਹਰਬਾਨੀ ਤੁਹਾਡੀ, ਧੰਨਵਾਦ। ਸੋ ਇਹ ਸਨ ਡਾਕਟਰ ਸ਼ਿੰਦਰ ਕੌਰ ਹੋਰੀ। ਅਤੇ ਫਿਰ ਮੈਂ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਕਰਦਾ ਜੀ, ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਵੀ ਤੁਸੀਂ ਛੋਟੇ ਕਲਾਸੀਫਾਈਡ ਐਡ ਜਿਵੇਂ ਅਖਬਾਰਾਂ ਦੇ ਵਿੱਚ ਦਿੰਦੇ ਆ, ਤੁਸੀਂ ਦੇਣੀ ਚਾਹੁੰਦੇ ਹੋ, ਕੋਈ ਪ੍ਰੋਪਰਟੀ ਹੈ, ਕੋਈ ਟਰੈਕਟਰ ਹੈ, ਕੋਈ ਕਾਰ ਹੈ, ਕੋਈ ਜੀਪ ਹੈ ਇੰਡੀਆ ਦੇ ਵਿੱਚ, ਤੁਸੀਂ ਇੱਥੇ ਵੇਚਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਜੀ। ਵਟਸਐਪ ਦੇ ਉੱਤੇ ਤੁਸੀਂ ਮੈਸੇਜ ਭੇਜ ਦਿਓ ਅਤੇ ਅਸੀਂ ਉਹ ਜ਼ਰੂਰ ਲਾ ਦਿਆਂਗੇ। ਸੋ ਬਹੁਤ ਹੀ ਰੀਜ਼ਨੇਬਲ ਰੇਟ ਉਹਦਾ ਹੋਏਗਾ ਅਤੇ ਉਹਨੂੰ ਅਸੀਂ ਪ੍ਰਮੋਟ ਕਰਾਂਗੇ। ਜਿਹੋ ਜਿਹੀ ਐਡ ਜਿਸ ਢੰਗ ਦੇ ਨਾਲ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਕਰ ਸਕਦੇ ਹੋ। ਸੋ 1000 ਰੁਪਏ ਦੀ ਐਡ ਤੋਂ ਜਿੰਨਾ ਉੱਪਰ ਵੇਖ ਕੇ ਉਵੇਂ ਅਸੀਂ ਲਾਵਾਂਗੇ। ਸੋ ਫਿਲਹਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੋ ਕਹਾਣੀ, ਅਤੇ ਕਹਾਣੀ ਤੋਂ ਬਾਅਦ ਫਿਰ ਪ੍ਰੋਗਰਾਮ ਗੀਤ ਬਹਾਰ ਜਿਹੜਾ ਉਹ ਸੁਣੋਗੇ।